ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕੋਈ ਵੀ ਜੀਵਨ ਦਾ ਐਸਾ ਪੱਧਰ ਨਹੀਂ ਹੈਗਾ ਜਿਹਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਮਹਾਂਪੁਰਖਾਂ ਨੇ ਨਹੀਂ ਸਮਝਾਇਆ, ਸਤਿਗੁਰਾਂ ਨੇ ਨਹੀਂ ਸਮਝਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਪਵਿੱਤਰ ਜੋ ਬਚਨ ਨੇ, ਮਹਾਰਾਜ ਨੇ ਕਲਯੁਗ ਦੇ ਵਿੱਚ ਜੋ ਜੋ ਅਵਸਥਾਵਾਂ ਮਨ ਦੀਆਂ ਹਨ ਜਾਂ ਗਿਆਨ ਦੀਆਂ, ਧਿਆਨ ਦੀਆਂ, ਸਭ ਭੇਦ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਜੋ ਭਵਿੱਖਬਾਣੀ ਵੀ ਆਉਂਦੀ ਹੈ, ਕਿਉਂਕਿ ਜਦੋਂ ਇੱਕ ਗੁਰਮੁਖ ਨਾਮ ਦੇ ਭੰਡਾਰਿਆਂ ਦੇ ਵਿੱਚ ਸਮਾ ਜਾਂਦਾ, ਸੱਚ ਦੇ ਵਿੱਚ ਸਮਾ ਜਾਂਦਾ ਹੈ, ਤੇ ਉਹਦੇ ਵਿੱਚ ਜੋ ਮਾਲਕ ਮਹਾਸ਼ਕਤੀਆਂ ਪ੍ਰਗਟ ਕਰ ਦਿੰਦੇ ਆ, ਉਹਨਾਂ ਦੇ ਆਧਾਰ ਤੇ ਉਹ ਸਮੇਂ ਦਾ ਕੋਈ ਵੀ ਐਸਾ ਪਹਿਲੂ ਨਹੀਂ ਜਿਹਦੇ ਤੋਂ ਬੇਖਬਰੇ ਹੁੰਦੇ ਆ। ਆਉਣ ਵਾਲਾ ਸਮਾਂ, ਬੀਤਿਆ ਸਮਾਂ ਜਿਹੜਾ ਚੱਲ ਰਿਹਾ ਹੈ, ਕਹਿਣ ਤੋਂ ਭਾਵ ਕਿ ਗੁਰਮੁਖਾਂ ਨੂੰ ਐਸੀ ਕੋਈ ਅਵਸਥਾ ਨਹੀਂ ਜੋ ਨਹੀਂ ਪਤਾ ਸਮੇਂ ਮੁਤਾਬਕ ਕਿੱਥੋਂ ਅਸੀਂ ਆਏ ਹਾਂ, ਕੀ ਕਰ ਰਹੇ ਹਾਂ, ਕਿੱਥੇ ਜਾਣਾ। ਸੋ ਇਸੇ ਤਰੀਕੇ ਮਹਾਬਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਿਤਾ, ਉਹਨਾਂ ਦੀ ਪਵਿੱਤਰ ਬਾਣੀ ਜੋ ਕਿ ਆਪਾਂ ਦਸਮ ਬਾਣੀ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ, ਸੋ ਉਹਨਾਂ ਦੀ ਬਾਣੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਦੱਸਿਆ ਹੋਇਆ। ਦਸ਼ਮੇਸ਼ ਪਿਤਾ ਨੇ ਕਲਯੁਗ ਦੇ ਵਿੱਚ ਆਉਣ ਵਾਲਾ ਸਮਾਂ ਕੈਸਾ ਹੋਏਗਾ, ਮੁੱਖ ਕਰਕੇ ਉਹਨਾਂ ਦੱਸਿਆ ਵੀ ਜਿਹੜਾ ਕਲਯੁਗ ਹੁੰਦਾ ਹੈ, ਇਹਨੂੰ ਕਲਾ ਦਾ ਯੁੱਗ ਕਿਹਾ ਗਿਆ। ਕਲਾ ਤੋਂ ਭਾਵ ਕਿ ਐਸੀਆਂ ਇਹਦੇ ਵਿੱਚ ਅਵਸਥਾਵਾਂ ਪ੍ਰਗਟ ਹੋ ਜਾਂਦੀਆਂ ਨੇ ਜੋ ਕਿ ਹੈਰਾਨੀਜਨਕ ਹੁੰਦੀਆਂ ਨੇ। ਜਿਵੇਂ ਆਪਾਂ ਅੱਜ ਦੇਖਦੇ ਹਾਂ ਕਿੰਨੀ ਕਲਾ ਵਰਤ ਗਈ ਹੈ, ਚਾਹੇ ਕੋਈ ਬਿਜਲੀ ਹੈ, ਚਾਹੇ ਕੋਈ ਪਾਣੀ ਹੈ, ਚਾਹੇ ਘਰ ਦੀਆਂ ਸੁੱਖ ਸਹੂਲਤਾਂ ਆ, ਮੋਬਾਈਲ ਆ, ਇੰਟਰਨੈਟ ਆ, ਸਾਰਾ ਕਲਾ ਦਾ ਹੀ ਜ਼ਮਾਨਾ ਹੈ। ਸੋ ਮਹਾਰਾਜ ਨੇ ਦੱਸਿਆ ਵੀ ਕਲਯੁਗ ਦੇ ਵਿੱਚ ਕਿਸ ਤਰੀਕਾਂ ਦੇ ਮਨਮੁਖ ਜਿਹੜੇ ਆ ਉਹ ਪ੍ਰਗਟ ਹੋਣਗੇ, ਨਾਮ ਤੋਂ ਹੀਣੇ, ਕਿੱਥੋਂ ਤੱਕ ਇਸ ਯੁੱਗ ਦੇ ਵਿੱਚ ਪਾਪ ਵਰਤਣਾ ਹੈ। ਦਸਵੇਂ ਪਾਤਸ਼ਾਹ ਨੇ ਬੜਾ ਹੀ ਖੋਲ ਕੇ ਉਹਨਾਂ ਨੇ ਆਪ ਦੀ ਬਾਣੀ ਦੇ ਵਿੱਚ ਦੱਸਿਆ 24 ਅਵਤਾਰ ਦੇ ਵਿੱਚ ਕਿ ਇਸ ਕਲਯੁਗ ਦੇ ਵਿੱਚ ਕਿੰਨਾ ਘੋਰ ਹਨੇਰਾ ਫੈਲ ਜਾਣਾ। ਇੱਕ ਕਿਹਦੇ ਕਰਕੇ? ਇੱਕ ਨਾਮ ਦੇ ਨਾਲ ਨਾ ਜੁੜਨ ਕਰਕੇ, ਸੱਚ ਨੂੰ ਭੁੱਲਣ ਕਰਕੇ, ਮਾਨਕ ਜਾਤ ਦੀ ਇੰਨੀ ਕੁ ਜਿਹੜੀ ਆ ਅਵਸਥਾਵਾਂ ਗਿਰ ਜਾਣੀਆਂ ਕਿ ਨਾ ਕੋਈ ਰਿਸ਼ਤਾ ਰਹਿਣਾ, ਨਾ ਕੋਈ ਲਿਮਿਟੇਸ਼ਨਸ ਰਹਿਣੀਆਂ ਨੇ, ਕੋਈ ਬਾਉਂਡਰੀਜ਼ ਰਹਿਣੀਆਂ ਨੇ, ਕੋਈ ਸੀਮਾ ਰਹਿਣੀਆਂ ਨੇ ਕਿ ਕਿੱਥੋਂ ਤੱਕ ਕੀ ਕਰਨਾ ਆ, ਔਰ ਚਾਰੇ ਪਾਸੇ ਪਰਲੋ ਹੀ ਪਰਲੋ ਫੈਲ ਜਾਣੀ। ਪਰ ਉਹਨਾਂ ਨਾਲ ਇਹ ਵੀ ਦੱਸਿਆ ਵੀ ਜਦੋਂ ਧਰਮ ਖਤਮ ਹੋ ਕੇ ਪਾਪ ਫੈਲਦਾ ਹੈ, ਉਹਨੂੰ ਕੱਟਣ ਦੇ ਵਾਸਤੇ ਕਲਕੀ ਅਵਤਾਰ ਪੈਦਾ ਹੁੰਦੇ ਨੇ। ਕਲਕੀ ਅਵਤਾਰ ਕਿਸੇ ਇੱਕ ਖਾਸ ਮਨੁੱਖ ਨੂੰ ਨਹੀਂ ਕਿਹਾ ਗਿਆ। ਕਲਕੀ ਅਵਤਾਰ ਤੋਂ ਭਾਵ ਹੈ ਜਿਹੜਾ ਕਲਯੁਗ ਨੂੰ ਕੱਟਦਾ ਹੈ। ਕੋਈ ਵੀ ਗੁਰਮੁਖ ਜਦੋਂ ਜਾਗ ਜਾਂਦਾ ਹੈ, ਜਿੰਨੀ ਨਿਰੰਕਾਰ ਉਹਦੇ ਵਿੱਚ ਪਾਵਰ ਪਾਉਂਦੇ ਆ, ਜਿੰਨਾ ਉਹਦੇ ਵਿੱਚ ਸ਼ਬਦ ਦਾ ਬਲ ਪਾਉਂਦੇ ਆ, ਉਹ ਕਲਯੁਗ ਨੂੰ ਕੱਟਣ ਦਾ ਕੰਮ ਕਰਦਾ ਆ। ਆਪਦੇ ਬਚਨਾਂ ਦੁਆਰਾ, ਆਪਦੀ ਦ੍ਰਿਸ਼ਟੀ ਦੁਆਰਾ, ਆਪਦੇ ਗਿਆਨ ਧਿਆਨ ਦੁਆਰਾ ਜਿਹੜਾ ਨਿਰੰਕਾਰ ਉਹਦੇ ਵਿੱਚ ਪ੍ਰਗਟ ਕਰਦੇ ਆ। ਉਹ ਆਪ ਵੀ ਜਪਦਾ ਹੈ, ਆਪਦੇ ਅੰਦਰੋਂ ਵੀ ਕਲਯੁਗ ਨੂੰ ਖਤਮ ਕਰਕੇ, ਵਿਕਾਰਾਂ ਨੂੰ ਖਤਮ ਕਰਕੇ, ਔਰ ਬਾਹਰ ਵੀ ਜਪਾਉਂਦਾ ਹੈ। ਤੇ ਇੱਕ ਇੱਕ ਗੁਰਮੁਖ ਜਿਹੜਾ ਹੈ ਉਹ ਕਲਕੀ ਅਵਤਾਰ ਬਣ ਕੇ ਕਲਯੁਗ ਦੇ ਪਹਿਰਿਆਂ ਨੂੰ ਕੱਟਦਾ ਹੈ। ਸੋ ਜਿਹਨੂੰ ਮਹਾਰਾਜ ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਫਿਰ ਖਾਲਸਾ ਜਦੋਂ ਖਾਲਸਾ ਜਿਹੜੀ ਵੀ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਹੈ, ਖਾਲਸਾ ਹੈ ਮਨ। ਮਨ ਜਦੋਂ ਪੰਜਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਉਹ ਸ਼ੁੱਧ ਹੋ ਜਾਂਦਾ ਹੈ, ਤਾਂ ਉਹ ਖਾਲਸ ਹੋ ਜਾਂਦਾ ਹੈ। ਤੇ ਉਹ ਖਾਲਸਾ ਜਦੋਂ ਪ੍ਰਗਟ ਹੋ ਕੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਕੇ, ਉਹਨਾਂ ਦੇ ਮਨ ਦਾ ਵੀ ਸ਼ੁੱਧੀਕਰਨ ਕਰਕੇ ਵਿਕਾਰਾਂ ਤੋਂ ਰਹਿਤ ਕਰਦਾ ਹੈ। ਤੇ ਜਿਵੇਂ ਜਿਵੇਂ ਇੱਕ ਇੱਕ ਜੀਵ ਵਿਕਾਰਾਂ ਤੋਂ, ਪੰਜਾਂ
ਇਹਨਾਂ ਮਾਇਆ ਦੇ ਜਾਲਾਂ ਤੋਂ ਰਹਿਤ ਹੁੰਦਾ ਜਾਂਦਾ ਹੈ, ਉਹ ਖਾਲਸਾ ਰਾਜ ਦੀ ਸਥਾਪਤੀ ਕਰਦਾ ਜਾਂਦਾ। ਖਾਲਸਾ ਰਾਜ ਜਿਹੜਾ ਕਿ ਜਿੰਦੇ ਵਿੱਚ ਸੱਚ ਹੀ ਸੱਚ ਹੈ, ਨਾਮ ਹੀ ਨਾਮ ਹੈ, ਹੋਰ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਪਾਪ ਜਾਂ ਵਿਕਾਰ ਨਹੀਂ ਹੈਗੇ। ਪਰ ਮਹਾਰਾਜ ਕਹਿੰਦੇ ਆ ਕਿ ਕਲਯੁਗ ਦੇ ਵਿੱਚ ਅਧਰਮ ਕਿੱਥੋਂ ਤੱਕ ਫੈਲ ਜਾਂਦਾ ਹੈ, ਜਿਹਨੂੰ ਕੱਟਣ ਦੇ ਲਈ ਫਿਰ ਮਹਾਰਾਜ ਗੁਰਮੁਖ ਪ੍ਰਗਟ ਕਰਦੇ ਆ। ਕਹਿੰਦੇ ਦੁੱਖ ਦੰਦ ਹੈ ਸੁਖ ਕੰਦ ਜੀ, ਨਹੀਂ ਬੰਦ ਹੈ ਜਗ ਬੰਦ ਜੀ। ਕਹਿੰਦੇ ਸਭ ਤੋਂ ਪਹਿਲੋਂ ਕਲਯੁਗ ਉਦੋਂ ਵਰਤਦਾ ਹੈ ਜਦੋਂ ਗੁਰਮੁਖ ਜਿਹੜੇ ਇਹ ਮਨਮੁਖ ਦਾ ਰਸਤਾ ਅਖਤਿਆਰ ਕਰ ਜਾਂਦੇ ਆ, ਵੀ ਜਿਹੜੇ ਇੱਥੇ ਮਨੁੱਖ ਜਾਤੀ ਹੈ ਉਹ ਮਾਲਕ ਦੀ ਭਗਤੀ ਤੋਂ ਪਿੱਛੇ ਹਟ ਕੇ ਤੇ ਜਗਤ ਦੇ ਨਾਲ ਜੁੜ ਜਾਂਦੇ ਆ। ਤੇ ਕੀ ਕਰਦੇ ਆ, ਕਹਿੰਦੇ ਨਹੀਂ ਵੇਦ ਬਾਕ ਪ੍ਰਮਾਨ ਹੈ, ਮਤ ਭਿੰਨ ਭਿੰਨ ਬਖਾਨ ਹੈ। ਤੇ ਕਹਿੰਦੇ ਕਲਯੁਗ ਦੇ ਵਿੱਚ ਐਸਾ ਪਹਿਰਾ ਬਣਦਾ, ਫਿਰ ਵੇਦਾਂ ਸ਼ਾਸਤਰਾਂ ਤੋਂ ਜਿਹੜੀ ਦੁਨੀਆ ਆ ਇਹ ਟੁੱਟਣਾ ਸ਼ੁਰੂ ਹੋ ਜਾਂਦੀ ਆ। ਜਿਵੇਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਆ, ਜਾਂ ਪਹਿਲੋਂ ਵੀ ਵੇਦ ਸ਼ਾਸਤਰ ਜਿਵੇਂ ਪ੍ਰਗਟ ਹੋਏ, 4 ਵੇਦ ਪ੍ਰਗਟ ਹੋਏ, ਸਿਮਰਤੀਆਂ ਸ਼ਾਸਤਰ ਪ੍ਰਗਟ ਹੋਏ, ਉਹਨਾਂ ਦੇ ਵਿੱਚ ਵੀ ਮਾਲਕ ਦਾ ਵਿਖਿਆਨ ਕੀਤਾ ਗਿਆ। ਪਰ ਜਿਵੇਂ ਜਿਵੇਂ ਅਧਰਮ ਫੈਲਦਾ ਗਿਆ, ਅਸੀਂ ਉਹਨਾਂ ਤੋਂ ਟੁੱਟ ਕੇ ਅੱਗੇ ਦੀ ਅੱਗੇ ਆਪ ਦੇ ਨਵੇਂ ਨਵੇਂ ਰਾਹ ਚਲਾਉਣ ਲੱਗੇ। ਤੇ ਮਹਾਰਾਜ ਕਹਿੰਦੇ ਐਸਾ ਹੀ ਕਲਯੁਗ ਦੇ ਵਿੱਚ ਹੋਏਗਾ। ਤੇ ਇਹ ਹੁਣ ਮੈਂ ਭਵਿੱਖਬਾਣੀ ਤੁਹਾਨੂੰ ਦੱਸਦਾ ਜਾਊਂਗਾ, ਤੁਸੀਂ ਦੇਖ ਲੈਣਾ ਵੀ ਕਿਹੜੀਆਂ ਕਿਹੜੀਆਂ ਅਵਸਥਾਵਾਂ ਆ ਗਈਆਂ ਨੇ ਤੇ ਕਿਹੜੀਆਂ ਕਿਹੜੀਆਂ ਇਹਨਾਂ ਤੋਂ ਬਾਅਦ ਹੋਰ ਆਉਣੀਆਂ ਨੇ। ਲਗਭਗ ਜਿਹੜੀ ਆਪਾਂ ਵਿਚਾਰ ਕਰਾਂਗੇ ਇਹਦੇ ਵਿੱਚ ਕੁਝ ਅਵਸਥਾਵਾਂ ਤਾਂ ਐਸੀਆਂ ਨੇ ਜੋ ਚੱਲ ਹੀ ਰਹੀਆਂ ਨੇ, ਕੁਝ ਐਸੀਆਂ ਨੇ ਵੀ ਜੋ ਇਹਨਾਂ ਤੋਂ ਬੱਤਰ ਹੁਣ ਅੱਗੇ ਹੋਰ ਪ੍ਰਗਟ ਹੋ ਜਾਣਗੀਆਂ। ਇਹ ਭਵਿੱਖਬਾਣੀ ਮਹਾਰਾਜ ਨੇ ਲਗਭਗ 350 ਸਾਲ ਪਹਿਲੋਂ 24 ਅਵਤਾਰ ਨਾਮ ਦੀ ਬਾਣੀ ਦੇ ਵਿੱਚ ਕੀਤੀ ਹੈ। ਮਹਾਰਾਜ ਕਹਿੰਦੇ ਨਾ ਕੁਰਾਨ ਕੋ ਮਤ ਲੈਂਗੇ, ਨਾ ਪੁਰਾਣ ਦੇਖਣ ਦੇਂਗੇ। ਕਹਿੰਦੇ ਜਿਹੜੇ ਕੁਰਾਨ ਤੇ ਪੁਰਾਣ ਜਿਹੜੇ ਹੋਲੀ ਬੁੱਕਸ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਗ੍ਰੰਥ ਨੇ, ਵੇਦ ਸ਼ਾਸਤਰ ਨੇ, ਕਹਿੰਦੇ ਇਹਨਾਂ ਦੀ ਕੋਈ ਮਤ ਨਹੀਂ ਲਊਗਾ। ਨਾ ਤਾਂ ਆਪ ਮਤ ਲੈਣ ਦੇਣਗੇ ਤੇ ਨਾ ਕਿਸੇ ਨੂੰ ਇਹਨਾਂ ਦੇ ਨਾਲ ਜੁੜਨ ਦੇਣਗੇ, ਪ੍ਰੇਰਿਤ ਨਹੀਂ ਹੋਣ ਦੇਣਗੇ ਕਿਸੇ ਨੂੰ। ਜੇ ਕੋਈ ਗੁਰੂ ਗ੍ਰੰਥ ਤੇ ਕੁਰਾਨ ਤੇ ਸ਼ਾਸਤਰ ਦੀ ਵੇਦ ਦੀ ਗੱਲ ਕਰੇਗਾ, ਆਪ ਵੀ ਟੁੱਟਣਗੇ ਤੇ ਅਗਲੇ ਨੂੰ ਵੀ ਤੋੜਨਗੇ, ਕਹਿਣਗੇ ਇਹਦੇ ਵਿੱਚ ਕੋਈ ਫਾਇਦਾ ਨਹੀਂ, ਨਾ ਪੜ੍ਹਨ ਦਾ ਨਾ ਲਿਖਣ ਦਾ। ਨਹੀਂ ਏਕ ਮੰਤਰ ਜਾਪ ਹੈ, ਦਿਨ ਦੁਐਕ ਥਾਪਨ ਥਾਪ ਹੈ। ਤੇ ਜਿਹੜਾ ਆਪਾਂ ਵਾਹਿਗੁਰੂ ਹਰੀ ਅੱਲਾ ਦਾ ਜਾਪ ਕਰਦੇ ਆ, ਕਹਿੰਦੇ ਇਸ ਇੱਕ ਮੰਤਰ ਦੇ ਜਾਪ ਨੂੰ ਝੂਠਾ ਕਿਹਾ ਜਾਊਗਾ। ਜਿਵੇਂ ਆਮ ਤੌਰ ਤੇ ਆਪਾਂ ਸੁਣਨ ਲੱਗ ਗਏ ਆ ਨਾ ਜੀ, ਇਹ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ, ਇਹ ਤਾਂ ਇੱਕ ਤੋਤਾ ਰਟਣਾ ਹੈ ਜੀ, ਇਹ ਤਾਂ ਵਾਰ-ਵਾਰ ਕਰਕੇ ਤਾਂ ਸਿਰਫ ਇੱਕ ਮੈਡੀਟੇਸ਼ਨ ਹੈ ਜੀ, ਇਹ ਤਾਂ ਇੱਕ ਬੌਧਰੇਸ਼ਨ ਹੈ ਜੀ। ਕਹਿੰਦੇ ਨਹੀਂ ਏਕ ਮੰਤਰ ਜਾਪ ਹੈ, ਦਿਨ ਦੁਐਕ ਥਾਪਨ ਥਾਪ ਹੈ। ਤੇ ਕਹਿੰਦੇ ਇਸ ਏਕ ਮੰਤਰ ਦੇ ਜਾਪ ਨੂੰ ਕੋਈ ਨਹੀਂ ਮੰਨੇਗਾ। ਵੇਦ ਪੁਰਾਣ ਸ਼ਾਸਤਰਾਂ ਤੋਂ ਟੁੱਟ ਜਾਣਗੇ, ਨਾ ਤਾਂ ਆਪ ਜੁੜਨਗੇ ਨਾ ਕਿਸੇ ਨੂੰ ਜੁੜਨ ਦੇਣਗੇ, ਪ੍ਰਚਾਰ ਵੀ ਕਰਨਗੇ ਵੀ ਇਹਨਾਂ ਵੇਦਾਂ ਸ਼ਾਸਤਰਾਂ ਨਾਲ ਜੁੜਨ ਦਾ ਕੋਈ ਫਾਇਦਾ ਨਹੀਂ। ਆਪਾਂ ਦੇਖਦੇ ਹਾਂ ਨਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਅੱਜ ਕੱਲ੍ਹ ਕਿੰਨੇ ਮਨਮਤੀ ਹੋ ਕੇ ਨਾ ਆਪ ਜੁੜਦੇ ਆ ਨਾ ਜੁੜਨ ਦਿੰਦੇ ਆ। ਤੇ ਫਿਰ ਮਹਾਰਾਜ ਦੱਸਦੇ ਆ ਦੂਜੀ ਗੱਲ, ਕਹਿੰਦੇ ਅਬ ਮੈਂ ਮਹਾ ਸੁਧ ਮਤ ਕਰਕੇ ਕਹੂੰ ਕਥਾ ਚਿਤ ਲਾਏ, 24ਵੇਂ ਕਲਕੀ ਅਵਤਾਰਾ ਤਾਂ ਕਰ ਕਹੂੰ ਪ੍ਰਸੰਗ ਸੁਧਾਰਾ। ਵੀ ਹੁਣ ਕਹਿੰਦੇ ਮੈਂ ਤੁਹਾਨੂੰ ਦੱਸਣ ਲੱਗਾ ਇਸ 24 ਅਵਤਾਰ ਦੇ ਅਖੀਰੀ ਪ੍ਰਸੰਗ ਦੇ ਵਿੱਚ ਵੀ ਜਦੋਂ ਕਲਯੁਗ ਪ੍ਰਗਟ ਹੋ ਜਾਊਗਾ, ਕਿਵੇਂ ਦਾ ਉਹਦੇ ਵਿੱਚ ਦੋਸ਼ ਪ੍ਰਗਟ ਹੋਊਗਾ ਤੇ ਉਹਨੂੰ ਉਸ ਦੋਸ਼ ਨੂੰ ਖਤਮ ਕਰਨ ਵਾਸਤੇ ਕਿਵੇਂ ਇੱਕ ਕਲਕੀ ਅਵਤਾਰ ਜਨਮ ਲੈਣਗੇ। ਕਹਿੰਦੇ ਇਹ ਨਹੀਂ ਕਿ ਇਕੱਲਾ ਮਨਮੁਖ ਹੀ ਵਾਸ ਕਰਨਗੇ ਕਲਯੁਗ ਦੇ ਵਿੱਚ। ਜਦੋਂ ਮਨਮੁਖਤਾ ਦਾ ਜ਼ੋਰ ਵੱਧ ਜਾਂਦਾ ਹੈ ਤੇ ਮਾਲਕ ਪੌਣ ਪਾਣੀ ਬਸੰਤਰ ਧਰਤੀ ਆਕਾਸ਼ ਇਹਨਾਂ 5 ਤੱਤਾਂ ਦੀ ਇਸ ਕੁਦਰਤ ਦੀ ਰੱਖਿਆ ਕਰਨ ਵਾਸਤੇ ਵਿੱਚ ਕੁਝ ਵਿਰਲੇ ਵਿਰਲੇ ਗੁਰਮੁਖ ਵੀ ਪ੍ਰਗਟ ਕਰ ਦਿੰਦਾ ਹੈ, ਜੋ ਤਪਦੀਆਂ ਹਵਾਵਾਂ ਦੇ ਵਿੱਚ ਫਿਰ ਨਾਮ ਜਪਾ ਕੇ ਪ੍ਰਚਾਰ ਕਰਕੇ ਬ੍ਰਹਮ ਦਾ ਵਿਖਿਆਨ ਕਰਕੇ ਉਹਦੇ 'ਚ ਠੰਡ ਪਾਉਂਦੇ ਆ। ਪਰ ਹੁਣ ਕਿਵੇਂ ਦਾ ਫਿਰ ਮਾਹੌਲ ਹੋਏਗਾ, ਕਹਿੰਦੇ ਭਾਰਾ ਕ੍ਰਿਤ ਹੋਤ ਜਬ ਧਰਣੀ, ਪਾਪ ਗ੍ਰਸਤ ਕਛੂ ਜਾਤ ਨਾ ਬਰਣੀ। ਕਹਿੰਦੇ ਇਹ ਧਰਤੀ ਆ ਜਿਹੜੀ ਇੰਨੀ ਭਾਰੀ ਹੋ ਜਾਊਗੀ, ਭਾਰੀ ਤੋਂ ਭਾਵੇਂ ਨਹੀਂ ਕਹਿੰਦੇ ਉੱਤੇ ਕੋਈ ਦੂਜਾ ਭਾਰ ਕੋ ਹੋਰ ਦੂਜਾ ਆ ਜਾਣਾ ਹੈ, ਭਾਰ ਤੋਂ ਭਾਵ ਹੈ ਜਦੋਂ ਜਦੋਂ ਇਸ ਧਰਤੀ ਤੇ ਕਹਿੰਦੇ ਪਾਪ ਵੱਧ ਜਾਂਦਾ ਹੈ, ਇਹ ਧਰਤੀ ਭਾਰੀ ਹੋ ਜਾਂਦੀ ਹੈ। ਇਹਨੂੰ ਹੋਰ ਕਿਸੇ ਦਾ ਭਾਰ ਨਹੀਂ ਲੱਗਦਾ, ਇੱਕ ਮਨਮੁਖਤਾ ਦਾ ਭਾਰ ਲੱਗ ਜਾਂਦਾ ਹੈ। ਪਾਪ ਗ੍ਰਸਤ ਕਛੂ ਜਾਤ ਨਾ ਬਰਣੀ, ਕਹਿੰਦੇ ਇੱਥੇ ਕੋਈ ਵੀ ਜਾਤ ਨਹੀਂ ਰਹਿਣੀ। ਜਾਤ ਤੋਂ ਭਾਵ ਸਭ ਰਿਸ਼ਤੇ ਖਤਮ ਹੋ ਜਾਣੇ ਨੇ। ਕਿਵੇਂ? ਕਹਿੰਦੇ ਭਾਂਤ ਭਾਂਤ ਤਨ ਹੋ ਉਤਪਾਤਾ, ਪੁੱਤਰੈ ਸੇਜ ਸੋਵਤ ਲੈ ਮਾਤਾ। ਕਹਿੰਦੇ ਇੱਥੋਂ ਤੱਕ ਰਿਸ਼ਤੇ ਖਤਮ ਹੋ ਜਾਣਗੇ, ਜਿਹੜੇ ਮਾਤਾ ਤੇ ਪੁੱਤਰ ਦਾ ਰਿਸ਼ਤਾ ਆ ਨਾ, ਇਹ ਵੀ ਕਾਮ ਦੇ ਵਿੱਚ ਬਦਲ ਜਾਏਗਾ। ਮਾਤਾ ਦੇ ਸੁੱਖ ਦੇ ਲਈ ਪੁੱਤਰ ਦੇ ਨਾਲ ਸੰਜੋਗ ਕਰਨਾ ਚਾਹੇਗੀ। ਅੱਗੇ ਕੀ ਕਹਿੰਦੇ, ਸੁਤਾ ਪਿਤਾ ਤਨ ਰਮਤ ਨਿਸ਼ੰਕਾ, ਭਗਨੀ ਭਰਤ ਭਰਾਤ ਕਹਿ ਅੰਕਾ,
ਭਰਾਤ ਬਹਿਨ ਤਨ ਕਰਤ ਬਿਹਾਰਾ ਇਸਤਰੀ ਤਜੀ ਸਕਲ ਸੰਸਾਰਾ। ਤੇ ਕਹਿੰਦੇ ਪਿਓ ਧੀ ਦਾ ਰਿਸ਼ਤਾ, ਮਾਂ ਪੁੱਤ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ, ਇਹ ਰਿਸ਼ਤੇ ਖਤਮ ਹੋ ਕੇ ਸਿਰਫ ਪੈਸੇ ਤੱਕ, ਦੇਹ ਸੁੱਖ ਤੱਕ, ਇੱਥੋਂ ਤੱਕ ਹੀ ਰਹਿ ਜਾਣਗੇ। ਹੋਰ ਕੋਈ ਰਿਸ਼ਤਾ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੋਊਗਾ। ਤੇ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਕਿ ਸਕੇ ਰਿਸ਼ਤੇ ਜਾਂ ਚਾਚੇ ਤਾਇਆਂ ਦੇ ਰਿਸ਼ਤੇ ਦੇ ਵਿੱਚ ਵੀ ਕਿੰਨਾ ਕੁਛ ਗਲਤ ਕੰਮ ਕਰਦੇ ਪਏ। ਤੇ ਵੇਖੋ ਕਹਿੰਦੇ ਇੱਥੋਂ ਤੱਕ ਰਿਸ਼ਤਾ ਖਤਮ ਹੋ ਜਾਣਾ, ਮਾਂ ਪੁੱਤ ਦਾ ਰਿਸ਼ਤਾ ਨਹੀਂ ਰਹਿਣਾ, ਪਿਓ ਧੀ ਦਾ ਰਿਸ਼ਤਾ ਨਹੀਂ ਰਹਿਣਾ, ਤੇ ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ। ਇਹ ਕਲਯੁਗ ਦੇ ਲੱਛਣ ਨੇ। ਤੇ ਦੇਖੋ ਜਦੋਂ ਇੰਨੀ ਪਰਲੋ ਮੱਚ ਜਾਂਦੀ ਹੈ, ਕੋਈ ਕਿਵੇਂ ਨਾਮ ਜਪੇਗਾ? ਇੰਨੀ ਹੈਵਾਨੀਅਤ, ਇੰਨਾ ਕ੍ਰੋਧ, ਇੰਨਾ ਵਿਕਾਰ ਵੀ ਇਹ ਰਿਸ਼ਤੇ ਜਿਹੜੇ ਨੇ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਖਮਾਉਨੇ ਆ, ਖਾਂਦੇ ਆ, ਪਰਿਵਾਰ ਬਣ ਕੇ ਰਹਿੰਦਾ ਹੈ, ਇਹ ਹੀ ਖਤਮ ਹੋ ਜਾਣੇ। ਤੇ ਫਿਰ ਮਹਾਰਾਜ ਕਹਿੰਦੇ ਸ਼ੰਕਰ ਵਰਨ ਪ੍ਰਜਾ ਸਭ ਹੋਈ, ਏਕ ਗਿਆਤ ਕੋ ਰਹਾ ਨਾ ਕੋਈ, ਅਤ ਵਿਚਾਰ ਫਸੀ ਬਰਨਾਰੀ, ਧਰਮ ਰੀਤ ਕੀ ਪ੍ਰੀਤ ਵਿਸਾਰੀ। ਕਹਿੰਦੇ ਇੰਨਾ ਤਮੋ ਗੁਣ ਫੈਲ ਜਾਣਾ ਹੈ ਕਿ ਇੱਕ ਮਤ ਨਹੀਂ ਕਿਸੇ ਦੀ ਰਹਿਣੀ। ਇੱਕ ਪਰਿਵਾਰ ਦੇ ਵਿੱਚ ਜੇਕਰ ਆਪਾਂ ਜੇ ਮੰਨੀਏ ਕਿ 5 ਮੈਂਬਰ ਹੋਣਗੇ, 5 ਦੇ ਅਲੱਗ-ਅਲੱਗ ਵਿਚਾਰ ਤੇ ਅਲੱਗ-ਅਲੱਗ ਧਰਮ ਹੋਣਗੇ। ਅਲੱਗ-ਅਲੱਗ ਧਰਮ ਕੀ 5 ਅਲੱਗ ਵਿਚਾਰਧਾਰਾ ਦੇ ਹੋਣਗੇ। ਜੇਕਰ ਉਹ ਵਪਾਰ ਕਰਨਗੇ ਤਾਂ ਵਪਾਰ ਦੇ ਅਲੱਗ ਵਿਚਾਰ ਹੋਣਗੇ। ਇੱਕ ਕਾਮ ਕਰਨਗੇ ਤੇ ਕਾਮ ਨੂੰ ਲੈ ਕੇ ਅਲੱਗ ਵਿਚਾਰ ਹੋਣਗੇ। ਜੇ ਕੋਈ ਧਰਮ ਨਾਲ ਜੁੜਨਾ ਵੀ ਚਾਹੇਗਾ ਤੇ ਉਹ ਵੀ ਕੋਈ ਕਹੇਗਾ ਮੈਂ ਦੇਵਤੇ ਨੂੰ ਮੰਨਣਾ ਹੈ, ਕੋਈ ਕਹੇਗਾ ਮੈਂ ਸੰਤ ਨੂੰ ਮੰਨਣਾ ਹੈ, ਕੋਈ ਕਹੇਗਾ ਮੈਂ ਪੱਥਰ ਨੂੰ ਮੰਨਣਾ ਹੈ, ਕੋਈ ਕਹੇਗਾ ਮੈਂ ਕੁਰਾਨ ਨੂੰ ਮੰਨਣਾ ਹੈ। ਕਹਿੰਦੇ ਇੱਕ ਮਤ ਮਿਲ ਕੇ ਨਹੀਂ ਚੱਲਣਗੇ। ਤੇ ਕਹਿੰਦੇ ਜਿਹੜੀਆਂ ਅਤ ਵਿਚਾਰ ਫਸੀ ਬਰ ਨਾਰੀ, ਕਹਿੰਦੇ ਕੋਈ ਵਿਰਲੀ ਨਾਰੀ ਰਹਿ ਜਾਏਗੀ ਜਿਹੜੀ ਜਤੀ ਹੋਵੇਗੀ, ਨਹੀਂ ਤਾਂ ਸਾਰੀਆਂ ਨਾਰੀਆਂ ਜਿਹੜੀਆਂ ਨੇ ਉਹ ਆਪਦੀ ਸੁੰਦਰਤਾ ਦਾ ਮਾਣ ਕਰਕੇ ਲਗਭਗ ਜਿਹੜੀਆਂ ਨੇ ਆਪ ਦਾ ਆਚਾਰ ਵਿਚਾਰ ਨੂੰ ਤਿਆਗ ਕਰਕੇ ਤੇ ਕਾਮ ਦੇ ਵੱਲ ਪ੍ਰੇਰਿਤ ਹੋ ਜਾਣਗੀਆਂ। ਕਹਿੰਦੇ ਘਰ ਘਰ ਝੂਠ ਅਮੱਸਿਆ ਪਈ, ਸਾਚ ਕਲਾ ਸਸ ਕੀ ਦੂਰ ਗਈ, ਜਹ ਤਹ ਹੋਣ ਲੱਗੇ ਉਤਪਾਤਾ, ਭੋਗਤ ਪੂਜ ਸੇਤ ਚੜ ਜਾਤਾ। ਤੇ ਕਹਿੰਦੇ ਘਰ ਦੇ ਵਿੱਚ ਇੰਨਾ ਮੱਸਿਆ ਦਾ ਹਨੇਰਾ, ਝੂਠ ਦਾ ਹਨੇਰਾ ਇਹ ਛਾ ਜਾਏਗਾ ਕਿ ਕਾਮ ਦੀ ਪੂਰਤੀ ਕਰਨ ਵਾਸਤੇ ਜੇਕਰ ਬੱਚੇ ਨੂੰ ਕੋਈ ਹੋਰ ਥਾਂ ਨਾ ਮਿਲੇਗੀ ਤੇ ਕਹਿੰਦੇ ਉਹ ਆਪਦੀ ਮਾਂ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਤਿਆਗ ਕਰ ਦੇਗਾ। ਇੱਥੋਂ ਤੱਕ ਪਹੁੰਚ ਜਾਣਾ ਇਹ ਕੰਮ। ਕਹਿੰਦੇ ਢੂੰਡਤ ਸਾਚ ਨੇ ਕਤਹੂ ਪਾਇਆ, ਝੂਠੀ ਸੰਗ ਸਭੋ ਚਿਤ ਲਾਇਆ, ਭਿੰਨ ਭਿੰਨ ਗ੍ਰਹਿ ਗ੍ਰਹਿ ਮਤ ਹੋਈ, ਸ਼ਾਸਤਰ ਸਿਮਰਤ ਛੂਏ ਨਾ ਕੋਈ। ਕਹਿੰਦੇ ਲੱਭਿਆ ਨਹੀਂ ਸੱਚ ਲੱਭਣਾ ਕਿਤੇ ਵੀ। ਜੇ ਤੁਸੀਂ ਕਹੋਗੇ ਨਾ ਵੀ ਕਿਤੋਂ ਸੱਚ ਦਾ ਕੋਈ ਆਵਾਜ਼ ਆ ਜਾਵੇ, ਉਹ ਗੁਰਮੰਤਰ ਦੀ ਆਵਾਜ਼ ਆ ਜਾਵੇ, ਕੋਈ ਸੱਚ ਅਕਾਲ ਪੁਰਖ ਦੀ ਗੱਲ ਆ ਜਾਵੇ, ਕਹਿੰਦੇ ਲੱਭਿਆ ਨਹੀਂ ਸੱਚ ਲੱਭਣਾ। ਇੰਨਾ ਤਮੋ ਗੁਣ ਪ੍ਰੇਰਿਤ ਹੋ ਜਾਏਗਾ। ਭਿੰਨ ਭਿੰਨ ਗ੍ਰਹਿ ਗ੍ਰਹਿ ਮਤ ਹੋਈ, ਹਰ ਇੱਕ ਘਰ ਦੇ ਵਿੱਚ ਵੱਖਰਾ ਵੱਖਰਾ ਮਤ ਹੋਵੇਗਾ, ਇੱਕ ਇੱਕ ਬੰਦੇ ਦੇ ਵਿੱਚ ਵੱਖਰਾ ਵੱਖਰਾ ਮਤ ਹੋਏਗਾ। ਤੇ ਸ਼ਾਸਤਰ ਸਿਮਰਤ ਨੂੰ ਕਹਿੰਦੇ ਵੇਖਣ ਦੀ ਤਾਂ ਦੂਰ ਦੀ ਗੱਲ, ਇਹਨਾਂ ਨੂੰ ਕਿਸੇ ਨੇ ਇਹਨਾਂ ਦੇ ਪਾਸੇ ਮੂੰਹ ਵੀ ਨਹੀਂ ਮੋੜਨਾ, ਛੂਹਿਆ ਨਹੀਂ ਇਹ ਲੱਭਣੇ ਵੀ ਇਹ ਗਏ ਕਿੱਥੇ। ਜਿਹੜੇ ਅੱਜ ਤਾਂ ਚਲੋ ਫਿਰ ਵੀ ਦੇਖੋ ਕਿੰਨਾ ਚੰਗਾ ਸਮਾਂ ਹੈ, ਵੀ ਕਿੰਨਾ ਭਿਅੰਕਰ ਅੱਗੇ ਸਮਾਂ ਆ ਜਾਊਗਾ। ਕਹਿੰਦੇ ਹਿੰਦਵ ਕੋਈ ਨਾ ਤੁਰਕਾ ਰਹਿ ਹੈ, ਭਿੰਨ ਭਿੰਨ ਘਰ ਘਰ ਮਤ ਮਤ ਗਏ ਹੈ, ਏਕ ਏਕ ਕੇ ਪੰਥ ਨਾ ਚਲ ਹੈ, ਏਕ ਏਕ ਕੀ ਬਾਤ ਉਤਲ ਹੈ। ਕਹਿੰਦੇ ਜਿਹੜਾ ਇਹ ਹਿੰਦੂ ਨੇ ਜਾਂ ਮੁਸਲਮਾਨ ਅੱਜ ਤਾਂ ਅਸੀਂ ਕਹਾਉਂਦੇ ਆ, ਕੋਈ ਕਹਿੰਦਾ ਹਿੰਦੂ ਹੈ ਕੋਈ ਮੁਸਲਮਾਨ, ਕਹਿੰਦੇ ਇਹ ਸਭ ਧਰਮ ਖਤਮ ਹੋ ਜਾਏਗਾ। ਨਾ ਕੋਈ ਹਿੰਦੂ ਹੋਵੇਗਾ ਨਾ ਮੁਸਲਮਾਨ, ਬਸ ਇਸ ਤਰੀਕੇ ਦਾ ਮਾਹੌਲ ਬਣੇਗਾ ਜਿਹਨੂੰ ਆਪਾਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਦੱਸਿਆ, ਗੁਰਬਾਣੀ ਦੇ ਵਿੱਚ ਉਹਨਾਂ ਦੱਸਿਆ ਨਾ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਧਰਮ ਨਹੀਂ ਕਿਸੇ ਦਾ ਰਹਿਣਾ। ਇੰਨੀ ਕੁ ਅਧਰਮਤਾ ਦੇ ਵਿੱਚ ਆ ਕੇ ਸਾਰੇ ਆਪੋ ਆਪ ਦੀ ਜਿਹੜੀ ਆ ਆਜ਼ਾਦੀ ਨੂੰ ਮਾਣਦੇ ਹੋਏ, ਕੂੜ ਦੀ ਆਜ਼ਾਦੀ ਨੂੰ ਮਾਣਦੇ ਹੋਏ ਤੇ ਭਿਅੰਕਰ ਹੋ ਕੇ ਰੂਪ ਦੇ ਵਿੱਚ ਫਿਰਨਗੇ। ਨਾ ਕੋ ਆਪਦੇ ਆਪ ਨੂੰ ਹਿੰਦੂ ਕਹਾਏਗਾ, ਨਾ ਮੁਸਲਮਾਨ ਕਹਾਏਗਾ। ਜਿਵੇਂ ਦਾ ਅੱਜ ਕੱਲ੍ਹ ਇਹ ਪ੍ਰਚਾਰ ਚੱਲ ਪਿਆ ਨਾ, ਹੁਣ ਆਪਾਂ ਵੀ ਆਮ ਦੇਖਦੇ ਹਾਂ, ਵਰਨ ਜਾਤ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਨਹੀਂ ਰਿਹਾ। ਲੜਕੀਆਂ ਆਪਾਂ ਦੇਖਦੇ ਹਾਂ, ਲੜਕੀਆਂ ਲੜਕੇ ਬਣ ਰਹੀਆਂ ਨੇ, ਟਰਾਂਸਜੈਂਡਰ ਲੜਕੇ ਲੜਕੀਆਂ ਬਣ ਰਹੇ ਨੇ, ਲੜਕੇ ਲੜਕੇ ਆਪਸ 'ਚ ਵਿਆਹ ਕਰਾ ਰਹੇ ਨੇ, ਲੜਕੀਆਂ ਲੜਕੀਆਂ ਆਪਸ ਦੇ ਵਿੱਚ ਵਿਆਹ ਕਰਾਉਂਦੀਆਂ ਪਈਆਂ ਨੇ। ਜਾਂ ਪਹਿਲੋਂ ਫਿਰ ਕੋਈ ਇਹ ਹੁੰਦਾ ਸੀਗਾ ਵੀ ਸਮਾਜ ਹੁੰਦਾ ਸੀ, ਰਿਸ਼ਤੇਦਾਰੀ ਭੈਣ ਭਾਈ ਨੂੰ ਦੇਖ ਕੇ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਸੀਗੀਆਂ। ਅੱਜ ਦੇਖ ਲਓ ਕੋਈ ਇੰਟਰਕਾਸਟ ਨਹੀਂ, ਕੋਈ ਕੁਛ ਨਹੀਂ। ਇੱਕ ਪਾਸੋਂ ਤਾਂ ਅਸੀਂ ਕਹਿ ਰਹੇ ਹਾਂ ਵੀ ਇਹ ਏਕਤਾ ਆ ਰਹੀ ਹੈ ਜੀ, ਇਹ ਬਰਾਬਰਤਾ ਹੋ ਰਹੀ ਹੈ, ਪਰ ਇਹ ਸਾਰਾ ਹੋ ਰਿਹਾ ਵਿਕਾਰਾਂ ਦੇ ਵੱਸ ਹੋ ਕੇ। ਠੀਕ ਹੈ, ਕੋਈ ਜਾਤ ਪਾਤ ਤਾਂ ਨਹੀਂ ਹੁੰਦੀ,
ਪਰ ਇਸ ਟਾਈਮ ਜੋ ਇਹ ਇੱਕ ਦੂਜੇ ਦੇ ਨਾਲ ਇਹ ਮੇਲ ਮਿਲਾਪ ਕੀਤੇ ਜਾ ਰਹੇ ਨੇ, ਇਹਦਾ ਵਿਸ਼ਾ ਜਾਤ ਪਾਤ ਨਹੀਂ, ਅੰਦਰ ਵਿਕਾਰ ਹੀ ਇੰਨੇ ਵੱਧ ਗਏ ਨੇ ਵੀ ਅੱਗੋਂ ਕਾਮ ਦੇ ਨਸ਼ੇ ਦੇ ਵਿੱਚ, ਲੋਭ ਦੇ ਨਸ਼ੇ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ, ਬਸ ਸਭ ਆਪੋ ਆਪ ਦੀ ਜਿੱਥੋਂ ਤੱਕ ਚੱਲਦੀ ਹੈ ਸਭ ਚਲਾਈ ਜਾ ਰਹੇ ਆ। ਸੋ ਫਿਰ ਮਹਾਰਾਜ ਨੇ ਹੋਰ ਕੀ ਕਹਿੰਦੇ ਆ, ਤੇ ਧਰਮ ਬਾਰੇ ਉਹਨਾਂ ਨੇ ਕੀ ਦੱਸਿਆ ਕਿ ਧਰਮ ਕਿਵੇਂ ਦਾ ਹੋ ਜਾਏਗਾ। ਕਹਿੰਦੇ ਭਿੰਨ ਭਿੰਨ ਘਰ ਘਰ ਮਤੋ ਏਕ ਨਾ ਚੱਲ ਕੋਏ, ਪਾਪ ਪ੍ਰਚਰ ਜਹ ਤਹ ਭਇਓ ਧਰਮ ਨੈ ਕਤਹੂ ਹੋਏ। ਕਹਿੰਦੇ ਹਰ ਇੱਕ ਘਰ ਦਾ ਆਪ ਦਾ ਧਰਮ ਹੋਊਗਾ। ਮਤਲਬ ਹੁਣ ਤਾਂ ਆਪਾਂ ਫਿਰ ਕਹਿ ਦਿੰਦਾ ਕੋਈ ਵੀ ਮੈਂ ਸਿੱਖ ਆ, ਕੋਈ ਹਿੰਦੂ ਆ, ਕੋਈ ਕਹਿ ਦਿੰਦਾ ਕਿ ਅਸੀਂ ਬੇਦੀ ਆ ਜੀ, ਕੋਈ ਕਹਿ ਦਿੰਦਾ ਜੀ ਅਸੀਂ ਪੰਜਾਬੀ ਆ ਜੀ, ਕੋਈ ਹਿੰਦੀ ਆ ਜੀ। ਪਰ ਕਹਿੰਦੇ ਨਹੀਂ, ਹਰ ਇੱਕ ਘਰ ਦੇ ਵਿੱਚ ਇੱਕ ਅਲੱਗ-ਅਲੱਗ ਮਤ ਹੋਏਗਾ। ਜਿਵੇਂ ਇੱਕ ਕਹੇਗਾ ਮੈਂ ਸ਼ਿਵ ਜੀ ਨੂੰ ਪੂਜਣਾ, ਦੂਜਾ ਕਹੇਗਾ ਮੈਂ ਬ੍ਰਹਮੇ ਨੂੰ ਪੂਜਣਾ, ਇੱਕੋ ਪਰਿਵਾਰ 'ਚ ਹੀ। ਤੀਜਾ ਕਹਿ ਦੇਗਾ ਜੀ ਨਹੀਂ ਮੈਂ ਤਾਂ ਗੁਰੂ ਨਾਨਕ ਸਾਹਿਬ ਨੂੰ ਪੂਜਣਾ, ਚੌਥਾ ਕਹੇਗਾ ਮੈਂ ਤਾਂ ਕੁਰਾਨ ਨੂੰ ਪੂਜਣਾ। ਇੱਕੋ ਹੀ ਘਰ ਦੇ ਵਿੱਚ ਵੀ ਤੁਸੀਂ ਇਹ ਲਾ ਲਓ ਵੀ ਇੱਕ ਦੁਨਿਆਵੀ ਤੌਰ ਤੇ ਗੱਲ ਹੈ, ਇੱਕ ਹਿੰਦੂ ਹੋਵੇ, ਇੱਕ ਮੁਸਲਮਾਨ ਹੋਵੇ, ਇੱਕ ਸਿੱਖ ਹੋਵੇ, ਇੱਕ ਈਸਾਈ ਹੋਵੇ, ਇੱਕ ਜੈਨੀ ਹੋਵੇ, ਇਹਨਾਂ ਪੰਜਾਂ ਨੂੰ ਮਿਲਾ ਕੇ ਇੱਕ ਪਰਿਵਾਰ ਦੇ ਵਿੱਚ ਪਾ ਦਿਓ, ਸਭ ਆਪੋ ਆਪ ਦੀ ਚਲਾਉਣਗੇ। ਕਹਿੰਦੇ ਐਂਡ ਬੈਂਡ ਫਿਰੇ ਸਭੈ ਸਿਰ ਏਕ ਏਕ ਨੈ ਨਿਆਏ ਹੈ, ਪੁੰਨ और नए नए मत मास मास उचाएंगे, देव पितरन पीर को नहीं भूल पूजन जाएंगे। ਕਹਿੰਦੇ ਐਸਾ ਸਮਾਂ ਆ ਜਾਏਗਾ ਕਿ ਪਾਪ ਜਿਹੜਾ ਹੈ, ਪੁੰਨ ਜਿਹੜਾ ਹੈ, ਉਹਨੂੰ ਚਲਾਉਣ ਦੇ ਲਈ ਜਿਹੜਾ ਧਰਮ ਚੱਲੂਗਾ ਉਹ 1 ਮਹੀਨੇ ਦਾ ਧਰਮ ਚੱਲਿਆ ਕਰੇਗਾ। 1 ਮਹੀਨੇ ਧਰਮ ਚੱਲੇਗਾ ਤੇ ਅਗਲੇ ਮਹੀਨੇ ਫਿਰ ਕੋਈ ਨਵਾਂ, ਜਿਵੇਂ ਕੋਈ ਇੱਕ ਬਾਬਾ ਜੀ ਲੱਭੇ, 1 ਮਹੀਨਾ ਉਹਦੇ ਨਾਲ ਜੁੜੇ, ਕਿਸੇ ਇੱਕ ਮਤ ਨੂੰ ਧਾਰਨ ਕੀਤਾ ਤੇ 1 ਮਹੀਨਾ ਉਹਦੇ ਨਾਲ ਜੁੜੇ, ਤੇ ਜਦੋਂ 1 ਮਹੀਨੇ ਤੋਂ ਬਾਅਦ ਫਿਰ ਦੇਖਣਗੇ ਵੀ ਨਹੀਂ ਕੋਈ ਗੱਲ ਨਹੀਂ ਬਣੀ, ਤੇ ਫਿਰ ਉਸ ਤੋਂ ਬਾਅਦ ਉਹਦੇ ਤੋਂ ਪਿੱਛੇ ਹਟ ਜਾਣਗੇ। ਸਿਰਫ 1 ਮਹੀਨਾ ਇੱਕ ਧਰਮ ਚੱਲਿਆ ਕਰੇਗਾ, ਜਿਹਨੂੰ ਕਹਿੰਦੇ ਏਕ ਮਾਸ ਦੁਮਾਸ ਲੈ ਅਧ ਮਸ ਲੈ ਤੇ ਚਲਾਏਂਗੇ। ਫਿਰ ਕਹਿੰਦੇ ਐਸਾ ਹੋਰ ਕਲਯੁਗ ਆ ਜਾਏਗਾ ਵੀ ਧਰਮ ਨੂੰ ਅਪਣਾਉਣਗੇ। ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਨਾ ਜੀ, ਮੈਂ ਫਲਾਣੇ ਬਾਬਾ ਜੀ ਦੇ ਕੋਲੋਂ ਵੀ ਪੁੱਛਿਆ ਸੀਗਾ ਜੀ, ਸਾਲ ਕ ਮੈਂ ਉੱਥੇ ਰਿਹਾ, 6 ਮਹੀਨੇ ਮੈਂ ਉੱਥੇ ਲਾਏ ਨੇ, ਹੁਣ ਮੈਂ 6-7 ਬਾਬਿਆਂ ਕੋਲ ਜਾ ਕੇ ਹੁਣ ਮੈਂ ਤੁਹਾਡੇ ਕੋਲ ਆਇਆ, ਤੁਸੀਂ ਦੱਸੋ ਜੀ ਰੱਬ ਕਿਵੇਂ ਮਿਲਿਆ ਜਾਂਦਾ। ਮਤਲਬ ਕੋਈ ਕਮਾਈ ਕਰਕੇ ਰਾਜੀ ਨਹੀਂ ਹੋਵੇਗਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸ਼ਬਦ ਦੀ ਕਮਾਈ ਕਰਵਾਈ ਜਾਂਦੀ, ਸੰਤ ਸਾਧੂ ਗੁਰਮੁਖਾਂ ਦੇ ਨਾਲ ਰਹਿ ਕੇ 12-12 15-15 ਸਾਲ ਉਹਨਾਂ ਤੋਂ ਗਿਆਨ ਲੈ ਕੇ ਸ਼ਬਦ ਦੀ ਕਮਾਈ ਕਰਕੇ ਮਾਲਕ ਦੀ ਖੋਜ ਕੀਤੀ ਜਾਂਦੀ ਸੀ। ਹੁਣ ਨਹੀਂ, ਕਹਿੰਦੇ ਇੰਨਾ ਤਾਂ ਕਿਸੇ ਨੇ ਸਮਾਂ ਦੇਣਾ ਹੀ ਨਹੀਂ। ਅਗਲਾ ਘਰ ਬੈਠਾ ਕਲਾ ਦਾ ਯੁੱਗ ਹੈ, ਅਗਲਾ ਕਹੂਗਾ ਹਾਂਜੀ ਬਾਬਾ ਜੀ ਦੱਸੋ ਰੱਬ ਕਿਵੇਂ ਮਿਲਣਾ ਹੈ। ਅੱਜ ਮੈਨੂੰ ਕਈਆਂ ਦੇ ਫੋਨ ਆਉਂਦੇ ਆ, ਉਹ ਇੱਕ ਜੀ ਗੁਰਮੁਖ ਸਾਨੂੰ ਕਹਿੰਦਾ ਸੀ 1.25 ਮਹੀਨਾ ਇਹਦਾ ਜਾਪ ਕਰ ਲਓ ਜੀ ਤੇ ਰੱਬ ਤੁਹਾਨੂੰ ਮਿਲ ਜਾਏਗਾ। ਇੱਕ ਦਾ ਫੋਨ ਆ 21 ਦਿਨ ਜਾਪ ਕਰ ਲਓ ਜੀ ਤੇ ਰੱਬ ਤੁਹਾਨੂੰ ਮਿਲ ਜਾਏਗਾ। ਮੈਂ ਕਿਹਾ ਇਹ ਰੱਬ ਨਾ ਹੋਗਾ, ਮੈਂ ਕਿਹਾ ਇਹ ਤਾਂ ਆਈਲੈਟਸ ਦਾ ਕੋਰਸ ਹੀ ਹੋ ਗਿਆ ਵੀ ਕਰ ਲਓ ਜੀ ਤੇ 6 ਬੈਂਡ ਆ ਜਾਣਗੇ। ਹਾਂਜੀ, ਕਿ ਕੋਈ PCS ICS ਦਾ ਕੋਰਸ ਆ ਬਈ ਤੁਸੀਂ ਮਨ ਦੀ ਗੱਲ ਆ, ਮਨ ਦੇ ਵਿੱਚ ਪਿਆਰ ਪੈਦਾ ਨਹੀਂ ਹੋਇਆ ਤੇ ਐਵੇਂ 1.5 ਮਹੀਨੇ ਦੇ ਵਿੱਚ ਰੱਬ ਮਿਲਦਾ, ਕੋਈ ਸਾਲਾਂ ਬੱਧੀ ਰੱਬ ਮਿਲਦਾ। ਪਤਾ ਨਹੀਂ ਕਿੰਨੇ ਜਨਮਾਂ ਦੀ ਤੇ ਯੁਗਾਂ ਦਾ ਤਪ ਲੱਗ ਜਾਂਦਾ ਤੇ ਮਾਲਕ ਤਿੱਕਰ ਜਿਹੜਾ ਪਹੁੰਚ ਨਹੀਂ ਹੁੰਦੀ, ਵਿਕਾਰ ਨਹੀਂ ਖਤਮ ਹੁੰਦੇ। ਤੇ ਇਸ ਤਰੀਕੇ ਦੀਆਂ ਕਹਿੰਦੇ ਧਾਰਨਾ ਚੱਲਣਗੀਆਂ। ਪਹਿਲੋਂ ਤਾਂ ਮਹੀਨੇ ਦੇ ਧਰਮ, ਫਿਰ ਮਹੀਨੇ ਤੋਂ ਕਹਿੰਦੇ ਏਕ ਮਾਸ ਦੁਮਾਸ ਲੈ ਅਧ ਮਸ ਲੈ ਤੇ ਚਲਾਏਂਗੇ। ਫਿਰ 15 ਦਿਨੀ ਦਾ ਇੱਕ ਧਰਮ ਚੱਲਿਆ ਕਰੂਗਾ। ਇੰਨੀ ਕੁ ਸੋਚ ਹੋ ਜੂਗੀ, 15 ਕੁ ਦਿਨ ਕੁਛ ਕਰਕੇ ਦੇਖਿਆ ਕਰਨਗੇ ਤੇ 15 ਦਿਨਾਂ ਦੇ ਵਿੱਚ ਜੇ ਕੁਛ ਨਾ ਮਿਲਿਆ ਤੇ ਚਲੋ ਜੀ ਫਿਰ ਅਗਲਾ ਧਰਮ, ਫਿਰ ਨਵਾਂ ਬਾਬਾ ਜੀ ਲੱਭੋ। ਧਰਮ ਦੀ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਦਾ। ਪਹਿਲਾਂ ਤਾਂ ਦੱਸਿਆ ਨਾ ਵੀ ਰਿਸ਼ਤੇ ਕਿਸ ਹੱਦ ਤੱਕ ਖਤਮ ਹੋ ਜਾਣੇ ਆ ਤੇ ਧਰਮ ਐਸ ਹੱਦ ਤੱਕ ਖਤਮ ਹੋ ਜਾਣਾ, ਕੋਈ ਸਿੱਖ, ਕੋਈ ਕ੍ਰਿਸਚਨ, ਕੋਈ ਮਾਸ, ਕੋਈ ਵੇਦ ਪੁਰਾਣ ਸ਼ਾਸਤਰ ਨਹੀਂ, ਬਸ ਕੋਈ ਨਵੀਂ ਜੀ ਆਪਾਂ ਗਿਆਨ ਲੱਭਣਾ, ਨਵੀਂ ਕੋਈ ਚੀਜ਼ ਲੱਭਣੀ ਹੈ, ਕਰਕੇ ਦੇਖਣੀ ਹੈ। ਜੇ ਮਿਲਦਾ ਕੁਛ ਠੀਕ ਹੈ, ਨਹੀਂ ਤਾਂ ਅਗਲਾ ਬਾਬਾ ਲੱਭ ਲਓ। ਬਾਬੇ ਵੀ ਉਵੇਂ ਦੇ, ਸੰਗਤਾਂ ਵੀ ਉਵੇਂ ਦੀਆਂ। ਫਿਰ ਕਹਿੰਦੇ ਵੇਦ ਔਰ ਕਤੇਬ ਕੇ ਦੋਦੂ ਕੇ ਮਤ ਡਾਰ, ਹਿਤ ਆਪਣੇ ਤੇ ਠੌਰ ਭੀਤਰ ਜੰਤਰ ਮੰਤਰ ਉਚਾਰ ਹੈ। ਕਹਿੰਦੇ ਵੇਦ ਕਤੇਬ ਦੀ ਨਹੀਂ ਕੋਈ ਮੰਨੇਗਾ, ਇਹਨਾਂ ਨੂੰ ਆਪ ਦੇ ਵੱਸ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਆਪ ਦੀ ਦੁਕਾਨਦਾਰੀ ਚਲਾਈ ਜਾਏਗੀ। ਨਾਮ ਇਹਨਾਂ ਦਾ ਲੈਣਗੇ ਤੇ ਕਹਾਣੀ ਆਪ ਦੀ ਦੱਸਣਗੇ। ਜਿਵੇਂ ਆਮ ਤੌਰ ਤੇ ਹੀ ਆਪਾਂ ਦੇਖਦੇ ਹਾਂ, ਆਮ ਤੌਰ ਤੇ ਬਾਬੇ ਕੀ ਕਰਦੇ ਆ, ਕਿਉਂਕਿ ਸਾਰਿਆਂ ਨੇ ਗੁਰਬਾਣੀ ਖੋਜੀ ਨਹੀਂ ਹੁੰਦੀ। ਗੁਰਬਾਣੀ ਦਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ, ਗੱਲ ਅੱਗੇ ਆਪਣੀ ਕਹਿ ਜਾਂਦੇ ਆ, ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ, ਫਿਰ ਕਹਾਣੀ ਅਗਲੀ ਆਪ ਦੀ ਕਹਿ ਦਿੰਦੇ ਆ। ਕਿਉਂਕਿ ਹੁਣ ਜੇ ਤਾਂ ਗੁਰਮੁਖਾਂ ਨੇ ਗੁਰਬਾਣੀ ਖੋਜੀ ਹੋਵੇ, ਉਹ ਕਹਿਣਗੇ ਬਾਬਾ ਜੀ ਗੁਰਬਾਣੀ 'ਚ ਕਿੱਥੇ ਲਿਖਿਆ, ਗੱਲ ਆਪ ਦੀ ਕਹਿ ਦੇਣੀ, ਨਾਮ ਗੁਰੂ ਗ੍ਰੰਥ ਸਾਹਿਬ ਦਾ ਲੈ ਦੇਣਾ। ਤੇ ਫਿਰ ਕੀ ਕਹਿੰਦੇ ਆ, ਮੁਖ ਵੇਦ ਔਰ ਕਤੇਬ ਕੇ ਕੋਈ ਨਾਮ ਨਾ ਲੇਵ ਨਾ ਦੇਂਗੇ, ਕਿਸ ਨੂੰ ਕੌਡੀ ਪੁੰਨ ਤੇ ਕਬਹੂ ਨਾ ਕਿਉਂ ਹੀ ਦੇਂਗੇ।
ਕਹਿੰਦੇ ਐਸਾ ਘੋਰ ਸਮਾਂ ਆ ਜਾਏਗਾ ਕਿ ਤੁਸੀਂ ਮੁਖੋਂ ਜੇ ਕੋਈ ਵੇਦ ਸ਼ਾਸਤਰ ਦੀ ਗੱਲ ਕਰੋਗੇ ਜਾਂ ਕੋ ਮੰਤਰ ਉਚਾਰਨ ਕਰੋਗੇ ਜਾਂ ਵਾਹਿਗੁਰੂ ਕਰੋਗੇ ਜਾਂ ਗੁਰਬਾਣੀ ਦਾ ਸ਼ਬਦ, ਕਹਿੰਦੇ ਤੁਹਾਨੂੰ ਕਿਸੇ ਨੇ ਮੁਖੋਂ ਬੋਲਣ ਵੀ ਨਹੀਂ ਦੇਣਾ, ਇੰਨਾ ਅਧਰਮ ਫੈਲ ਜਾਏਗਾ। ਬਿਲਕੁਲ ਤੁਹਾਨੂੰ ਕਹਿਣਗੇ ਵੀ ਨਹੀਂ ਗੁਰਬਾਣੀ ਦੀ ਤਾਂ ਗੱਲ ਕਰਨੀ ਨਹੀਂ, ਆਹ ਸ਼ਬਦ ਦੀ ਤਾਂ ਗੱਲ ਕਰਨੀ ਨਹੀਂ। ਅੱਜ ਵੀ ਆਪਾਂ ਦੇਖਦੇ ਹਾਂ ਵੀ ਜੇ ਕਿਤੇ ਸਾਸ ਗਰਾਸ ਆਪਾਂ ਸਿਮਰਨ ਨਹੀਂ ਕਰਾਉਣਾ ਹੋਵੇ ਨਾ, ਹਜੇ ਵੀ ਉਹ ਇੰਨਾ ਸਮਾਂ ਨਹੀਂ ਬਣਿਆ, ਤੇ ਜੇ ਕਿਸੇ ਗੁਰਦੁਆਰੇ 'ਚ ਸਮਾਂ ਲੈਣਾ ਵੀ ਪੈ ਜੇ ਤੇ ਛੇਤੀ ਕਰਕੇ ਗੁਰਦੁਆਰੇ ਜਾਂ ਮੰਦਿਰ 'ਚ ਕਿਸੇ ਮਸਜਿਦ ਕਿਤੇ ਸਮਾਂ ਨਹੀਂ ਮਿਲਦਾ, ਨਹੀਂ ਸਾਸ ਗਰਾਸ ਸਿਮਰਨ ਨਹੀਂ ਕਰਾਉਣਾ। ਉਹ ਕੀ ਹੁੰਦਾ ਹੈ? ਤਾਂ ਜੋਗ ਮਤ ਹੈ ਜੀ। ਹਾਲਾਂਕਿ ਸਾਰੀ ਗੁਰਬਾਣੀ ਦੇ ਵਿੱਚ ਲਿਖਿਆ ਪਿਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਜਾਂ ਅਸੀਂ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹੀਏ ਤੇ ਕਿੰਨਾ ਸਿਮਰਨ ਦਾ ਦੱਸਿਆ ਹੋਇਆ, ਕਿੰਨੀਆਂ ਜੁਗਤੀਆਂ ਵਿਧੀਆਂ ਸਿਮਰਨ ਕਰਨੀਆਂ ਦੱਸੀਆਂ ਨੇ। ਪਰ ਸਿਮਰਨ ਜੇਕਰ ਕਰਾਉਣ ਦੀ ਗੱਲ ਕਰੀਏ ਤੇ ਸਮਾਂ ਹੀ ਨਹੀਂ ਮਿਲਦਾ, ਤੇ ਉਹ ਕੀ ਹੈ ਵੀ ਕਰਨਾ ਹੀ ਨਹੀਂ। ਤੇ ਕਹਿੰਦੇ ਸਿਮਰਨ ਦੀ ਤਾਂ ਗੱਲ ਵੀ ਜਿਹੜਾ ਗੁਰਬਾਣੀ ਵੇਦ ਸ਼ਾਸਤਰਾਂ ਦੇ ਮੰਤਰ ਨੇ ਇਹਨਾਂ ਨੂੰ ਵੀ ਕਿਸੇ ਨੇ ਬੋਲਣ ਦਾ ਸਮਾਂ ਨਹੀਂ ਦੇਣਾ, ਇੰਨੀ ਅਪਵਿੱਤਰਤਾ ਫੈਲ ਜਾਏਗੀ। ਫਿਰ ਕਹਿੰਦੇ ਏਕ ਨੇਕ ਉਠਾਏ ਕੈ ਮਤ ਭਿੰਨ ਭਿੰਨ ਦਿਨੰ ਦਿਨਾ ਫੋਕਟੇ ਧਰਮੰਗ ਸਭੈ ਕਲ ਕੇਵਲੰ ਪ੍ਰਵਣ ਬਿਨਾ। ਏਕ ਦਿਵਸ ਚਲੇ ਕਉ ਮਤ ਦੋਏ ਦੋਸ ਚਲਾਏਂਗੇ ਨਿਰਪਜੋਰ ਕਰੋਰ ਕੈ ਦਿਨ ਤੀਸਰੇ ਮਿਟ ਜਾਏਂਗੇ। ਫਿਰ ਕਹਿੰਦੇ 15 ਦਿਨੀ ਤੋਂ ਬਾਅਦ ਐਸਾ ਸਮਾਂ ਆ ਜਾਏਗਾ, ਹਫਤਾ ਕੀ ਕੋਈ ਲਹਿਰ ਚੱਲਿਆ ਕਰੂਗੀ, ਹਫਤਾ ਕਿਸੇ ਗਿਆਨ ਨੂੰ ਧਾਰਨ ਕੀਤਾ, ਜਿਵੇਂ ਕਿਸੇ ਤੋਂ ਸੁਣਿਆ ਹਫਤਾ ਕੀਤਾ ਉੱਥੇ, ਫਿਰ ਹਫਤੇ ਤੋਂ ਕਹਿੰਦੇ 2-3 ਦਿਨਾਂ ਦਾ ਹੀ ਧਰਮ ਇੰਨਾ ਖਤਮ ਹੋ ਜਾਊਗਾ, ਇੰਨੀ ਚੰਚਲਤਾ ਮਨ ਦੇ ਵਿੱਚ ਆ ਜਾਊਗੀ। 2 ਜਾਂ 3 ਦਿਨ ਕਿਸੇ ਦੀ ਗੱਲ ਸੁਣੀ ਮੰਨੀ, ਠੀਕ ਹੈ, ਤੇ ਬਸ ਫਿਰ ਅਗਲੇ ਬੰਨੇ ਫਿਰ 2-4 ਦਿਨ ਕੁਛ ਕਰਕੇ ਦੇਖਿਆ, ਫਿਰ ਛੱਡ ਦਿੱਤਾ, ਫਿਰ 2-4 ਦਿਨ ਵੀ ਮਾਲਕ ਲਈ ਕੋਈ ਸਮਾਂ ਨਹੀਂ ਕੱਢੇਗਾ। ਅੱਜ ਵੀ ਆਪਾਂ ਦੇਖਦੇ ਹਾਂ, ਜਿਵੇਂ ਹੁਣ ਆਪਾਂ ਆਪਣੀ ਕੱਥ ਦੀ ਵਿਚਾਰ ਆ, ਇਹ ਇੰਟਰਨੈਟ ਤੇ ਗੁਰਮੁਖ WhatsApp ਤੇ ਵੀ ਪਾਉਂਦੇ ਆ, YouTube ਤੇ ਵੀ ਪਾਉਂਦੇ ਆ। ਜਿਵੇਂ ਹੁਣ ਆਪਾਂ ਦੇਖੀਏ ਨਾ ਵੀ WhatsApp ਜੇ ਆਪਣਾ 500-700 ਨੰਬਰ ਆ, ਜੇ ਵੇਖੀਏ ਨਾ ਇਹਦੇ ਚ ਸੁਣਨ ਵਾਲੇ ਕਿੰਨੇ ਆ, ਜਦੋਂ ਨਵੀਂ ਚੱਲਦੀ ਆ ਜਾਂ YouTube ਤੇ ਜਾਂ ਕਿਤੇ ਵੀ, ਤੇ ਸੁਣਨ ਵਾਲੇ ਬਹੁਤ ਹੁੰਦੇ ਆ। ਫਿਰ ਹੌਲੀ ਹੌਲੀ ਨਹੀਂ ਜੀ ਗੱਲਾਂ ਤਾਂ ਉਹੀ ਨੇ, ਉਹੀ ਬਾਤ ਹੈ ਜੀ, ਉਹੀ ਕਥਾ ਹੈ ਜੀ, ਤੇ ਸੁਣਨ ਵਾਲੇ ਮੇਰੇ ਹਿਸਾਬ ਨਾਲ 500-700 ਦੇ ਵਿੱਚੋਂ ਜ਼ੋਰ ਮਾਰ ਕੇ ਕੋਈ 150-200 ਹੀ ਹੋਣਗੇ। ਕੋਈ ਨਹੀਂ ਸੁਣਦਾ, ਕਿਉਂ? ਬਸ ਉਹੀ ਚੀਜ਼ ਤਾਂ ਆਉਂਦੀ ਪਈ ਆ ਵੀ ਸਾਲ ਤੋਂ 6 ਮਹੀਨਿਆਂ ਦਾ ਧਰਮ, 6 ਤੋਂ 3 ਦਾ, 3 ਤੋਂ ਮਹੀਨੇ ਦਾ ਮਾਰੇ ਕਹਿੰਦੇ, ਫਿਰ 15 ਦਿਨੀ ਆਨੰਦ ਜਾਇਆ ਕਰੂਗਾ, ਜੋਸ਼ ਉੱਠਿਆ ਕਰੂਗਾ, ਫਿਰ 37 ਦਿਨੀ, ਫਿਰ 3 ਦਿਨੀ, ਤੇ ਫਿਰ ਅੱਗੇ ਤੇ ਕੀ ਕਹਿੰਦੇ ਪਏ ਆ ਮਹਾਰਾਜ? ਕਹਿੰਦੇ ਆ ਏਕ ਦਿਵਸ ਚਲੇ ਕੋ ਮਤ, ਨਹੀਂ ਗੁਰਬਾਣੀ ਦੇ ਵਿੱਚ ਦੱਸਦੇ ਪਏ ਆ ਏਕ ਨੇਕ ਉਠਾਏ ਕੇ ਮਤ ਭਿੰਨ ਭਿੰਨ ਦਿਨ ਦਿਨਾਂ ਨੂੰ। ਕਹਿੰਦੇ ਫਿਰ ਰੋਜ਼ ਦਾ ਨਵਾਂ ਧਰਮ ਤੇ ਰੋਜ਼ ਦੀ ਨਵੀਂ ਬਾਤ, ਗਿਆਨ ਧਿਆਨ ਓਟ ਆਸਰਾ ਵਿਸ਼ਵਾਸ ਤਾਂ ਰਹਿ ਹੀ ਨਹੀਂ ਜਾਣਾ। ਨਿਤ ਨਿਤ ਜਿਵੇਂ ਕੋ ਰੱਬ ਬਾਰੇ ਦੱਸੂਗਾ, ਬਸ ਉਵੇਂ ਨੇ ਉਹਨਾਂ ਕ ਮੰਨ ਲਿਆ ਤੇ ਉਹਨਾਂ ਕ ਕਹਿਤਾ। ਤੇ ਕਿਉਂ? ਸਿਰਫ ਕਰਮ ਵਾਸਤੇ ਹੀ ਕਰਨਗੇ, ਇਹ ਨਹੀਂ ਕਿ ਮਾਲਕ ਦੀ ਪ੍ਰਾਪਤੀ ਵਾਸਤੇ ਕਰਨਗੇ। ਫਿਰ ਕੀ ਕਹਿੰਦੇ? ਧਰਮ ਛਤਰ ਉਤਾਰ ਕੇ ਰਨ ਛੋਰ ਛਤਰੀ ਭਾਜ ਹੈ ਸੂਦਰ ਬੈਸ ਜਹਾਂ ਤਹਾਂ ਗਹਿ ਅਸਤਰ ਆਵਹ ਗਾਜ ਹੈ। ਬ੍ਰਾਹਮਣ ਆਪਦੀ ਬ੍ਰਾਹਮਣਗਿਰੀ ਛੱਡ ਜਾਊਗਾ, ਛਤਰੀ ਜਿਹੜਾ ਹੈ ਜਿੰਨੇ ਰੱਖਿਆ ਕਰਨੀ ਆ ਆਪਦੇ ਤਨ ਦੀ ਵੀ ਬਾਹਰ ਦੀ ਵੀ, ਉਹ ਛਤਰੀਪੁਣਾ ਛੱਡ ਕੇ ਸ਼ੂਦਰ ਬਿਰਤੀ ਦੇ ਸਾਰੇ ਹੋ ਜਾਣਗੇ। ਸ਼ੂਦਰ ਬਿਰਤੀ ਤੋਂ ਭਾਵ ਕਿ ਜਿਵੇਂ ਸ਼ੂਦਰ ਬਿਰਤੀ ਦਾ ਕੰਮ ਹੁੰਦਾ ਸੀ ਸਮਾਜ ਦੇ ਵਿੱਚ, ਜੋ ਨੌਕਰੀ ਦਾ ਕੰਮ ਹੁੰਦਾ ਸੀ ਜਾਂ ਗੰਦਗੀ ਦਾ ਕੰਮ ਹੁੰਦਾ ਸੀ, ਜਾਂ ਜੋ ਲੋਕਾਂ ਦੀ ਜਾ ਕੇ ਨੌਕਰੀ ਕਰਨੀ, ਜਾਂ ਭਾਂਡੇ ਮਾਂਜਣੇ, ਨਾਲੀਆਂ ਸਾਫ਼ ਕਰਨੀਆਂ, ਜਾਂ ਪਸ਼ੂਆਂ ਨੂੰ ਪਾਲਣਾ, ਇਵੇਂ ਦੇ ਕੰਮ ਕਹਿੰਦੇ ਇਸ ਨੀਚ ਬਿਰਤੀ ਦੇ ਨੂੰ ਜਿਹੜਾ ਆ ਉੱਪਰ ਲਿਆ ਕੇ ਬਿਠਾ ਦਿੱਤਾ ਜਾਊਗਾ, ਜਿਹਨੂੰ ਕਹਿੰਦੇ ਆ ਨਾ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ। ਬਿਰਤੀ ਹੋਵੇਗੀ ਕੁੱਤਿਆਂ ਵਾਲੀ ਤੇ ਬਿਠਾ ਦਿੱਤਾ ਜਾਵੇਗਾ ਰਾਜ ਤੇ। ਇਸ ਤਰੀਕੇ ਦੇ ਰਾਜੇ ਹੋਣਗੇ ਵੀ ਜੇ ਹੁਣ ਕੁੱਤੇ ਨੂੰ ਬਿਠਾ ਵੀ ਦਈਏ ਤੇ ਉਹਨੇ ਚੱਕੀ ਚੱਟਣੀ ਆ ਨਾ, ਜਿਹਨੂੰ ਕਹਿੰਦੇ ਕਰਨੀ ਕੁੱਤਾ ਦਰ ਫਰਮਾਨ। ਜਿਹੜੇ ਰਾਜੇ ਹੋਣਗੇ ਕਰਨੀ ਉਹਨਾਂ ਦੀ ਕੁੱਤਿਆਂ ਵਾਲੀ ਹੋਊਗੀ, ਕਸਾਈ ਹੋਣਗੇ, ਬਿਰਤੀ ਉਹਨਾਂ ਦੀ ਸ਼ੂਦਰਾਂ ਵਾਲੀ ਹੋਊਗੀ, ਨੀਚ ਹੋਊਗੀ, ਪਰ ਅਹੁਦੇ ਉਹਨਾਂ ਨੂੰ ਉੱਚੇ ਦੇ ਦਿੱਤੇ ਜਾਣਗੇ। ਕਹਿੰਦੇ ਧਰਮ ਭਰਮ ਉਡਿਓ ਜਹਾਂ ਤਹਾਂ ਪਾਪ ਪਗ ਹੋਏਗੇ ਨਿਜ ਸਿੱਖ ਨਾਰ ਗੁਰੂ ਰਮੈ ਗੁਰਦਾਰਾ ਸੋ ਸਿੱਖ ਸੋਏਗੇ। ਕਹਿੰਦੇ ਧਰਮ ਹੈ ਨਾ ਜਿਹੜਾ, ਇਹ ਤਾਂ ਭਰਮ ਦੇ ਵਿੱਚ ਹੀ ਉੱਡ ਜਾਊਗਾ, ਭਰਮ ਹੀ ਇੰਨਾ ਹੋ ਜਾਊਗਾ, ਭਾਵ ਕਿ ਕੋਈ ਰਸਤਾ ਹੀ ਨਹੀਂ ਮਿਲਣਾ, ਕਿਸੇ ਨੂੰ ਸਮਝ ਹੀ ਨਹੀਂ ਆਉਣੀ ਕਿ ਮੈਂ ਜਾਵਾਂ ਕਿਹੜੇ ਪਾਸੇ। ਇੰਨੀਆਂ ਲਹਿਰਾਂ, ਇੰਨੇ ਗਿਆਨ, ਇੰਨੇ ਬਚਨ ਪ੍ਰਗਟ ਹੋ ਜਾਣਗੇ। ਹੁਣ ਹੀ ਆਪਾਂ ਦੇਖ ਲਈਏ ਵੀ ਇੱਕ ਸੱਚ ਦੀ ਗੱਲ ਹੀ ਸੁਣਨ ਵਾਸਤੇ ਜੇਕਰ ਆਪਾਂ ਵੇਖਣਾ ਹੋਵੇ ਤੇ ਖੋਜ ਕਰਨ ਲੱਗ ਜਾਓ, ਤੁਸੀਂ ਬਾਹਰ ਨਿਕਲ ਜਾਓ, ਕੋਈ ਤੁਹਾਨੂੰ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਅੱਜ ਕਿੰਨੇ ਕਿੰਨੇ ਭਿੰਨ ਭਿੰਨ ਮਤ ਚੱਲੇ ਪਏ ਨੇ, ਤੇ ਉਹੀ ਤਾਂ ਕਹਾਣੀ ਆਉਂਦੀ ਪਈ ਹੈ।
ਵੀ ਜਿਹੜਾ ਗੁਰੂ ਹੋਵੇਗਾ, ਕਹਿੰਦੇ ਨਿਜ ਸਿੱਖ ਨਾਰ ਗੁਰੂ ਰਮੈ, ਕਹਿੰਦੇ ਜਿਹੜਾ ਗੁਰੂ ਹੋਵੇਗਾ ਉਹ ਸਿੱਖਾਂ ਦੀ ਪ੍ਰਤੀਤ ਛੱਡ ਕੇ ਉਹ ਆਪਦੇ ਭੋਗ ਵਿਲਾਸਾਂ ਦੇ ਵਿੱਚ ਪੈ ਕੇ ਤੇ ਉਹ ਕਾਮ ਦੀ ਬਿਰਤੀ ਵਿੱਚ ਆ ਕੇ ਨਾਰਾਂ ਵੱਲ ਪ੍ਰੇਰਿਤ ਹੋ ਜਾਏਗਾ। ਆਪਾਂ ਦੇਖਦੇ ਪਏ ਆ ਡੇਰਿਆਂ ਦੇ ਵਿੱਚ ਕੀ ਹੁੰਦਾ। ਡੇਰੇ ਬਣਾਏ ਕਿਉਂ ਸੀ? ਨਾਮ ਜਪਾਉਣ ਵਾਸਤੇ, ਅੱਛੇ ਕਰਮ ਸਿਖਾਉਣ ਵਾਸਤੇ। ਤੇ ਉੱਥੇ ਹੁੰਦਾ ਕੀ ਏ? ਆਪਾਂ ਦੇਖਦੇ ਆ ਨਾ ਕਿਵੇਂ ਉੱਥੇ ਦੇਹ ਵਪਾਰ ਦੇ ਧੰਦੇ ਹੋ ਰਹੇ ਆ। ਕਿੰਨੇ ਕਿੰਨੇ ਵੱਡੇ ਵੱਡੇ ਜੋ ਆਪਦੇ ਆਪ ਨੂੰ ਗੁਰੂ ਕਹਾਉਂਦੇ ਸੀ ਤੇ ਜੇਲ੍ਹਾਂ ਦੇ ਵਿੱਚ ਸੁੱਟੇ ਪਿਆ ਤੇ ਅਨੇਕਾਂ ਹੀ ਬੱਚੀਆਂ ਦੇ ਉਹਨਾਂ ਦੇ ਉੱਥੋਂ ਫਿਰ ਨਿਕਲੇ ਆ ਰਿਕਾਰਡ ਵੀ ਕਿੰਨੀਆਂ ਬੱਚੀਆਂ ਦੇ ਨਾਲ ਉਹਨਾਂ ਨੇ ਮਾੜੇ ਕਰਮ ਕੀਤੇ ਆ। ਆਹੀ ਇਹ ਦਸ਼ਮੇਸ਼ ਪਿਤਾ ਪਹਿਲਾਂ ਦੱਸ ਗਏ ਸੀ ਤੇ ਅੱਗੇ ਹੋਰ ਵੱਧ ਜਾਣ। ਤੇ ਕਹਿੰਦੇ ਜਿਹੜੇ ਸਿੱਖ ਹੋਣਗੇ ਉਹ ਗੁਰੂ ਕੋਲ ਦੀਖਿਆ ਲੈਣ ਜਾਣਗੇ, ਪਰ ਗੁਰੂ ਜਿਹੜਾ ਉੱਥੇ ਅੰਨਾ ਬੈਠਾ ਹੈ, ਸ਼ੂਦਰ ਬਿਰਤੀ ਦਾ ਬੈਠਾ ਹੈ, ਉਹ ਉਹਨਾਂ ਜਿਹੜੇ ਸਿੱਖਾਂ ਦਾ ਭਾਵ ਕਿ ਜਿਹੜੇ ਉਹਦੇ ਤੋਂ ਦੀਖਿਆ ਲੈਣ, ਉਹ ਤਾਂ ਸੱਚ ਦਾ ਭੇਤ ਲੈਣ ਜਾਣਗੇ, ਉਹ ਉਹਨਾਂ ਦਾ ਸ਼ੋਸ਼ਣ ਕਰੇਗਾ। ਦੇਹ ਕਰਕੇ ਵੀ, ਮਨ ਕਰਕੇ ਵੀ, ਤਨ ਕਰਕੇ ਵੀ ਔਰ ਪੈਸੇ ਕਰਕੇ ਵੀ ਉਹਨਾਂ ਨੂੰ ਸ਼ੋਸ਼ਣ ਕਰ ਕਰਕੇ ਤੇ ਕਹਿੰਦੇ ਉਹਨਾਂ ਦਾ ਗਲਤ ਉਪਯੋਗ ਕਰਕੇ ਆਪ ਵੀ ਜੂਨਾਂ 'ਚ ਜਾਏਗਾ ਤੇ ਉਹਨਾਂ ਨੂੰ ਵੀ ਜੂਨਾਂ ਦੇ ਵਿੱਚ ਕਰੇਗਾ। अविवेक और विवेक को नौ विवेक वेठ विचार है, पुन झूठ बोल कमाएंगे, सिर साच बोल उतार है। कहते पैसे दे लई, काम दे लई झूठ बोलणगे, जिहड़ा पुन है वो झूठ बोल के कमाउणगे। भाव के आप दा नाम चमकाउण दे लई, आप दे डेरे चलाउण दे लई, आप दी प्रतिष्ठा बनाउण दे लई जिहड़ा आ झूठा प्रचार करनगे। ਜਿਵੇਂ ਹੁਣ ਆਪਾਂ ਦੇਖਦੇ ਆ ਕੁਝ ਬਾਬਿਆਂ ਦੇ 10 15 20 ਬੰਦੇ ਹੁੰਦੇ ਆ, 50 ਕ ਬੰਦੇ ਹੁੰਦੇ ਆ, ਉਹਨਾਂ ਦੇ ਮੂੰਹ ਦੇ ਵਿੱਚ ਹੀ ਗੱਲ ਹੁੰਦੀ ਹੈ ਵੀ ਰਾਤ ਤਾਂ ਬਾਬਾ ਜੀ ਕਮਰੇ 'ਚ ਚੱਲੇ ਸੀਗੇ ਤੇ ਇੱਕਦਮ ਮੈਂ ਵੇਖਿਆ ਜੀ ਪ੍ਰਕਾਸ਼ ਹੋਇਆ, ਇਹਨਾਂ ਦੀ ਤਾਂ ਕਿਰਪਾ ਹੀ ਬਹੁਤ ਹੈ, ਤਾਂ ਸਾਰਾ ਦਿਨ ਬੋਲਦੇ ਹੀ ਨਹੀਂ। ਉਹ 5-7 ਬਾਬੇ ਨੇ ਆਪਦੇ ਆਲੇ ਦੁਆਲੇ ਛੱਡੇ ਹੁੰਦੇ ਆ ਤੇ ਉਹਨਾਂ ਦੀ ਇਹੋ ਜੀ ਝੂਠੀ ਗੱਲ ਹੁੰਦੀ, ਉਹ ਸੰਗਤ ਵਿੱਚ ਗੱਲ ਫੈਲ ਜਾਂਦੀ ਹੈ। ਅੱਛਾ ਜੀ ਇਸ ਤਰ੍ਹਾਂ ਹੋਇਆ ਜੀ, ਭਾਈ ਸਾਹਿਬ ਤਾਂ ਦੱਸ ਰਹੇ ਸੀਗੇ ਕਿ ਵੀ ਰਾਤ ਵੱਡੇ ਸੰਤ ਗੇਟ ਕੋਲ ਖੜੇ ਸੀ, ਉਹਨਾਂ ਦੇ ਉੱਪਰ ਤਾਂ ਜੀ ਬੜਾ ਪ੍ਰਕਾਸ਼ ਹੋਇਆ ਜੀ, ਕਿਹਨਾਂ ਨੇ ਦੇਖਿਆ ਜੀ? ਉਹ ਨਾ, ਅੱਛਾ ਜੀ, ਵਾਹ ਜੀ ਵਾਹ, ਵਾਹ ਜੀ ਵਾਹ, ਬਸ ਐ ਫੈਲ ਗਈ ਗੱਲ ਜੀ। ਇਹ ਆ ਗੁਰਮੁਖ ਤਾਂ ਦੱਸ ਰਹੇ ਸੀਗੇ ਜੀ ਕਿ ਸੰਤ ਆਉਂਦੇ ਪਏ ਸੀਗੇ ਤੇ ਇੱਕਦਮ ਇਹ ਉੱਡਣ ਲੱਗ ਗਏ ਜੀ, ਉੱਡਦੇ ਉੱਡਦੇ ਫਿਰ ਉਹ ਛਪਣ ਹੋ ਗਏ ਜੀ। ਮਤਲਬ ਝੂਠ ਮਾਰ ਮਾਰ ਕੇ ਆਪ ਦੀ ਪਬਲਿਸਿਟੀ। ਇਹ ਤਾਂ ਗੁਪਤ ਹੋ ਜਾਂਦੇ ਨੇ ਜੀ, ਇਹ ਤਾਂ ਇਸ ਤਰ੍ਹਾਂ ਹੱਥ ਕਰਦੇ ਨੇ ਜੀ, ਪੈਸੇ ਪ੍ਰਗਟ ਹੋ ਜਾਂਦੇ ਨੇ ਜੀ। ਹਾਂਜੀ, ਜਿਵੇਂ ਆ ਹੁਣ ਉਹ ਕਹਿੰਦੇ ਸਾਡਾ ਬਾਬਾ ਜੇਲ੍ਹ 'ਚ, ਕਹਿੰਦਾ ਨਾ ਜੇਲ੍ਹ 'ਚ ਥੋੜੀ ਨਾ, ਉਹ ਤਾਂ ਉੱਥੋਂ ਜੇਲ੍ਹ ਵਿੱਚੋਂ ਤਾਂ ਛਪਣ ਹੋ ਗਿਆ। ਕਹਿੰਦੇ ਸਰਕਾਰ ਤਾਂ ਆਪਦੀ ਨਕਾਮੀ ਪਰ ਉਹ ਨਹੀਂ ਉਹ ਦੱਸਦੀ ਪਈ, ਕਹਿੰਦੇ ਕਦੇ ਖਬਰ ਆਈ ਹੈ ਸਾਡਾ ਬਾਬਾ ਜੇਲ੍ਹ 'ਚ ਥੋੜੀ ਨਾ, ਉਹਦਾ ਉੱਥੋਂ ਛਪਣ ਹੋ ਗਿਆ, ਉਹ ਤਾਂ ਕੁਲਾਂ ਨੂੰ ਤਾਰਦਾ ਫਿਰਦਾ, ਕਹਿੰਦਾ ਉਹ ਤਾਂ ਦੂਜੇ ਲੋਕਾਂ ਵਿੱਚ ਚਲਾ ਗਿਆ। ਮਤਲਬ ਉਹੀ 5-7 ਆਪਦੇ ਬੰਦੇ ਛੱਡੇ ਹੋਏ ਆ ਜਿਹੜੇ ਜਨਤਾ ਨੂੰ ਭਰਮਾਈ ਜਾਂਦੇ ਆ। ਕਹਿੰਦੇ ਕਿਸੇ ਨੇ ਬੁੱਧੀ ਨਹੀਂ ਪਰਖਣੀ ਕਿਸੇ ਦੀ ਵੀ, ਆਪ ਦੀ ਬੁੱਧੀ ਮੁਤਾਬਕ ਅਗਲੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਏਗੀ। ਬਾਹਰੋਂ ਇੰਨੀ ਪ੍ਰਤਿਸ਼ਠਾ ਬਣਾ ਦਿੱਤੀ ਜਾਏਗੀ ਵੀ ਇਹਦੇ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ, ਤੇ ਜਦੋਂ ਅੰਤਰਗਤ ਵੜ ਕੇ ਦੇਖਾਂਗੇ ਤੇ ਕੀ ਹੋਊਗਾ? ਚੋਰੀ, ਯਾਰੀ, ਠੱਗੀ, ਵੈਸਪੁਣਾ, ਲੋਭ, ਕਾਮ। ਇਹ ਤਾਂ ਹੀ ਆਪਾਂ ਨੂੰ ਦੱਸ ਕੇ ਗਿਆ ਨਾ ਗੁਰਮੁਖ ਵੀ ਤੁਸੀਂ ਕਿਸੇ ਨਾਲ ਵੀ ਬਲਾਈਂਡ ਫੇਦ ਕਰਕੇ ਉਹਦੇ ਪਿੱਛੇ ਨਹੀਂ ਜੁੜ ਜਾਣਾ। ਕਹਿੰਦੇ ਕਿਸੇ ਨਾਲ ਵੀ ਜੁੜਨਾ ਆ, ਪਹਿਲਾਂ ਉਹਦਾ ਜੀਵਨ ਵੇਖੋ, ਉਹਦੇ ਨਾਲ ਰਹਿ ਕੇ ਵੇਖੋ ਵੀ ਜੋ ਇਹ ਕਹਿੰਦਾ ਆ ਉਹ ਕਹਿਣੀ ਤੇ ਇਹਦੀ ਕਰਨੀ ਇੱਕ ਆ ਕਿ ਸਾਨੂੰ ਹੀ ਮੂਰਖ ਬਣਾਉਂਦਾ ਪਿਆ ਆ। ਠੀਕ ਹੈ ਕਿ ਨਹੀਂ? ਸਾਨੂੰ ਤਾਂ ਨਹੀਂ ਇਹ ਠੱਗੀ ਜਾ ਰਿਹਾ, ਸਾਨੂੰ ਤਾਂ ਕਹਿੰਦਾ ਸਾਦਾ ਖਾਓ, ਸਾਦਾ ਪਾਓ, ਸਾਦਾ ਪਹਿਨੋ, ਸਾਦਾ ਚੱਲੋ, ਤੇ ਆਪ ਕਿਤੇ ਇਹ ਜੇ ਇੱਕ ਰਾਤ ਕਹਿ ਦਈਏ ਵੀ ਪੱਖੇ ਏਸੀ ਤੋਂ ਬਿਨਾਂ ਪੈ ਜਾ ਤੇ ਪਿਆ ਹੀ ਨਾ ਜਾਵੇ, ਇੱਕ ਰਾਤ ਕਹਿ ਦਈਏ ਵੀ ਸਾਦਾ ਖਾ ਕੇ ਸੋਇਆ ਹੀ ਨਹੀਂ ਜਾਵੇ, ਆਪ ਕਿਤੇ 50-50 ਲੱਖ ਵਾਲੀ ਗੱਡੀ ਤੇ ਚੜਿਆ ਫਿਰਦਾ ਹੋਵੇ ਤੇ ਸਾਨੂੰ ਕਵੇ ਵੀ ਸਾਦਾ ਜੀਵਨ ਜੀਓ। ਸੋ ਆਪ ਪਹਿਲਾਂ ਵਿਚਾਰਨਾ ਆ ਵੀ ਜੋ ਇਹ ਸਾਨੂੰ ਉਪਦੇਸ਼ ਕਰਦਾ ਪਿਆ ਆ, ਜਿਵੇਂ ਸਾਨੂੰ ਸਿਮਰਨ ਦਾ ਉਪਦੇਸ਼ ਕਰ ਰਿਹਾ, ਜਿਵੇਂ ਸਾਨੂੰ ਗਿਆਨ ਦਾ ਉਪਦੇਸ਼ ਕਰ ਰਿਹਾ, ਜਿਵੇਂ ਸਾਨੂੰ ਜੀਵਨ ਦਾ ਉਪਦੇਸ਼ ਕਰ ਰਿਹਾ, ਕੀ ਇਹਦੇ ਖੁਦ ਦਾ ਹੈਗਾ? ਤੇ ਫਿਰ ਜੋ ਨਹੀਂ ਹੈਗਾ ਤੇ ਉਹ ਝੂਠੀ ਪ੍ਰਤਿਸ਼ਠਾ ਦੇ ਮੁਤਾਬਕ ਸਾਨੂੰ ਬਾਹਰੋਂ ਤਾਂ ਦਿਖਾ ਰਿਹਾ ਪਰ ਆਪ ਅੰਦਰੋਂ ਠੱਗ ਬਿਰਤੀ ਵਾਲਾ, ਜਿਹੜਾ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਦੱਸਿਆ ਨਾ, ਅਨਾੜੀ ਸੰਤ ਬਣਿਆ ਬੈਠਾ। ਕਹਿੰਦੇ ਨਾ ਧਰਮ ਕਰਮ ਕੋ ਕਰੈ, ਬਿਰਥਾ ਕਥਾ ਸੁਨੇ ਰਹਿ। ਕਹਿੰਦੇ ਧਰਮ ਦੀ ਕਥਾ, ਸ਼ਬਦ ਦੇ ਅਭਿਆਸ ਦੀ ਕਥਾ, ਮਾਲਕ ਦੀ ਕਮਾਈ ਦੀ ਕਥਾ ਨਹੀਂ ਕੋਈ ਸੁਣੇਗਾ। ਝੂਠੀਆਂ ਕਥਾ ਕਹਾਣੀਆਂ ਸੁਣਾਉਣ ਵਾਲੇ ਬਾਬੇ ਬਹੁਤ ਹੋ ਜਾਣਗੇ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਐਵੇਂ ਕਿਤੋਂ ਦੀ ਕੋਈ ਗੱਲ ਜੋੜਤੀ, ਪੰਜਾਬੀ 'ਚ ਇੱਕ ਕਹਾਵਤ ਹੈ, ਗੱਲ ਦੀ ਲੱਲ ਬਣਾ ਦੇਣੀ, ਕਿ ਕਥਾ ਕਹਾਣੀਆਂ ਸੁਣਾ ਕੇ ਫਲਾਣੇ ਸੰਤ ਐਂ ਕਰਦੇ ਸੀ ਜੀ, ਉਹ ਸਾਧੂ ਇਸ ਤਰ੍ਹਾਂ ਹੁੰਦੇ ਸੀਗੇ ਜੀ, ਉਹ ਖੇਤਾਂ ਵਿੱਚ ਜਾਂਦੇ ਸੀਗੇ ਜੀ, ਉਹਨਾਂ ਨੇ ਕੱਦੂਆਂ ਦੇ ਮੇਵੇ ਬਣਾਤੇ ਜੀ, ਮੇਵਿਆਂ ਤੋਂ ਅੱਲਾਂ ਬਣਾਤੀਆਂ ਜੀ, ਇਹੋ ਜਿਹੀਆਂ ਗੱਲਾਂ ਸੁਣਾ ਕੇ ਕੂੜ ਕਹਾਣੀਆਂ, ਦੁਨਿਆਵੀ ਕਹਾਣੀਆਂ ਸੁਣ ਕੇ ਸਭ ਨੂੰ ਠੱਗਣਗੇ। ਬ੍ਰਹਮ ਦੀ ਕਹਾਣੀ ਨਹੀਂ ਕੋਈ ਸੁਣਾਵੇਗਾ, ਨਾ ਕੋਈ ਸੁਣਾਵੇਗਾ ਤੇ ਨਾ ਕੋਈ ਸੁਣਨਾ ਚਾਹਵੇਗਾ।
ਹੁਣ ਜਦੋਂ ਆਪਾਂ ਸ਼ਬਦ ਦੇ ਅਭਿਆਸ ਦੀ ਗੱਲ ਕਰਦੇ ਹਾਂ, ਨਾਮ ਦੀ ਕਮਾਈ ਦੀ ਗੱਲ ਕਰਦੇ ਹਾਂ, ਬੈਠ ਕੇ ਗੁਰਮੰਤਰ ਦੀ ਵੀ ਇੰਨੀ ਗੁਰਬਾਣੀ ਪੜ੍ਹੋ, ਇੰਨਾ ਆ ਜਪ ਤਪ ਕਰੋ, ਉਹ ਕਥਾ ਨਹੀਂ ਕੋਈ ਸੁਣਦੀ ਪਸੰਦ ਕਰਦਾ। ਹਾਂ, ਸਾਨੂੰ ਜੀ ਕੋਈ ਕਹਾਣੀ ਸੁਣਾਓ ਜੀ, ਕੋਈ ਸਾਖੀ ਸੁਣਾਓ ਜੀ, ਕੋਈ ਲੜਾਈ ਦੀ ਗੱਲ ਸੁਣਾਓ ਜੀ, ਕੋਈ ਇਤਿਹਾਸ ਦੀ ਗੱਲ ਸੁਣਾਓ ਜੀ। ਇਤਿਹਾਸ ਸੁਣਨਾ ਜ਼ਰੂਰੀ ਹੈ, ਪਰ ਸਿਰਫ ਇੱਥੋਂ ਤੱਕ ਤਾਂ ਨਹੀਂ ਨਾ ਰਹਿ ਜਾਣਾ ਵੀ ਇਕੱਲਾ ਇਤਿਹਾਸ ਸੁਣ ਸੁਣ ਕੇ ਉਹਨੂੰ ਹੀ ਯਾਦ ਕਰੀ ਜਾਓ। ਜਿਹੜੇ ਸ਼ਬਦ ਦੀ, ਨਾਮ ਦੀ ਇਹ ਕਮਾਈ ਕਰਨੀ ਆ, ਇਹ ਕੌਣ ਕਰੂਗਾ ਜੇ ਇਕੱਲੀਆਂ ਅਸੀਂ ਕਥਾ ਹੀ ਸੁਣਾਂਗੇ। ਕਹਿੰਦੇ ਨਾ ਧਰਮ ਕਰਮ ਕੋ ਕਰੈ, ਬਿਰਥਾ ਕਥਾ ਸੁਨੇ ਰਹਿ। ਬਿਰਥੀਆਂ ਗੱਲਾਂ ਹੀ, ਝੂਠੀਆਂ ਗੱਲਾਂ, ਦੰਦ ਕਥਾ। ਕੁਕਰਮ ਕਰਮ ਮੋਹ ਫਸੇ, ਸਤ ਛਾੜ ਧਰਮਵਾ ਨਸੇ। ਪੁਰਾਣ ਕਾਬ ਨਾ ਪੜੈ, ਕੁਰਾਨ ਲੈਨੇ ਨੈ ਰੜੈ। ਅਧਰਮ ਕਰਮ ਕੋ ਕਰੈ, ਸੋ ਧਰਮ ਜਾਸ ਤੇ ਡਰੈ। ਨਾ ਕੋ ਪੁਰਾਣ ਪੜ੍ਹੇਗਾ, ਨਾ ਕੋ ਕੁਰਾਨ ਪੜ੍ਹੇਗਾ। ਇਹ ਇਸ ਤਰੀਕੇ ਹੋ ਜਾਣਗੇ, ਕਹਿੰਦੇ ਜਿਵੇਂ ਇੱਕ ਆਲੇ ਦੇ ਵਿੱਚ ਰੱਖੀਆਂ ਹੁੰਦੀਆਂ ਕਿਤਾਬਾਂ ਨੇ ਨਾ, ਜਿਨ੍ਹਾਂ ਦੇ ਉੱਤੇ ਜਾਲਾ ਚੜ ਜਾਂਦਾ, ਕਹਿੰਦੇ ਉਸ ਤਰੀਕੇ ਧਾਰਮਿਕ ਗ੍ਰੰਥਾਂ ਦਾ ਹਿਸਾਬ ਹੋ ਜਾਣਾ। ਫਿਰ ਕੀ ਕਹਿੰਦੇ, ਗ੍ਰਹਿੰ ਗ੍ਰਹਿੰ ਨਏ ਮਤੰਗ, ਭਾਈ ਤਰੰਗ ਨਹੀਂ ਗਤੰਗ। ਹਰ ਘਰ ਦੇ ਵਿੱਚ ਨਵਾਂ ਮਤ। ਅੱਜ ਹੀ ਆਪਾਂ ਘਰਾਂ ਦੇ ਵਿੱਚ ਕਰ ਲਈਏ ਤੇ ਤਕਰੀਬਨ ਇਹੀ ਆ ਗਿਆ, ਕੋਈ ਕਿਸੇ ਸੰਤ ਨੂੰ ਮੰਨਦਾ ਪਿਆ, ਕੋਈ ਕਿਸੇ ਸੰਤ ਨੂੰ ਮੰਨਦਾ ਪਿਆ। ਜੋ ਮੇਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਚਾ ਹੈ ਜਾਂ ਅਕਾਲ ਪੁਰਖ ਦਾ ਟੀਚਾ ਹੈ, ਉਹ ਨਹੀਂ ਕੋਈ ਮੰਨਦਾ ਪਿਆ। ਕਿੰਨੇ ਪਿੰਡਾਂ ਦੇ ਵਿੱਚ ਬਾਬੇ ਹੋ ਗਏ ਨੇ, ਕਿੰਨੇ ਮੜੀਆਂ ਮਸਾਣੀਆਂ ਹੋ ਗਈਆਂ ਨੇ, ਤੇ ਤੁਸੀਂ ਕਿਸੇ ਨੂੰ ਪੁੱਛ ਲਓ, ਕੋਈ ਕਹਿੰਦਾ ਜੀ ਮੈਂ ਲੱਖਾਂ ਦਾਤੇ ਨੂੰ ਮੰਨਣਾ, ਕੋਈ ਕਹਿੰਦਾ ਜੀ ਮੈਂ ਖੇਤਰਪਾਲ ਜੀ ਨੂੰ ਮੰਨਣਾ, ਕੋਈ ਕਹਿੰਦਾ ਜੀ ਅਸੀਂ ਤਾਂ ਆਪਦੇ ਪੂਰਵਜਾਂ ਨੂੰ ਮੰਨਣੇ ਆ, ਕੋਈ ਕਹਿੰਦਾ ਜੀ ਅਸੀਂ ਮੜੀ ਨੂੰ ਮੰਨਣੇ ਆ, ਕੋਈ ਕਹਿੰਦਾ ਜੀ ਅਸੀਂ ਤਾਂ ਸਾਡੇ ਬਜ਼ੁਰਗਾਂ ਨੂੰ ਮੰਨਣੇ ਆ। ਹਰੇਕ ਪਿੰਡ ਦੇ ਵਿੱਚ 2-2 4-4 ਸੰਤ ਨੇ, ਉਹਨਾਂ ਦੇ ਨਾਲ 15-20 ਬੰਦੇ ਜੁੜੇ ਬੈਠੇ ਨੇ, ਤੇ ਰੱਬ ਨੂੰ ਭੁੱਲ ਕੇ ਤੇ ਦੇਹਾਂ ਦੇ ਨਾਲ ਜੁੜਦੇ ਪਏ ਨੇ। ਇਹ ਗੁਰੂ ਗੋਬਿੰਦ ਸਿੰਘ ਨੇ ਗੱਲ ਕਹੀ ਸੀ, ਕਲਯੁਗ ਦੇ ਵਿੱਚ ਇਹ ਹਾਲ ਹੋ ਜਾਣਾ। ਜਿਹਨੂੰ ਕਹਿੰਦੇ ਪਰਪੰਚ ਪੰਚ ਹੋਏ ਗੱਡਾ, ਅਪਰਪੰਚ ਪੰਖ ਕਹਿ ਉਡਾ। ਕੁਕਰਮ ਵਿਚਰਤ ਜਗੰ, ਸੁਕਰਮ ਸਰੂਪਗਨ। ਕੁਕਰਮ ਦਾ ਇੰਨਾ ਹੋ ਜਾਣਾ ਹੈ ਕਿ ਪਰਪੰਚ ਇੰਨਾ ਖੇਲਿਆ ਜਾਊਗਾ ਕਿ ਸੱਚ ਦੀ, ਨਾਮ ਦੀ ਤੇ ਉਹਦੀ ਤਾਂ ਪਹਿਚਾਣ ਰਹਿ ਹੀ ਨਹੀਂ ਜਾਣੀ। ਕਹਿੰਦੇ ਕਹੂ ਨਾ ਪੂਜਾ, ਕਹੂ ਨਾ ਅਰਚਾ, ਕਹੂ ਨਾ ਸਤਰ ਧੁਨ ਸਿਮਰਤ ਨਾ ਚਰਚਾ, ਕਹੂ ਨਾ ਹੋਮੰ, ਕਹੂ ਨਾ ਦਾਨੰ, ਕਹੂ ਨਾ ਸੰਜਮ, ਕਹੂ ਨਾ ਸਨਾਨੰ। ਫਿਰ ਇੱਥੋਂ ਤੱਕ ਆ ਜਾਊਗਾ ਜਿਹੜਾ ਪੂਜਾ ਅਰਚਨਾ, ਸਿਮਰਤੀਆਂ, ਸ਼ਾਸਤਰ, ਦਾਨ, ਪੁੰਨ, ਹਵਨ, ਕੁੰਡ ਸਭ ਬੰਦ ਹੋ ਜਾਣਗੇ। ਸਾਰੇ ਪਾਸੇ ਜਿੱਥੇ ਤੁਸੀਂ ਦੇਖੋਗੇ ਕਾਮ ਹੀ ਕਾਮ, ਨਸ਼ਾ ਹੀ ਨਸ਼ਾ, ਅਧਰਮ ਹੀ ਅਧਰਮ। ਕਹੂ ਨਾ ਚਰਚਾ, ਕਹੂ ਨਾ ਬੇਦੰ। ਕਹਿੰਦੇ ਸੰਗਤ ਨਹੀਂ ਕਿਤੇ ਵੀ ਹੋਊਗੀ। ਜਿਵੇਂ ਆਹ ਤਾਂ ਆਪਾਂ ਰਲ ਕੇ ਸੱਚ ਦੀ ਗੱਲ ਕਰਦੇ ਪਏ ਆ, ਕਹਿੰਦੇ ਕਿਤੇ ਵੀ ਸੱਚ ਦੀ ਚਰਚਾ ਨਹੀਂ ਹੋਊਗੀ। ਕਹੂ ਨਾ ਬੇਦੰ, ਜਿਹੜੇ ਵੇਦ ਨੇ, ਸ਼ਾਸਤਰ ਨੇ, ਗੁਰੂ ਗ੍ਰੰਥ ਸਾਹਿਬ, ਇਹ ਮਹਾਰਾਜ ਸੱਚ ਦੀਆਂ ਇਹ ਨੇ, ਜੋ ਪੋਥੀ ਪਰਮੇਸ਼ਰ ਕਾ ਥਾਨ ਨੇ। ਕਹਿੰਦੇ ਇਹ ਜਿਹੜੇ ਧਾਰਮਿਕ ਵੇਦ ਨੇ, ਇਹਨਾਂ ਨੂੰ ਵੀ ਲੁਪਤ ਕਰ ਦੇਣਗੇ, ਗੁਪਤ ਕਰ ਦੇਣਗੇ, ਵੀ ਇਹ ਵੀ ਤੁਹਾਨੂੰ ਵੇਖਿਆ ਕਿਤੇ ਲੱਭਣੇ ਨਹੀਂਗੇ। ਕਹੂ ਨਿਵਾਸ ਨੇ, ਕਹੂ ਕਤੇਬੰਗ। ਕੋਈ ਗੁਰਦੁਆਰਾ ਨਹੀਂ, ਕੋਈ ਮੰਦਰ ਨਹੀਂ, ਕੋਈ ਮਸਜਿਦ ਨਹੀਂ, ਕਲਯੁਗ ਨੇ ਸਭ ਖਤਮ ਕਰ ਦੇਣਾ। ਕਹੂ ਨਾ ਤਸਬੀਹ, ਕਹੂ ਨਾ ਮਾਲਾ, ਕਹੂ ਨਾ ਹੋਮੰ, ਕਹੂ ਨਾ ਜਵਾਲਾ। ਕੋਈ ਤੀਰਥ ਨਹੀਂ ਰਹਿਣ ਦੇਣਾ ਇਹਨੇ, ਸਭ ਆਪਦੇ ਵੱਸ ਕਰ ਲਏਗਾ। ਇੱਥੋਂ ਤੱਕ ਧਰਮ ਨੂੰ ਖਤਮ ਕਰ ਦੇਗਾ। ਔਰ ਹੀ ਕਰਮੰਗ, ਔਰ ਹੀ ਧਰਮੰਗ। ਕਹਿੰਦੇ ਇਹ ਕਰਮ ਧਰਮ ਤਾਂ ਇਹ ਤਾਂ ਰਹਿਣਾ ਹੀ ਨਹੀਂ, ਪਤਾ ਨਹੀਂ ਹੋਰ ਹੀ ਨਵੀਆਂ ਨਵੀਆਂ ਹੀ ਗੱਲਾਂ ਚੱਲਣਗੀਆਂ। ਉਹ ਕਾਲ ਦੇ ਹੀ ਕਰਮ ਤੇ ਕਾਲ ਦੇ ਹੀ ਧਰਮ ਚੱਲਣਗੇ। ਜੋ ਅਸਲ ਸੱਚੇ ਇਹ ਤਾਂ ਖਤਮ ਹੀ ਹੋ ਜਾਏਗਾ। ਔਰ ਹੀ ਭਾਵੰਗ, ਔਰ ਹੀ ਮਰਮੰਗ। ਕਹਿੰਦੇ ਨਾ ਕੋਈ ਰਿਸ਼ਤਾ ਰਹਿਣਾ ਤੇ ਨਾ ਕੋਈ ਰਾਜ ਰਹਿਣਾ। ਸਭ ਕੋਈ ਆਪੋ ਆਪ ਦਾ ਰਾਜਾ ਆਪ ਬਣੇਗਾ, ਆਪ ਹੀ ਜਰਨੈਲ ਤੇ ਆਪ ਹੀ ਨੌਕਰ। ਕਿਸੇ ਨੂੰ ਬੁਲਾਓਗੇ ਤੇ ਕਹਿੰਦੇ ਅਗਨ ਤੋਂ ਭਾਵ, ਮਾਰਕੁੱਟ ਤੋਂ ਭਾਵ, ਗੰਦੀ ਨਿਗਾਹ ਤੋਂ ਭਾਵ। ਜਦੋਂ ਮਾਂ ਤੇ ਪੁੱਤਰ ਦਾ ਹੀ ਨਹੀਂ ਰਿਸ਼ਤਾ ਰਿਹਾ, ਪਿਓ ਤੇ ਧੀ ਦਾ ਹੀ ਨਹੀਂ ਰਿਸ਼ਤਾ ਰਿਹਾ, ਤੇ ਦੇਖੋ ਵੀ ਉਹ ਕਿਵੇਂ ਦਾ ਸਮਾਂ। ਇਹ ਕਿੰਨਾ ਨਾਲ ਹੋਣਾ, ਜਿਹੜੇ ਨਾਮ ਨਾ ਜਪਣਗੇ ਤੇ ਜੂਨਾਂ ਦੇ ਵਿੱਚ ਭਟਕਦੇ ਭਟਕਦੇ ਫਿਰ ਉਹਨਾਂ ਨੂੰ ਐਸੇ ਸਮੇਂ ਵੀ ਵੇਖਣੇ ਪੈਣਗੇ। ਤਾਂ ਹੀ ਤਾਂ ਕਹਿੰਦੇ ਆ ਵੀ ਹੁਣ ਤੁਹਾਡੇ ਕੋਲ ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਅਗਾਂ ਤੈਨੂੰ ਮਾੜੇ ਸਮਾਂ ਨਾ ਵੇਖਣਾ ਪਵੇ। ਆਪਦਾ ਅਵਸਰ ਤੇ ਵਾਰੀ ਸੰਭਾਲ ਕੇ ਤੇ ਆਪਦੇ ਘਰ ਚਲਾ ਜਾ। ਇਸ ਦੇਹੀ ਨੂੰ ਛੱਡ ਕੇ ਸਦਾ ਵਾਸਤੇ ਉਸ ਸੱਚ ਦੇ ਵਿੱਚ ਵਾਸ ਕਰ ਲਓ। ਨਹੀਂ ਤਾਂ ਐਸੇ ਸਮੇਂ ਵੀ ਫਿਰ ਵੇਖਣੇ ਪੈਣਗੇ। ਜਦੋਂ ਐਸੇ ਸਮੇਂ ਵੇਖਦੇ ਆ ਤੇ ਫਿਰ ਇਹ ਦੇਖੇ ਨਹੀਂ ਜਾਂਦੇ। ਤੇ ਫਿਰ ਕੀ ਕਹਿੰਦੇ, ਨਏ ਨਏ ਮਾਰਗ ਚਲੇ ਜਗ ਮੋ ਬੜਾ ਅਧਰਮ, ਰਾਜਾ ਪਰਜਾ ਸਭੇ ਲਗੇ ਜੈ ਤੈ ਕਰਨ ਕੋ ਕਰਮ। ਨਵੇਂ ਨਵੇਂ ਮਾਰਗ ਚੱਲਣਗੇ ਤੇ ਰਾਜਾ ਤੇ ਪਰਜਾ, ਇਹ ਨਹੀਂ ਵੀ ਰਾਜਾ ਪਰਜਾ ਦੀ ਰੱਖਿਆ ਕਰੇਗਾ ਤੇ ਇਹ ਪਰਜਾ ਰਾਜੇ ਦਾ ਸਾਥ ਦੇਗੀ। ਰਾਜਾ ਵੀ ਖਤਮ ਤੇ ਪਰਜਾ ਵੀ ਖਤਮ, ਸਾਰੇ ਇੱਕ ਦੂਜੇ ਨੂੰ ਠੱਗਣਗੇ। ਜਹ ਤੈ ਕਰਨ ਕੁਕਰਮ, ਪਰਜਾ ਰਾਜਾ ਨਰ ਨਾਰੀ। ਰਾਜਾ
ਪ੍ਰਜਾ ਦੇ ਨਾਲ ਮਾੜੇ ਕਰਮ ਕਰੇਗਾ ਤੇ ਪ੍ਰਜਾ ਰਾਜੇ ਨੂੰ ਮਾਰਨ ਦੀ ਸੋਚੇਗੀ ਤੇ ਰਾਜਾ ਪ੍ਰਜਾ ਨੂੰ ਮਾਰਨ ਦੀ ਸੋਚੇਗਾ। ਪਾਪ ਕ੍ਰਾਂਤਾ ਧਰਾ ਭਲੀ ਪਲ ਨਾ ਸਖਤ ਠਹਿਰਾਏ, ਕਾਲ ਪੁਰਖ ਤੋਂ ਧਿਆਨ ਧਰ ਰੋਵਤ ਪਈ ਬਣਾਏ। ਲੋਕੀ ਕਹਿੰਦੇ ਰੋਣਗੇ ਰੱਬ ਨੂੰ ਯਾਦ ਕਰ ਕਰਕੇ ਵੀ ਸਾਡੇ ਨਾਲ ਹੁੰਦਾ ਕੀ ਪਿਆ, ਪਰ ਰੱਬ ਦੀ ਪਹਿਚਾਨ ਨਹੀਂ ਹੋਣੀ ਵੀ ਰੱਬ ਹੈ ਕਿੱਥੇ। ਰੋਣਗੇ ਤਾਂ ਜ਼ਰੂਰ ਵੀ ਸਾਨੂੰ ਕੋਈ ਆ ਕੇ ਬਚਾ ਲਵੇ, ਸਾਡੀ ਕੋ ਰੱਖਿਆ ਕਰ ਲਵੇ, ਪਰ ਜਦੋਂ ਰਾਹ ਹੀ ਨਹੀਂ ਹੈਗਾ, ਕਿਸੇ ਪਾਸੇ ਕੋਈ ਦਿਖੇ ਤਾਂ ਕੋਈ ਆ ਕੇ ਬਚਾਵ ਕਰੇ। ਜੇ ਕੋਈ ਰਸਤਾ ਹੋਵੇ, ਪਾਪ ਵੀ ਕਰਨਗੇ ਤੇ ਰੋਣਗੇ ਵੀ, ਤੇ ਰਸਤਾ ਵੀ ਨਹੀਂ ਪਤਾ ਹੋਣਾ, ਤੇ ਫਿਰ ਐਸੇ ਦੇਸ਼ ਦੇ ਵਿੱਚ ਤੇ ਐਸੇ ਭੇਸ ਦੇ ਵਿੱਚ ਕੌਣ ਬਚਾਊਗਾ। ਸੁਣੇ ਦੇਸ ਦੇਸੰਗ ਮੁਨੰਗ ਪਾਪ ਕਰਮਾ, ਚੁਨੇ ਝੂਠ ਕੂਠੰਗ ਸਤਰੰਗ ਛੋਰ ਧਰਮਾ, ਤਜੈ ਧਰਮ ਨਾਰੀ ਤਕੈ ਪਾਪ ਨਾਰੰਗ, ਮਹਾ ਰੂਪ ਪਾਪੀ ਪਵਿੱਤਰਤਾ ਤਾਰੰਗ। ਕਹਿੰਦੇ ਨਰ ਤੇ ਨਾਰੀ ਦਾ ਤਾਂ ਰਿਸ਼ਤਾ ਸਿਰਫ ਕਾਮ ਤੱਕ ਰਹਿ ਜਾਣਾ, ਵੀ ਕਾਮ ਦੀ ਪੂਰਤੀ ਦੇ ਲਈ, ਜਿਵੇਂ ਆਪਾਂ ਦੇਖਦੇ ਹਾਂ ਜਾਨਵਰ ਕਾਮ ਦੀ ਪੂਰਤੀ ਦੇ ਲਈ ਕੁੱਤਿਆਂ ਨੂੰ ਦੇਖਦੇ, ਬਾਂਦਰਾਂ ਨੂੰ ਦੇਖਦੇ, ਹੋਰ ਦੇਖਦੇ ਹਨ ਵੀ ਇਹ ਕਾਮ ਦੀ ਪੂਰਤੀ ਵਾਸਤੇ ਕੋਈ ਇਹਨਾਂ ਦਾ ਲਿਬਾਸ ਨਹੀਂ ਤੇ ਕੋਈ ਇਹਨਾਂ ਦੀ ਜਗ੍ਹਾ ਨਹੀਂ ਹੁੰਦੀ। ਇਸੇ ਤਰੀਕੇ ਕਹਿੰਦੇ ਜਾਨਵਰਾਂ ਦੀ ਤਰ੍ਹਾਂ ਕਾਮ ਪੂਰਤੀ ਕਰਨ ਦੇ ਲਈ ਕੋਈ ਰਿਸ਼ਤਾ ਨਹੀਂ, ਕੋਈ ਘਰ ਨਹੀਂ, ਕੋਈ ਜਿੱਥੇ ਹੋਵੇਗੀ ਕਾਮ ਦੀ ਪੂਰਤੀ ਕਰਨ ਦੇ ਲਈ ਉੱਥੇ ਹੀ ਆਪਦੀ ਪੂਰਤੀ ਨੂੰ ਕਰਿਆ ਕਰਨਗੇ। ਨਏ ਨਿਤ ਮਤੰਗ ਉਠੈ ਏਕ ਏਕੰਗ, ਰੋਜ਼ ਦਾ ਨਵਾਂ ਧਰਮ ਹੋਣਾ, ਕਿੰਦੀ ਮੰਨੋਗੇ। ਹੁਣ ਤਾਂ ਆਪਾਂ ਕਹਿ ਦਿੰਦੇ ਆ ਵੀ ਤੇਰਾ ਬਾਪੂ ਐ ਕਹਿੰਦਾ ਹੁੰਦਾ ਸੀ, ਉਹਦੀ ਸੋਚ, ਤੇਰਾ ਪਿਓ ਐ ਕਰਦਾ ਹੁੰਦਾ ਸੀ, ਜਾਂ ਤੁਹਾਡਾ ਬਜ਼ੁਰਗ ਐ ਕਰਦਾ ਹੁੰਦਾ ਸੀ, ਤੇ ਉਹਨਾਂ ਨੇ ਰੋਜ਼ ਦਾ ਨਵਾਂ ਧਰਮ। ਉਹ ਕਹਿੰਦਾ ਕਿਹੜਾ ਬਜ਼ੁਰਗ, ਉਹ ਤਾਂ ਗਈ ਗੱਲ, ਰਾਤ ਗਈ ਬਾਤ ਗਈ, ਕਿਹੜੇ ਬਜ਼ੁਰਗ ਦੀ ਗੱਲ ਕਰਦੇ ਆ, ਠੀਕ ਕਿ ਨਹੀਂ। ਉਹ ਕਹਿੰਦਾ ਜਦੋਂ ਧਰਮ ਹੀ ਰੋਜ਼ ਦਾ ਨਵਾਂ ਹੋ ਗਿਆ, ਆਪਸ ਦੇ ਵਿੱਚ ਕਿਸੇ ਦੀ ਮੱਤ ਹੀ ਨਹੀਂ ਮਿਲਦੀ ਪਈ, ਤੇ ਇਹ ਤੁਸੀਂ ਦੇਖੋ ਇਹ ਭੂਤਾਂ ਪ੍ਰੇਤਾਂ ਤੋਂ ਵੀ ਮਾੜੀ ਅਵਸਥਾ ਹੈ, ਠੀਕ ਹੈ ਕਿ ਨਹੀਂ। ਕਹਿੰਦੇ ਚੀਨ ਹੈ ਨਾ ਬਾਤੰਗ ਪਰ ਤਰੀ ਰਾਤੰਗ, ਧਰਮਨ ਕਰਮ ਉਦਾਸੀ। ਕਹਿੰਦੇ ਗੱਲ ਨੂੰ ਸਮਝਣਾ ਨਹੀਂ, ਸੁੱਖ ਲੈਣ ਦੇ ਲਈ ਸਿਰਫ ਇੱਕ ਕਾਮ ਹੀ ਸਹਾਰਾ ਹੋਏਗਾ, ਤੇ ਉਹ ਕਾਮ ਦੀ ਪੂਰਤੀ ਕਰਨੀ ਹੈ, ਜਿਵੇਂ ਮਰਜ਼ੀ ਕਰ ਲੋ ਬਸ। ਪਰ ਤਰੀ ਰਸ ਰਾਚੇ ਸੱਤ ਕੇ ਕਾਚੇ, ਨਿਜ ਤਰੀ ਗਮਨ ਨਾ ਕਰ ਹੈ। ਕਹਿੰਦੇ ਆਪਦੀ ਤੇ ਪਰਾਈ ਇਸਤਰੀ ਦਾ ਤਾਂ ਕੋਈ ਫਰਕ ਰਹਿ ਹੀ ਨਹੀਂ ਜਾਣਾ, ਆਪਦੇ ਮਰਦ ਤੇ ਪਰਾਏ ਮਰਦ ਦਾ ਤਾਂ ਕੋਈ ਫਰਕ ਰਹਿ ਹੀ ਨਹੀਂ ਜਾਣਾ, ਬਸ ਫੋਕਟ ਧਰਮਨ ਰਤ ਕੁਕ੍ਰਿਤ ਬਿਨਾ ਮਤ ਕਹੋ ਕਹਾਂ ਫਲ ਪਏ ਹੈ। ਤੇ ਕਹਿੰਦੇ ਇਹੋ ਜਿਹਾ ਧਰਮ ਕਰਕੇ, ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਰਹਿ ਕੇ ਤੇ ਦੱਸੋ ਵੀ ਕਿਵੇਂ ਮਾਲਕ ਮਿਲੇਗਾ। ਕਹਿੰਦੇ ਜਹ ਤਹਿ ਭਈ ਧਰਮਗਤ ਲੋਪੰਗ, ਪਾਪੈ ਲਗੀ ਚੌਗਨੀ ਓਪੰਗ। ਜਦੋਂ ਧਰਮ ਰਹਿ ਹੀ ਨਹੀਂ ਜਾਣਾ, ਤੇ ਕਹਿੰਦੇ ਫਿਰ ਕਿਸ ਤਰੀਕੇ ਇਹਦੇ ਵਿੱਚੋਂ ਨਿਕਲਿਆ ਜਾਊਗਾ। ਸਾਧੂਆਂ ਦੀ ਲੁੱਟ ਪੈ ਜਾਣੀ ਹੈ, ਸਾਧੂਆਂ ਦੇ ਭੇਸ ਦੇ ਵਿੱਚ ਕਾਲ ਆ ਜਾਏਗਾ। ਨਹੀਂ ਨਹੀਂ ਹੋਣ ਲਗੀ ਨਿਤ ਬਾਤ, ਜਹ ਤਹਿ ਬਾੜ ਚਲਿਓ ਉਤਪਾਤ। ਸਭ ਜਗ ਚਲਤ ਔਰ ਹੀ ਕਰਮ, ਜਹ ਤਹਿ ਘਟ ਗਇਓ ਧਰਾ ਤੇ ਧਰਮ। ਲੋ ਤੇ ਫਿਰ ਕੀ ਕਹਿੰਦੇ ਵੀ ਜੇ ਕੋ ਲੱਭੇਗਾ ਵੀ ਚਲ ਸਾਧੂਆਂ ਨੂੰ ਲੱਭੀਏ, ਪਹਿਲੀ ਗੱਲ ਤਾਂ ਧਰਮ ਇੰਨੇ, ਸਾਧੂ ਇੰਨੇ, ਕਰਮ ਇੰਨੇ। ਫਿਰ ਕਹਿੰਦੇ ਸਾਧੂ ਜੇ ਲੱਭਣ ਜਾਓਗੇ ਨਾ, ਕਹਿੰਦੇ ਅਤ ਸਾਧੂ ਅਤ ਰਾਜਾ ਕਰਨ ਲਗੇ ਦੁਰ ਕਾਜਾ, ਪਾਪ ਹਿਰਦੇ ਮੈਂ ਠਾਨ ਕਰਤ ਧਰਮ ਕੀ ਆਨ। ਸਾਧੂ ਇੰਨੇ, ਕਾਲ ਅਨਾੜੀ ਸਾਧੂ ਪ੍ਰਗਟ ਕਰ ਦੇਗਾ, ਤੁਹਾਨੂੰ ਪਛਾਣ ਨਹੀਂ ਆਣੀ ਕਿਹੜਾ ਸੱਚਾ ਕਿਹੜਾ ਝੂਠਾ। ਰਾਜ ਕਰਨ ਵਾਸਤੇ ਰਾਜੇ ਇੰਨੇ ਹੋ ਜਾਣਗੇ, ਤੁਹਾਨੂੰ ਪਤਾ ਨਹੀਂ ਲੱਗਣਾ ਨਿਆਂ ਕਿਹੜਾ ਦੇਵੇਗਾ। ਸਾਰੇ ਪਾਸੇ ਅਨਿਆਂ ਹੀ ਨਿਆਂ। ਅਤ ਪਪਿਸ਼ਟ ਅਜਾਨ ਕਰਤ ਧਰਮ ਕੀ ਹਾਨ। ਧਰਮ ਦਾ ਓਟ ਆਸਰਾ ਲੈ ਕੇ ਜਨਤਾ ਦਾ ਸ਼ੋਸ਼ਣ ਕੀਤਾ ਜਾਊਗਾ। ਇੱਥੋਂ ਤੱਕ ਦੇਖੋ। ਤੇ ਕਹਿੰਦੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਇਨਸਾਨਾਂ ਦੇ ਸਰੀਰ ਤੱਕ ਨੂੰ ਨੋਚ ਲਿਆ ਜਾਏਗਾ। ਹੁਣ ਤਾਂ ਮਾਸ ਖਾਂਦੇ ਨਾ, ਇਹਨਾਂ ਦਾ ਆਮ ਤੌਰ ਤੇ ਕੋਈ ਮੁਰਗਾ ਖਾਂਦਾ, ਕੋਈ ਖਾਂਦਾ, ਬੱਕਰਾ ਖਾਂਦਾ, ਕੋਈ ਮੱਛੀ ਖਾਂਦਾ, ਤੇ ਕਹਿੰਦੇ ਇਨਸਾਨਾਂ ਦਾ ਮਾਸ ਨੋਚ ਨੋਚ ਕੇ ਖਾਣਗੇ, ਇੱਕ ਦੂਜੇ ਨੂੰ ਵੱਢ ਕੇ ਮਾਸ ਬਣਾ ਕੇ ਖਾਣਗੇ। ਤੇ ਨਸ਼ੇ ਐਸੇ ਐਸੇ ਨਿਕਲ ਆਣਗੇ ਕਿ ਜਿਨ੍ਹਾਂ ਨੂੰ ਪੀਣ ਤੇ ਕਰੂਰ ਸੁਭਾਵ ਹੋ ਜਾਏਗਾ, ਜਿਹੜਾ ਅੱਗੇ ਆਏਗਾ ਉਹਨੂੰ ਵੱਢ ਦੇਗਾ। ਨਾ ਕੋਈ ਹਿੰਦੂ ਦੀ ਸਹੁੰ ਰਹੀ, ਨਾ ਮੁਸਲਮਾਨ ਦੀ ਸਹੁੰ ਰਹੀ, ਧਰਮ ਇੱਥੋਂ ਤੱਕ ਖਤਮ ਹੋ ਗਿਆ। ਇੱਕ ਜਗ੍ਹਾ ਤਾਂ ਇਹ ਵੀ ਦੱਸਿਆ ਕਿ ਜਿਹੜੀ ਉਮਰ ਆ ਉਹ ਘਟ ਕੇ ਅੱਧੀ ਤੋਂ ਵੀ ਅੱਧੀ ਹੋ ਜਾਣੀ। ਔਰ ਬਨਸਪਤੀ ਬਾਰੇ ਦੱਸਿਆ
ਕਿ ਐਸੀ ਬਨਸਪਤੀ ਆ ਜਾਣੀ ਆ ਜਿਵੇਂ ਹੁਣ ਤਾਂ ਆਪਣੀ ਫਸਲ ਇਹ ਛਮਾਈ ਤੇ ਆਉਂਦੀ ਹੈ ਜਾਂ ਕੋਈ 7 ਮਹੀਨਿਆਂ ਦੇ ਕੋਈ ਸਾਲ ਦੀ ਫਸਲ ਹੈ, ਤੇ ਕਹਿੰਦੇ ਫਸਲ ਐਸੀ ਆਏ ਕਰੇਗੀ ਕਿ ਰਾਤ ਨੂੰ ਕੋਈ ਬੂਟਾ ਲਾਇਆ ਤੇ ਅਗਲੀ ਸ਼ਾਮ ਤੱਕ ਪ੍ਰਗਟ ਹੋ ਜਾਇਆ ਕਰੇਗਾ। ਜਿਵੇਂ ਆਪਾਂ ਦੇਖਦੇ ਆ ਨਾ, ਪਹਿਲੋਂ ਟਾਹਲੀਆਂ ਨਿੰਮਾਂ ਕਿੰਨੇ ਕਿੰਨੇ ਚਿਰ ਚ ਹੁੰਦੀਆਂ ਸੀ, ਅੱਜ ਕੱਲ੍ਹ ਆ ਬੂਟੇ ਵੇਖੋ ਲੱਗਦੇ ਨੇ ਮਹੀਨੇ 2 ਮਹੀਨਿਆਂ ਦੇ ਵਿੱਚ ਛਾਂ ਵਾਲੇ ਹੋ ਜਾਂਦੇ ਆ। ਫਸਲਾਂ ਵੀ ਇੱਥੋਂ ਤੱਕ ਆ ਜਾਣ ਕਰਨਗੀਆਂ, ਨਸ਼ੇ ਐਸੇ ਆ ਜਾਣ ਕਰਨਗੇ ਵੀ ਜਿਨ੍ਹਾਂ ਨੂੰ ਪੀਣ ਤੇ ਸੁੱਧ ਬੁੱਧ ਹੀ ਨਹੀਂ ਰਹਿਣੀ। ਫਿਰ ਕਹਿੰਦੇ ਐਸੇ ਭਾਵ ਦੇ ਵਿੱਚ ਫਿਰ ਬਚਾਉਣ ਦੇ ਲਈ ਕੀ ਪ੍ਰਗਟ ਕਰਦਾ ਆ। ਆਓ ਫਿਰ ਆਪਾਂ ਸਿਮਰਨ ਕਰਨ ਤੋਂ ਬਾਅਦ ਵੀ ਜਿਹੜੇ ਕੋ ਦੀਨ ਵਿੱਚ ਹੋਣਗੇ, ਜਿਹੜੇ ਕੱਢਣ ਵਾਲੇ ਹੋਣਗੇ, ਉਹਨਾਂ ਨੂੰ ਫਿਰ ਕਿਵੇਂ ਕੱਢੇਗਾ ਇੰਨੇ ਭਾਰੇ ਕਲਯੁਗ ਦੇ ਵਿੱਚ, ਜਿਹਦੇ ਵਿੱਚ ਕੋਈ ਮਾਂ ਦਾ ਨਹੀਂ, ਕੋਈ ਪਿਓ ਦਾ ਨਹੀਂ, ਰਿਸ਼ਤੇਦਾਰੀਆਂ ਸਭ ਖਤਮ, ਕੋਈ ਘਰ ਨਹੀਂ ਰਹਿਣਾ, ਕੋਈ ਮੰਦਰ ਮਸਜਿਦ ਨਹੀਂ ਰਹਿਣੀ, ਵੇਦ ਪੁਰਾਣ ਸ਼ਾਸਤਰ ਉਹਨੇ ਸੁਣਨੀ ਨਹੀਂ ਦੇਣੇ, ਉਸ ਤੋਂ ਮੁੜ ਕੇ ਖਤਮ ਹੀ ਕਰ ਦੇਣੇ ਆ, ਤੀਰਥ ਵੀ ਖਤਮ ਕਰ ਦੇਣੇ ਆ, ਇਹ ਜਿਹੜਾ ਸਤੋ ਗੁਣ ਇਹ ਤਾਂ ਬੰਦ ਹੀ ਕਰ ਦੇਣਾ, ਕੋਈ ਰਾਜ ਨਹੀਂ ਰਹਿ ਜਾਣਾ, ਕੋਈ ਪਰਜਾ ਨਹੀਂ ਰਹਿ ਜਾਣੀ, ਜਿੰਦੇ ਹੱਥ ਜੋ ਆਏਗਾ ਬਸ ਮਾਰ ਦੇਗਾ। ਜਿਵੇਂ ਆਪਾਂ ਕਹਿ ਦਿੰਦੇ ਨਾ, ਜਿੰਦੀ ਡਾਂਗ ਉਹਦੀ ਮੱਝ, ਜਿਸਕੀ ਲਾਠੀ ਉਸਕੀ ਭੈਂਸ। ਤੇ ਐਸਾ ਸਮਾਂ ਇਹ ਦਿਨੋਂ ਦਿਨ ਹੁਣੇ ਬਣਦਾ ਜਾਣਾ ਹੈ। ਤੇ ਜੇ ਤਾਂ ਆਪਾਂ ਸ਼ਬਦ ਦਾ ਅਭਿਆਸ ਕਰਕੇ ਨਾਮ ਦੇ ਨਾਲ ਜੁੜ ਕੇ ਹੁਣ ਨਿਕਲ ਜਾਾਂਗੇ ਤੇ ਆਪਣਾ ਜਨਮ ਮਰਨ ਖਤਮ ਕਰ ਜਾਾਂਗੇ, ਆਪਾਂ ਇਹ ਮਾੜਾ ਸਮਾਂ ਕਿਉਂ ਵੇਖੀਏ। ਤੇ ਕਹਿੰਦੇ ਜਿਹੜੇ ਰਹਿਣਗੇ, ਜਿਹੜੇ ਨਹੀਂ ਮੰਨਦੇ, ਉਹ ਇਹ ਸਮਾਂ ਵੇਖਣਗੇ, ਇੰਨਾ ਘੋਰ ਕਲਯੁਗ ਵੇਖਣਗੇ, ਜਿੰਦੇ ਵਿੱਚ ਕੋਈ ਕਿਸੇ ਦੀ ਰੱਖਿਆ ਹੀ ਨਹੀਂ, ਕੋਈ ਆਪਦੀ ਘਰ ਵਾਲੀ ਦੀ ਨਹੀਂ ਰੱਖਿਆ ਕਰ ਸਕਦਾ। ਘਰ ਵਾਲੀ ਦੀ ਰੱਖਿਆ ਕੀ ਕਰਨੀ, ਮਾਂ ਦੀ ਰੱਖਿਆ ਕੀ ਕਰਨੀ, ਆਪ ਹੀ ਉਹਦੇ ਪ੍ਰਤੀ ਗਲਤ ਹੋ ਜਾਣਗੇ। ਇੰਨੀ ਕਰੂਰ ਪੰਜ ਜਿਹੜੇ ਆ ਬੁੱਧੀ ਕਰ ਦੇਣਗੇ। ਆਓ ਫਿਰ ਥੋੜਾ ਜਿਹਾ ਸਿਮਰਨ ਕਰੀਏ। ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਮਹਾਰਾਜ ਕਹਿੰਦੇ ਜਦੋਂ ਇਸ ਤਰੀਕੇ ਧਰਮ ਹੋ ਜਾਂਦਾ ਹੈ ਵੀ ਕਰਮ ਵੀ ਨਹੀਂ ਪਤਾ, ਧਰਮ ਵੀ ਨਹੀਂ ਪਤਾ। ਹੁਣ ਅਸੀਂ ਕਰਮ ਤਾਂ ਕਰਦੇ ਆ ਨਾ, ਚਲੋ ਮਾਲਕ ਖੁਸ਼ ਰਵੇ, ਘੱਟੋ ਘੱਟ ਫਿਰ ਵੀ ਭਉ ਹੈਗਾ। ਕਹਿੰਦੇ ਜਦੋਂ ਧਰਮ ਹੀ ਨਹੀਂ ਰਿਹਾ ਤੇ ਫਿਰ ਕਰਮ ਦੀ ਜਾਂਚ ਵੀ ਨਹੀਂ ਰਹਿਣੀ। ਕਹਿੰਦੇ ਲਹੈ ਨਾ ਅਰਥੰ ਕਹੈ ਅਨਰਥੰ ਬਚਨ ਨਾ ਸਾਚੇ ਮਤ ਕਰ ਕਾਚੇ। ਜਿਨ੍ਹਾਂ ਦਾ ਅਰਥ ਹੀ ਨਹੀਂ ਕੋਈ ਨਿਕਲਦਾ, ਐਸੇ ਬਚਨ ਕਰੀ ਜਾਣਗੇ। ਆਪਾਂ ਦੇਖਦੇ ਆ ਨਾ, ਕਹਿੰਦੇ ਬਾਬਾ ਜੀ ਮੇਰੇ ਘਰ ਕਿਰਪਾ ਨਹੀਂ ਹੁੰਦੀ, ਆਂਦਾ ਵੀ ਗੁਲਾਬ ਜਾਮਣ ਵੰਡ ਦਿਓ ਗਰੀਬਾਂ ਦੇ ਵਿੱਚ, ਕਿਰਪਾ ਆਣੀ ਸ਼ੁਰੂ ਹੋ ਜਾਏਗੀ। ਵੇਖਦੇ ਆ ਨਾ, ਲਹੈ ਨਾ ਅਰਥੰ ਕਹੈ ਅਨਰਥੰ, ਕੋਈ ਅਰਥ ਨਿਕਲਦਾ ਉਸ ਗੱਲ ਦਾ। ਹਾਂਜੀ ਕਿਰਪਾ ਨਹੀਂ ਹੋ ਰਹੀ, ਹਾਂਜੀ ਡੋਸਾ ਕਬ ਖਾਇਆ ਥਾ, ਹਾਂਜੀ ਬਾਬਾ ਜੀ पिछले महीने खाया था, 10-12 डोसे गली में बांट देना, किरपा आनी शुरू हो जाए। लो ਇਹ ਜੇ ਬਾਬੇ ਹੈ ਵੇਖਦੇ ਆ ਨਾ। ਤੇ ਇਹੀ ਤਾਂ ਮਹਾਰਾਜ ਕਹਿੰਦੇ ਪਏ ਨੇ, ਇਹ ਜੇ ਬਾਬੇ ਹੋਣਗੇ ਤੇ ਅੱਧਾ ਕ ਸਮਾਂ ਤਾਂ ਇਹ ਆ ਗਿਆ, ਤੇ ਇਹੀ ਸਮਾਂ ਜੇ ਵੱਧਦਾ ਜਾਊਗਾ ਤੇ ਆ ਜਿਹੜੇ ਕਰੋੜ ਸਮਾਂ ਦੱਸਿਆ ਤੇ ਇੱਥੋਂ ਤੱਕ ਵੀ ਪਹੁੰਚ ਜਾਊਗਾ।
ਕਹਿੰਦੇ ਬਾਬੇ ਕਿਵੇਂ ਦੇ ਨੇ? ਕਹਿੰਦੇ ਧਰਮ ਨਾ ਕਰਹੀ ਹਰ ਨਾ ਉਚਰਹੀ, ਪਰ ਘਰ ਡੋਲੇ ਜਲੇ ਬਿਰੋਲੇ। ਪਾਣੀ ਵਿੱਚ ਮਧਾਣੀ ਪਾਉਣਗੇ। ਵਾਹਿਗੁਰੂ ਨਾਲ, ਸ਼ਬਦ ਨਾਲ, ਗੁਰਮੰਤਰ ਦੇ ਗਿਆਨ ਦੇ ਨਾਲ ਨਹੀਂ ਕਿਸੇ ਨੇ ਜੋੜਨਾ। ਬਸ ਕੱਚੇ ਬਚਨ, ਜੋ ਕਹਿੰਦਾ ਮੂੰਹੋਂ ਕੱਢੀ ਜੋ, ਬਸ ਕੱਢ ਦਿਓ। ਸਾਡੇ ਪਿੰਡ ਮੱਝਾਂ ਦਾ ਪਾਲੀ ਹੁੰਦਾ ਸੀ ਸਾਡਾ। ਘਰ ਹੁੰਦੇ 3 ਭੈਣਾਂ, ਜਵਾਕ ਵਿਆਹ ਹੋ ਗਿਆ ਤੇ ਅੱਗੇ 3 ਜਵਾਕ ਹੋ ਗਏ। ਭੈਣਾਂ ਵਿਆਹੀਆਂ ਨਹੀਂ ਗਈਆਂ, ਜਵਾਕ ਅੱਗੇ 7-8 ਦਾ ਪਰਿਵਾਰ ਹੋ ਗਿਆ। ਉਹਨੇ ਕੀ ਕੀਤਾ, ਉਹਨਾਂ ਦੀ ਕੋਈ ਜਗ੍ਹਾ ਸੀਗੀ 10 ਮਰਲੇ, ਉਹਦੇ ਵਿੱਚੋਂ 2 ਮਰਲੇ ਘੇਰ ਕੇ ਤੇ ਉਹਦੇ ਤੇ ਇੱਟਾਂ ਜੋੜ ਕੇ ਤੇ ਕਹਿੰਦਾ ਸਾਡਾ ਤਾਂ ਬਜ਼ੁਰਗਾਂ ਦਾ। 2-4 ਨੂੰ ਇਸ ਤਰ੍ਹਾਂ ਵੀ ਪੁੱਛਣਾ ਦੇਣ ਲੱਗ ਗਿਆ। ਹੁਣ 10 ਦੇ ਵਿੱਚੋਂ ਕੋਈ ਇੱਕ ਅੱਧੇ ਦਾ ਕੋਈ ਕੰਮ ਜਦੋਂ ਅਟੇ ਸਟੇ ਲਾਈ ਗਿਆ। ਇਸ ਟਾਈਮ ਹੁੰਦੀ ਐਸੀ ਚੜ੍ਹਾਈ ਹੈ ਜੀ, ਵੀਰਵਾਰ ਤੇ ਮੇਰੇ ਹਿਸਾਬ ਨਾਲ ਉਹ ਇੱਕ ਐਤਵਾਰ 2 ਦਿਨ ਲਾਉਂਦਾ ਤੇ 3 ਵਜੇ ਉਹ ਕੰਮ ਸ਼ੁਰੂ ਕਰਦਾ। 7 ਵਜੇ ਨੂੰ ਹੁੰਦੇ ਅੱਗੇ 10-10 ਤੇ 50-50, 100 ਵਾਲੇ ਨੇਟਾਂ ਦੀ ਢੇਰੀ ਹੁੰਦੀ। ਕਹਿੰਦਾ ਕਿਸੇ ਨੂੰ ਕੁਛ ਨਹੀਂ, ਬਸ ਜਿਹੜਾ ਉਹਦੇ ਕੋਲ ਜਾਂਦਾ। ਤੁਹਾਡੇ ਘਰ ਕੋਈ ਅਨਿਆਈ ਮੌਤ ਤਾਂ ਨਹੀਂ ਸੀ ਮਰਿਆ? ਤੇਰੇ ਘਰ ਕੋਈ ਪੀਰ ਤਾਂ ਨਹੀਂ ਸੀ ਹੈਗਾ? ਰਾਤ ਨੂੰ ਕੋਈ ਨੀਲੇ ਕੱਪੜਿਆਂ ਵਾਲਾ ਵੇਖਦਾ? ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਸੁਖਮ ਨੀਲੇ ਕੱਪੜੇ ਕਿਹੜੇ ਦਰਜੀ ਤੋਂ ਸਵਾ ਕੇ ਪਾਉਂਦੇ ਨੇ ਭਾਈ? ਬਸ ਇਹੀ ਕਰੀ। ਕਿਸੇ ਨੂੰ ਕਹਿ ਦਿੰਦਾ ਇੱਥੇ ਲੱਡੂ ਲਾ ਦਿਓ, ਕਿਸੇ ਨੂੰ ਕਹਿੰਦਾ 40 ਕਿਲੋ ਲੱਡੂ ਲਾ ਦਿਓ, ਕਿਸੇ ਨੂੰ ਕਹਿੰਦਾ ਖੀਰ ਬਣਾ ਦਿਓ, ਕਿਤੇ ਲੈ। ਇਹੋ ਜਿਹੇ ਲੋਕ ਜਿਹੜਾ ਉਹਦੇ ਪਿੱਛੇ। ਤੇ ਇਹ ਜੇ ਸਾਡੇ ਪਿੰਡ ਦੀ ਕਿਹੜੀ ਗੱਲ ਆ, ਪੰਜਾਬ, ਹਰਿਆਣਾ, ਰਾਜਸਥਾਨ, ਪਤਾ ਨਹੀਂ ਕਿੰਨੇ ਕੁ ਬਾਬੇ, ਮੜੀਆਂ, ਮਸਾਣੀਆਂ, ਜਿੱਥੇ 4 ਇੱਟਾਂ ਲਾ ਦਿਓ ਤੇ ਕਰ ਦਿਓ ਸੰਦੂਰ ਸੱਟ ਕੇ ਪੂਜਾ ਸ਼ੁਰੂ। ਕੋਈ ਪਿੱਪਲ ਪੂਜੀ ਜਾਂਦਾ, ਕੋਈ ਜੰਡੀ ਪੂਜੀ ਜਾਂਦਾ, ਕੋਈ ਨਿੰਮ ਪੂਜੀ ਜਾਂਦਾ। ਮੂਰਖ ਬਣਾਇਆ ਲੋਕਾਂ ਨੂੰ। ਇਹ ਛੋਟੇ ਲੈਵਲ ਦੇ ਆ, ਤੇ ਜਿਹੜੇ ਵੱਡੇ ਲੈਵਲ ਦੇ ਨੇ ਉਹ ਬਾਹਰ 200-200 ਕਮਰਿਆਂ ਦੇ ਬਣਾ ਕੇ ਡੇਰੇ ਉਹ ਬੈਠੇ ਨੇ। ਘੰਟਾ ਦਰਸ਼ਨ ਦਿੰਦੇ ਨੇ ਬਸ ਸੰਗਤਾਂ ਨੂੰ, ਐ ਹੱਥ ਜੇ ਕਰਕੇ ਚਲੋ ਜੀ। ਤੇ ਗਰਮੀ, ਹੁਣ ਬਾਬਾ ਜੀ ਗਰਮੀ ਨਹੀਂ, ਹੁਣ ਤਾਂ ਗਰਮੀ ਤਾਂ ਬਾਬਾ ਜੀ ਅਮਰੀਕਾ ਰਹਿੰਦੇ, ਕੈਨੇਡਾ ਰਹਿੰਦੇ ਨੇ। ਸਰਦੀਆਂ ਚ ਆਉਂਦੇ ਨੇ। ਕਿਉਂ? ਗਰਮੀਆਂ ਦੇ ਵਿੱਚ ਫਿਰ ਇੱਥੋਂ ਪਾਪ ਨਹੀਂ ਵੇਖਦਾ। ਇੰਡੀਆ ਦੇ ਵਿੱਚ ਫਿਰ ਦਿਖਦਾ ਨਹੀਂ ਵੀ ਕੋਈ ਤੜਫਦਾ ਪਿਆ। ਬਸ ਹੁਣ ਤਾਂ ਚਲੇ ਜਾਣਾ ਮਹਾਂਪੁਰਖਾਂ ਨੇ ਬਾਹਰ। 3 ਕੁ ਮਹੀਨੇ ਉੱਧਰ ਜਾਣਗੇ, ਫਿਰ ਇੱਥੇ ਆਉਣ। ਇਹੋ ਜਿਹੇ ਮਹਾਂਪੁਰਖ, ਇਹੋ ਜਿਹੇ ਉਹਨਾਂ ਨੂੰ ਮੰਨਣ ਵਾਲੇ ਮਹਾਂਪੁਰਖ। ਤੁਸੀਂ ਆਪ ਉਹ ਜਿਹੜੇ ਮਹਾਂਪੁਰਖ 1430 ਅੰਗਾਂ ਦੇ ਵਿੱਚ ਬੈਠੇ ਆ, ਉਹਨਾਂ ਦੀ ਵਿਚਾਰ ਨਹੀਂ ਕੀਤੀ ਤੇ ਫਿਰ ਸੱਚੀਆਂ ਹੀ ਡਾਂਗਾ ਪੈਂਦੀਆਂ। ਫਿਰ ਉੱਥੋਂ ਕਿੰਨੇ ਵੱਡੀਆਂ ਉਹਨਾਂ ਦੀਆਂ ਸਲਤਨਤਾਂ ਬਣੀਆਂ ਪਈਆਂ ਨੇ। 1000-1000, 2000 ਕਿੱਲੇ ਜ਼ਮੀਨਾਂ ਉਹਨਾਂ ਦੇ ਕੋਲ ਨੇ, ਗੱਡੀਆਂ, ਕਰੋੜਾਂ ਰੁਪਈਏ। ਫਿਰ ਅਸੀਂ ਮੱਥੇ ਟੇਕੀ ਜਾਂਦੇ ਉਹਨਾਂ ਦੇ। ਕਿਰਪਾ ਕਰਨਗੇ। ਅਕਾਲ ਪੁਰਖ ਨੂੰ ਨਹੀਂ ਧਿਆਉਣਾ, ਇਹਨਾਂ ਝੂਠਿਆਂ ਤੋਂ ਕਿਰਪਾ ਮੰਗਣੀ ਆ। ਤੇ ਅਸੀਂ ਉਹਨਾਂ ਨੂੰ ਬਣਾਉਣ ਵਾਲੇ ਆ, ਅਸੀਂ ਲੜਾਈਆਂ ਪਾਉਣ ਵਾਲੇ ਆ। ਤੇ ਜਦੋਂ ਉਹਨਾਂ ਤੋਂ ਅੱਗੋਂ 4 ਤੇਲੇ ਹੋਰ ਤਿਆਰ ਹੁੰਦੇ ਨੇ, ਉਹ ਫਿਰ ਆਪਸ ਚ ਲੜਦੇ ਨੇ, ਬਾਬਾ ਮੈਨੂੰ ਦੇ। ਫਿਰ ਬਾਬਾ ਅੱਗੋਂ ਫਿਰ ਕੋਈ ਸ਼ਹਿਰ ਕਿਤੇ ਡੇਰਾ ਬਣਾ ਕੇ ਕਰ ਦਿਓ ਜੀ ਕਿਰਪਾ, ਇੱਥੇ ਇਹ ਬੈਠੇਗਾ, ਇੱਥੇ ਇਹ ਬੈਠੇਗਾ। ਉਹ ਜਿਹੜੇ ਚੇਲੇ ਨੇ ਉਹਨਾਂ ਨੂੰ ਏਰੀਏ ਵੰਡਣੇ ਔਖੇ ਹੋ ਜਾਂਦੇ ਨੇ। ਇਹ ਚੇਲੇ ਅੱਗੋਂ ਏਰੀਏ ਪਿੱਛੇ ਲੜਦੇ ਨੇ। ਇਹ ਮੇਰੇ ਏਰੀਏ 'ਚ ਕਥਾ ਨਹੀਂ ਕਰੇਗਾ ਜੀ, ਇਸ ਏਰੀਏ ਦੀ ਸੰਗਤ ਮੇਰੀ ਏ, ਇਸ ਏਰੀਏ ਦੀ ਮੇਰੀ ਏ। ਤੇ ਜੇ ਕਿਤੇ ਗਰੀਬ ਕੋ ਚਲਾ ਜੇ ਉਹਦੇ ਏਰੀਏ ਵਿੱਚ, ਜਿਵੇਂ ਹੁੰਦਾ ਨਾ ਕਾਂਗਰਸ ਅਕਾਲੀਆਂ ਦੇ ਵਿੱਚ, ਜਿਵੇਂ ਜਿਸ ਏਰੀਏ ਦਾ ਬੰਦਾ ਉਸੇ ਏਰੀਏ ਦਾ MLA ਕੰਮ ਕਰਾਉਂਦਾ, ਇਵੇਂ ਕਿਤੇ ਦੂਸਰੇ ਦੇ ਏਰੀਏ 'ਚ ਕਿਤੇ ਕਥਾ ਵੀ ਕਰਨ ਕੋ ਚਲਾ ਜੇ, ਕੋਈ ਵਿਚਾਰ ਕਰਨ, ਲੜ ਪੈਂਦੇ ਆਪੇ ਡਾਂਗਾ ਲੈ ਕੇ। ਮੇਰੇ ਏਰੀਏ 'ਚ ਆਇਆ ਕਥਾ ਕਰਨ, ਲੈ ਦੱਸ। ਨਾਮ ਜਪਾਣਾ ਵਾਹਿਗੁਰੂ ਦਾ ਤੇ ਏਰੀਆ ਕਾਹਦਾ? ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਇੱਕ ਸੰਤ ਦੂਜੇ ਦੇ ਏਰੀਏ 'ਚ ਜਾ ਕੇ ਕਰ ਨਹੀਂ ਸਕਦਾ। ਉਦੋਂ ਉਸੇ ਸੰਤ ਨੂੰ ਕਹੋ ਜੀ, ਉਹੀ ਕਰੇਗਾ ਸੁਖਮਣੀ ਸਾਹਿਬ ਦਾ। ਗ੍ਰੰਥੀ ਲੜ ਪੈਂਦੇ ਨੇ ਪਿੰਡਾਂ ਦੇ। ਇਹ ਮੇਰੇ ਘਰ ਸੀ, ਇਹ ਉੱਥੇ ਜਾ ਕੇ ਲਾਵਾਂ ਪੜ ਆਇਆ ਜੀ। ਇਹ ਮੇਰਾ ਘਰ ਸੀ, ਮੈਂ ਇੱਥੇ ਵਿਸਾਖੀ ਦਾ ਪਾਠ ਰੱਖਣਾ ਸੀ। ਲੈ ਦੱਸ, ਇਹ ਸੰਤ ਨੇ? ਤੇ ਸਾਰੇ ਆਪਾਂ ਇਹਨਾਂ ਨੂੰ ਚੜਾਇਆ ਹੋਇਆ। ਆਪ ਨਹੀਂ ਅਸੀਂ ਸਿੱਖਾਂਗੇ ਤੇ ਉਹ ਤਾਂ ਫਿਰ ਕੁਝ ਕਰਨਗੇ। ਜਦੋਂ ਅਸੀਂ ਗੁਰਬਾਣੀ ਪੜ੍ਹਨੀ ਨਹੀਂ ਜਾਣਦੇ, ਅਸੀਂ ਆਪਦੇ ਬੱਚਿਆਂ ਨੂੰ ਨਹੀਂ ਸਿਖਾਈ, ਆਪਦੇ ਪਰਿਵਾਰ 'ਚ ਅਸੀਂ ਨਹੀਂ ਪੜ੍ਹ ਸਕਦੇ, ਤੇ ਜੇ ਆਪਾਂ ਫਿਰ ਦੂਜੇ ਨੂੰ ਦੋਸ਼ ਦਿੰਦੇ ਹਾਂ, ਉਹ ਵੀ ਗਲਤ ਹੈ। ਆਪ ਪੜ੍ਹੋ, ਆਪ ਸਿੱਖੋ। ਅਖੰਡ ਪਾਠ ਸਾਹਿਬ, ਸਹਿਜ ਪਾਠ, ਜੋ ਤੁਸੀਂ ਕਰਨਾ ਹੈ ਆਪ ਕਰੋ। ਜਦੋਂ ਤੁਸੀਂ ਆਪਦੇ ਬੱਚੇ ਨੂੰ ਤਾਂ ਇਹ ਸਿਖਾਉਣਾ ਨਹੀਂ ਚਾਹੁੰਦੇ, ਅਸੀਂ ਇਹ ਲੋ ਸਟੈਂਡਰਡ ਸਮਝਦੇ ਹਾਂ ਗੁਰਬਾਣੀ ਪੜ੍ਹਨਾ ਸੁਣਨਾ, ਤੇ ਫਿਰ ਜਿਹੜੇ ਹੈ ਨੇ 2 4 5 ਜਿਹੜੇ ਬਚੇ ਆ, ਜੋ ਰੋਟੀ ਕਰਕੇ ਚਲਾ ਰਹੇ ਆ, ਜਾਂ ਕੋਈ ਕੁਛ ਹੈਗੇ ਆ, ਕੋਈ ਸਾਰੇ ਵੀ ਰੋਟੀ ਕਰਕੇ ਨਹੀਂ, ਕੁਛ ਚਾਓ ਵਾਲੇ ਵੀ ਹੈਗੇ। ਹੁਣ ਇੱਕ ਪਿੰਡ ਦੇ ਵਿੱਚ ਗੁਰਬਾਣੀ ਪੜ੍ਹਨ ਵਾਲੇ 5 ਜਾਂ 7 ਆ, 10 ਆ, ਤੇ ਜਦੋਂ ਅਖੰਡ ਪਾਠ ਸਾਹਿਬ ਉੱਥੇ ਉਸ ਪਿੰਡ 'ਚ 5 ਰੱਖੇ ਗਏ, ਤੇ ਆਪੇ ਫਿਰ ਹੁਣ ਉਹਨਾਂ ਨੇ ਵਿਚਾਰੇ ਨੇ ਪੂਰੇ ਕਰਨਾ। ਗਲਤੀ ਤਾਂ ਸਾਡੀ, ਅਸੀਂ ਨਹੀਂ ਪੜ੍ਹਨਾ ਜਾਣਦੇ, ਅਸੀਂ ਨਹੀਂ ਸਮਝਣਾ ਜਾਣਦੇ। ਧਰਮ ਤਾਂ ਅਸੀਂ ਖਤਮ ਕੀਤਾ ਹੈ ਨਾ, ਤੇ ਜਿਹੜੇ 5-7 ਨੇ ਉਹਨਾਂ ਨੂੰ ਦੋਸ਼ ਦੇ ਰਹੇ ਆ, ਤੇ ਉਹ 5-7 ਨੂੰ ਉਹਨਾਂ ਨੂੰ ਲੋਭ ਲਾਲਚ ਹੋ ਜਾਂਦਾ। ਉਹ ਅਖੰਡ ਪਾਠ ਦੇ ਨਾਲ ਧਾਗਾ ਬਣਾਉਣਾ, ਮੱਝ ਦਾ ਕਿੱਲਾ ਬਣਾਉਣਾ, ਦੁੱਧ ਮੰਦਰ ਦਿੰਦੇ ਨੇ, ਨਜ਼ਰ ਲਾਉਣੀ, ਉਹ ਇਹੋ ਜਿਹੇ ਵੀ ਕੰਮ ਨਾਲ ਵਿਚਾਰਾ ਸਾਈਡ ਬਿਜ਼ਨਸ ਕਰ ਲੈਂਦੇ ਨੇ।
ਅੱਜ ਕਾਫੀ ਐਸੇ ਗੁਰਦੁਆਰੇ ਨੇ ਜਿਹੜੇ ਕਹਿੰਦੇ ਬਾਬਾ ਜੀ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਇਧਰਲੇ ਬੰਨੇ ਪੀਰ ਦੀ ਕਬਰ ਹੈ ਜੀ, ਤੇ ਉੱਥੇ ਚੜਾ ਦਿਓ। ਫਿਰ ਦਿੰਦੇ ਆ ਹਵਾਲਾ ਦੇ ਦਿੰਦੇ ਨੇ, ਝੰਡਾ ਸਾਹਿਬ ਨਹੀਂ ਤੁਸੀਂ ਵੇਖਿਆ ਜੀ ਉੱਥੇ ਦਸ਼ਮੇਸ਼ ਪਿਤਾ ਦੇ ਗੁਰਦੁਆਰੇ ਦੇ ਬਾਹਰ ਬਣਿਆ ਹੋਇਆ, ਇਹਦੇ 'ਚ ਕੀ ਗਲਤ ਹੈ? ਤੇ ਬਹਾਦਰਗੜ੍ਹ ਸਾਹਿਬ ਨਹੀਂ ਦੇਖਿਆ ਪਟਿਆਲੇ, ਉੱਥੇ ਵੀ ਬਾਹਰ ਬਣਿਆ ਹੋਇਆ, ਤੇ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ, ਧਾਗੇ ਤਾਂ ਨਹੀਂ ਬਣਾ ਕੇ ਦਿੰਦੇ। ਇਹੋ ਜਿਹੇ ਅਸੀਂ ਉੱਥੇ ਜਾਣ ਵਾਲੇ। ਕੋਈ ਬਾਬਾ ਜੀ ਸ਼ਬਦ ਦੱਸੋ, ਜੰਤਰੀ ਦੱਸੋ। ਜੇ ਇੱਕ ਮਰਗ ਹੋ ਗਈ ਤੇ ਕਹਿੰਦਾ ਇਹਦਾ ਚੌਥਾ ਕਰਨਾ, ਕੋਈ ਕੰਜਕਾਂ ਤਾਂ ਨਹੀਂ ਆਉਂਦੀਆਂ? ਮੈਨੂੰ ਤਾਂ ਪਤਾ ਹੀ ਨਹੀਂ ਕੰਜਕਾਂ ਕੀ ਹੁੰਦੀਆਂ ਨੇ, ਗੰਢ ਮੂਲ ਕੰਜਕਾਂ। ਮੈਂ ਤਾਂ ਸੁਣਨਾ ਹੁਣ ਜਦੋਂ ਪ੍ਰਚਾਰ ਦੇਰੀ 'ਚ ਪਏ, ਚੌਥੇ ਵਿੱਚ ਦੱਸੋ ਮਰੇ ਜੀਵ ਦਾ ਭੋਗ ਪਾਉਣਾ। ਉਹ ਮੈਂ ਕਿਹਾ ਉਹਦਾ ਜਾਨ ਛਡਾ ਗਿਆ, ਸਵਾਸ ਪੂਰੇ ਹੋ ਗਏ, ਇਹਦੀਆਂ ਕਿਹੜੀਆਂ ਕੰਜਕਾਂ ਮੰਜਕਾਂ ਰਹਿ ਗਈਆਂ? ਸਰਾਧਾਂ ਵਿੱਚ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਪਤਾ ਨਹੀਂ ਕੀ। ਅਸੀਂ ਤਾਂ, ਮੈਂ ਤਾਂ ਤੁਹਾਨੂੰ ਦੱਸਣਾ, ਜਦੋਂ ਸਰਾਧ ਹੁੰਦੇ ਆ ਮੈਂ ਤਾਂ ਚੀਜ਼ ਹੀ ਉਦੋਂ ਖਰੀਦਣਾ, ਮਾਰਕੀਟ ਡਾਊਨ ਹੁੰਦੀ ਹੈ। ਸਗੋਂ ਤੇ ਸੋਨਾ ਵੀ ਸਸਤਾ ਹੁੰਦਾ, ਕੱਪੜਾ ਵੀ ਸਸਤਾ ਹੁੰਦਾ, ਤੇ ਨਰਾਤਿਆਂ 'ਚ ਤਾਂ ਮਹਿੰਗਾਈ ਵੱਧ ਜਾਂਦੀ। ਦੇਖੋ, ਸੋ ਮਹਾਰਾਜ ਤਾਂ ਫਿਰ ਕਹਿੰਦੇ ਪਿਆ, ਪਰ ਤਰੀ ਰਾਚੇ ਘਰ ਘਰ ਜਾਚੇ, ਜੈ ਤੈ ਡੋਲੇ ਰਹਿ ਰਹਿ ਬੋਲੇ, ਧਨ ਨਹੀਂ ਛੋਰੈ ਨਿਸ ਕਰ ਪੋਰੈ। ਪੈਸਾ ਨਹੀਂ ਛੱਡਣਾ, ਪੈਸੇ ਦੇ ਵਾਸਤੇ ਤਾਂ ਜੋ ਮਰਜ਼ੀ ਕਰਨਾ ਪੈ ਜੇ, ਉੱਥੋਂ ਤੱਕ ਤੁਹਾਡੇ ਪਰ ਪੈਰ ਫੜ ਲੈਣਗੇ। ਪਰ ਤਰੀ ਰਾਚੇ ਕਹਿੰਦੇ ਤੁਸੀਂ ਸੰਤਾਂ ਮਹਾਤਮਾ ਕੋਲ ਜਾਓਗੇ, ਉਹਨਾਂ ਨੇ ਤੁਹਾਨੂੰ ਨਿਗਾਹ ਹੀ ਐਸੀ ਦੇਖਣੀ ਆ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਤਾਂ ਸਾਧੂ ਸੰਤਾਂ ਤੱਕ ਲਿਜਾਣ ਦਾ ਹਾਲ ਹੀ ਨਹੀਂ ਰਹਿ ਜਾਣਾ। ਕਹਿੰਦੇ ਸਿੱਖ ਮੁਖ ਮੋਰੈ ਭ੍ਰਿਤ ਨਿਰਪਛੋਰੈ, ਤਜ ਤਰੀ ਭਰਤਾ ਬਿਸਰੋ ਕਰਤਾ। ਸਿੱਖ ਉਹਨਾਂ ਦੇ ਨਾਲ ਮੁਖ ਜੋੜਨਗੇ, ਪਰ ਉਹ ਉਹਨਾਂ ਦੇ ਜੁੜੇ ਹੋਏ ਮੁਖਾਂ ਦਾ ਇਸਤੇਮਾਲ ਗਲਤ ਕਰਨਗੇ। ਨਮ ਨਮ ਕਰਮੰਗ ਵੱਢ ਗਇਓ ਭਰਮੰਗ। ਫਿਰ ਕਹਿੰਦੇ ਜਦੋਂ ਇਸ ਤਰੀਕੇ ਫਿਰ ਚੱਲੇਗਾ, ਫਿਰ ਮਾਲਕ ਕਹਿੰਦੇ ਦੀਨਨ ਕੀ ਰੱਛਾ ਨਿਮਤ ਕਰ ਹੈ ਆਪ ਉਪਾਏ, ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ। ਫਿਰ ਦੀਨਨ ਜਿਹੜੇ ਵਿੱਚੋਂ ਵਿਰਲੇ ਵਿਰਲੇ ਗੁਰਮੁਖ ਵਿਰਾਗੀ ਹੋਣਗੇ, ਜਾਂ ਜੋ ਜਿਹੜੇ ਯਾਦ ਕਰਨਗੇ, ਮਾਲਕ ਨੂੰ ਕਹਿਣਗੇ, ਪਛਤਾਵਾ ਆਪਦਾ ਕਰਨਗੇ, ਬੇਨਤੀਆਂ ਅਰਦਾਸਾਂ ਕਰਨਗੇ, ਉਹਨਾਂ ਦੀ ਫਿਰ ਰੱਛਾ ਦੇ ਲਈ ਉਹ ਆਪ ਆਊਗਾ। ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ। ਗੁਰਮੁਖ ਦੇ ਰਾਹੀਂ ਫਿਰ ਉਹ ਪ੍ਰਗਟ ਹੁੰਦਾ ਉਹਨਾਂ ਦੇ ਲਈ। ਆਪ ਪ੍ਰਗਟ ਹੈ ਆਏ ਦੀਨ ਰੱਛਾ ਕੇ ਕਾਰਨ, ਅਵਤਾਰੀ ਸਵਤਾਰ ਧਰਾ ਕੇ ਭਾਰ ਉਤਾਰਨ। ਫਿਰ ਅਵਤਾਰ ਧਾਰਨ ਕਰਦਾ ਕਹਿੰਦੇ ਮਾਲਕ, ਜਦੋਂ ਵੀ ਇਸ ਤਰੀਕੇ ਅਧਰਮ ਵੱਧ ਜਾਂਦਾ। ਫਿਰ ਕਹਿੰਦੇ ਜਦੋਂ ਇਹ ਕਲਯੁਗ ਦਾ ਇੰਨਾ ਧਰਮ ਵੱਜੇਗਾ, ਫਿਰ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਉਹ ਪ੍ਰਚਾਰ ਕਰਦਾ ਹੈ, ਕਲਯੁਗ ਕੇ ਅੰਤੇ ਸਮੇਂ ਸਤਜੁਗ ਲਾਗਤ ਆਦ, ਦੀਨਨ ਕੀ ਰੱਛਾ ਲਿਏ ਧਰੇ ਹੈ ਰੂਪ ਅਨਾਦ। ਉਦੋਂ ਫਿਰ ਇੱਕ ਅਵਤਾਰ ਰੂਪ ਬਣ ਕੇ ਪ੍ਰਗਟ ਹੋਏਗਾ, ਜਦੋਂ ਵੇਦ ਪੁਰਾਣ ਸ਼ਾਸਤਰ ਵੀ ਖਤਮ ਹੋ ਜਾਣਗੇ, ਤੀਰਥ ਵੀ ਨਹੀਂ ਕੋਈ ਰਹਿਣਾ, ਉਹਦੇ ਵਿੱਚ ਫਿਰ ਇੱਕ ਵੱਡਾ ਅਵਤਾਰ ਬਣ ਕੇ ਪ੍ਰਗਟ ਹੋਏਗਾ, ਜਿਹਨੂੰ ਆਪਾਂ ਕਲਕੀ ਅਵਤਾਰ ਕਹਿ ਦਈਏ, ਗੁਰਮੁਖ ਅਵਤਾਰ ਕਹਿ ਦਈਏ। ਇੱਕ ਵਾਰੀ ਤਾਂ ਹੁਣ ਮਹਾਰਾਜ ਦਾ ਅਵਤਾਰ ਹੈ ਹੀ ਇਹ, ਇੰਨਾ ਜਪ ਤਪ ਸੰਜਮ ਚੱਲਦਾ ਪਿਆ। ਜਦੋਂ ਕਹਿੰਦੇ ਵੀ ਇਹ ਕੋਈ ਬਾਣੀ ਦਾ ਸ਼ਬਦ ਜਾਂ ਕੋਈ ਗੁਰਮੰਤਰ ਵਾਹਿਗੁਰੂ ਬੋਲੇਗਾ ਤੇ ਉਹਨੂੰ ਸਜ਼ਾ ਹੋ ਜੇ ਕਰੇਗੀ। ਜੇ ਕੋ ਨਾਮ ਲਏ ਬਦਨਾਮੀ ਕੱਲ ਕੇ ਲਖਣਈ, ਜੇ ਕੋਈ ਨਾਮ ਲਏਗਾ ਬਦਨਾਮੀ ਹੋਊਗੀ, ਉਹਨੂੰ ਸਜ਼ਾ ਦੇਣ ਕਰਨਗੇ ਵੀ ਇਹ ਨਾਮ ਜਪਦਾ ਜੀ। ਉਦੋਂ ਫਿਰ ਕਹਿੰਦੇ ਕਲਯੁਗ ਕੇ ਅੰਤੇ ਸਮੇਂ ਸਤਜੁਗ ਲਾਗਤ ਆਦ। ਫਿਰ ਕਲਯੁਗ ਦਾ ਜਦੋਂ ਅੰਤ ਹੁੰਦਾ ਨਾ, ਉਹਦੇ ਵਿੱਚ ਸਤਜੁਗ ਦੀ ਸ਼ੁਰੂਆਤ ਕਰਨ ਦੇ ਲਈ ਫਿਰ ਅਵਤਾਰ ਰੂਪ ਹੋ ਕੇ ਉਹ ਪ੍ਰਗਟ ਹੁੰਦਾ ਹੈ। ਧਰ ਕੇ ਰੂਪ ਅਨਾਦ ਕਲੈ ਕਵ ਤੱਕ ਕਹਿ ਭਾਰੀ, ਸ਼ਤਰਨ ਕੇ ਨਾ ਸਾਰਥ ਨਮਤ ਅਵਤਾਰ ਅਵਤਾਰੀ। ਫਿਰ ਕਹਿੰਦੇ ਜਦੋਂ ਉਹ ਕਲਯੁਗ ਦਾ ਅੰਤ ਕਰਨ ਦੇ ਲਈ ਅਨਾਦ ਰੂਪ ਪ੍ਰਗਟ ਕਰੇਗਾ ਨਾ, ਕਵ ਤੱਕ ਕਹਿ ਭਾਰੀ, ਇੰਨੀ ਤਾਕਤ ਦੇ ਨਾਲ ਫਿਰ ਉਹ ਅਵਤਾਰ ਪ੍ਰਗਟ ਹੋਏਗਾ ਵੀ ਜਿੱਧਰ ਉਹ ਨਿਗਾਹ ਵੀ ਕਰੂਗਾ ਨਾ ਉਹ ਅਵਤਾਰ, ਕਲਯੁਗ ਛਲਣੀ ਛਲਣੀ ਹੋ ਜਾਊਗਾ। ਇੰਨੇ ਨਾਮ ਦੇ ਬਲ ਵਾਲੇ ਨੂੰ ਫਿਰ ਸੁੰਨ ਦੇ ਵਿੱਚੋਂ ਪ੍ਰਗਟ ਕਰਦਾ ਹੈ, ਉਹਨਾਂ ਪੰਜਾਂ ਤੱਤਾਂ ਨਾਮ ਦੇ ਵਿੱਚੋਂ ਪ੍ਰਗਟ ਕਰਦਾ ਹੈ। ਸ਼ਤਰਨ ਕੇ ਨਾ ਸਾਰਥ ਨਮਤ ਅਵਤਾਰ ਅਵਤਾਰੀ। ਜਿਵੇਂ ਕਹਿੰਦੇ ਇੱਕ ਸ਼ਸਤਰ ਹੁੰਦਾ ਹੈ ਨਾ, ਜਿਵੇਂ ਇੱਕ ਤਲਵਾਰ ਦੀ ਧਾਰ ਹੁੰਦੀ ਹੈ ਤੇ ਉਹ ਵੱਢਦੀ ਜਾਂਦੀ ਹੈ, ਇਸ ਤਰੀਕੇ ਦਾ ਅਵਤਾਰ ਪਾਪ ਨੂੰ ਖਤਮ ਕਰਨ ਦੇ ਲਈ ਮਹਾਰਾਜ ਫਿਰ ਉਸ ਅਵਤਾਰ ਨੂੰ ਪ੍ਰਗਟ ਕਰਦੇ ਆ, ਜਿਹਨੂੰ ਕਹਿੰਦੇ ਸਤਜੁਗ ਆਦ ਕਲਯੁਗ ਅੰਤ ਹੈ, ਜੈ ਤੈ ਆਨੰਦ ਸੰਤ ਮਹੰਤ ਹੈ, ਜਹ ਤਹਿ ਗਾਵਤ ਬਜਾਵਤ ਤਾਲੀ, ਨਾਚਤ ਸ਼ਿਵਜੀ ਹਸਤ ਜਵਾਲੀ। ਸਤਜੁਗ ਦੇ ਆਦ ਨੂੰ ਕਰਨ ਦੇ ਲਈ ਮਾਲਕ ਫਿਰ ਇੱਕ ਨੂੰ ਪ੍ਰਗਟ ਕਰਦਾ, ਇੱਕ ਗੁਰਮੁਖ ਪਾਵਰ ਵਾਲਾ ਪੈਦਾ ਹੁੰਦਾ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਪ੍ਰਗਟ ਹੋਏ ਨਾ, ਉਹ ਇੱਕ ਅਨੇਕਾਂ ਨੂੰ ਪ੍ਰਗਟ ਕਰ ਦਿੰਦਾ ਆਪਦੇ ਬਚਨਾਂ ਦੇ ਦ੍ਰਿਸ਼ਟੀ ਦੁਆਰਾ। ਉਹ ਕਿਵੇਂ ਕਰਦਾ ਹੈ?
ਕਹਿੰਦੇ ਸਤਜੁਗ ਆਇਓ ਸਭ ਸੁਨ ਪਾਇਓ ਮਨ ਮਨ ਭਾਇਓ ਗੁਣ ਗਨ ਗਾਇਓ ਸਭ ਜਗ ਜਾਣੀ ਅਕਥ ਕਹਾਣੀ ਮਨ ਗਨ ਮਾਨੀ ਕਿਨੋ ਨਾ ਜਾਣੀ। ਉਹ ਸਤਜੁਗ ਦਾ ਪ੍ਰਗਟ ਕਰਦਾ, ਫਿਰ ਉਹ ਆ ਕੇ ਇੱਥੇ ਅਕਥ ਦੀ ਕਹਾਣੀ ਦੱਸਦਾ। ਜਿਹੜੇ ਸੁੱਤੇ ਹੋਏ ਮਨ ਨੇ ਉਹਨ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕਰਨਗੇ, ਜਿਨ੍ਹਾਂ ਨੂੰ ਪੰਜਾਂ ਨੇ ਇੰਨੇ ਕਰੂਰ ਕਰ ਦਿੱਤਾ ਹੈ, ਪਰ ਉਹਦੇ ਅੰਦਰ ਕਹਿੰਦੇ ਨਾਮ ਦਾ ਪ੍ਰਤਾਪ ਹੀ ਇੰਨਾ ਹੋਊਗਾ ਵੀ ਇਹਨਾਂ ਦਾ ਵਾਰ ਨਹੀਂ ਚੱਲੇਗਾ। ਉਹ ਪ੍ਰਗਟ ਵੀ ਹੋ ਜਾਏ ਕਰੇਗਾ, ਗੁਪਤ ਵੀ ਹੋ ਜਾਏ ਕਰੇਗਾ। ਇਹ ਉਹਦੇ ਉੱਤੇ ਹਥਿਆਰ ਚਲਾਉਣਗੇ, ਉਹਦੀ ਇੰਨੀ ਅਵਸਥਾ ਹੋਗੀ, ਉਹ ਆਪਦੇ ਇਸ ਪੰਜ ਭੌਤਿਕ ਸਰੀਰ ਨੂੰ ਵੀ ਤੱਤਾਂ 'ਚ ਤੱਤ ਮਿਲਾ ਕੇ ਸੁੰਨ 'ਚ ਹੋ ਜਾਏ ਕਰੇਗਾ। ਉਹਦੇ ਉੱਤੇ ਕੋਈ ਅਗਨ ਨਹੀਂ ਵਾਰ ਕਰੇਗੀ, ਕੋਈ ਪਾਣੀ ਨਹੀਂ ਵਾਰ ਕਰੇਗਾ। ਜਿਵੇਂ ਪ੍ਰਹਲਾਦ ਭਗਤ ਨੂੰ ਹੋਲਕਾ ਦੀ ਗੋਦੀ 'ਚ ਬਿਠਾ ਕੇ ਅੱਗ ਲਾ ਦਿੱਤੀ ਸੀ ਨਾ ਹਰਨਾਕਸ਼ ਨੇ, ਪਰ ਉਹਨੇ ਤੱਤਾਂ 'ਚ ਤੱਤ ਮਿਲਾ ਤੇ ਹੋਲਕਾ ਸੜ ਗਈ ਸੀ, ਪ੍ਰਹਲਾਦ ਬਚ ਗਿਆ ਸੀਗਾ। ਇਵੇਂ ਕਬੀਰ ਸਾਹਿਬ ਨੂੰ ਜੰਜੀਰੀਆਂ 'ਚ ਬੰਨ੍ਹ ਕੇ ਗੰਗਾ ਵਿੱਚ ਸੱਟ ਦਿੱਤਾ ਸੀ, ਉਹਨਾਂ ਨੇ ਤੱਤਾਂ 'ਚ ਤੱਤ ਮਿਲਾਤੇ ਤੇ ਜੰਜੀਰੀਆਂ ਅਲੱਗ ਹੋ ਗਈਆਂ ਤੇ ਕਬੀਰ ਸਾਹਿਬ ਬਚ ਗਏ। ਜਿਹਨੂੰ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਗੰਗਾ 'ਚ ਮੈਨੂੰ ਜੰਜੀਰੀਆਂ 'ਚ ਬੰਨ੍ਹ ਕੇ ਸੱਟਤਾ, ਕਹਿੰਦੇ ਜੰਜੀਰੀਆਂ ਅਲੱਗ ਹੋ ਗਈਆਂ, ਮੈਂ ਅਲੱਗ ਹੋ ਗਿਆ। ਉਹ ਫਿਰ ਇਸ ਤਰੀਕੇ ਹੋਊਗਾ, ਉਹ ਸਰੀਰ ਨੂੰ ਵੀ ਗੁਪਤ ਪ੍ਰਗਟ ਕਰਦਾ ਜਾਣਦਾ ਹੋਊਗਾ। ਸਭ ਜਗ ਦੇਖਾ ਅਨ ਅਨਪੇਖਾ ਸੋ ਸ਼ਬਦ ਸੇਖਾ ਸਹਿਤ ਵਿਵੇਖਾ। ਕਹਿੰਦੇ ਜਿਹੜੇ ਅਨੇਕ ਧਰਮ ਇੱਥੇ ਪ੍ਰਗਟ ਕਰ ਦਿੱਤੇ ਆ, ਉਹ ਕਹਿੰਦਾ ਆਪ ਦੀ ਦ੍ਰਿਸ਼ਟੀ ਦੁਆਰਾ ਹੀ ਇਹਨਾਂ ਨੂੰ ਚੱਕ ਕੇ ਇਹਨਾਂ ਦੇ ਧਿਆਨ ਨੂੰ ਚੱਕ ਕੇ ਉਸ ਸੱਚ ਤੇ ਉਸ ਨਾਦ ਦੇ ਨਾਲ ਜੋੜ ਦੇਗਾ। ਜਿਸ ਸਮੇਂ ਦੇ ਵਿੱਚ ਕੋਈ ਨਾਮ ਨਹੀਂ ਜਪਣ ਦੇਵੇਗਾ, ਕੋਈ ਗਿਆਨ ਨਹੀਂ ਕਰਨ ਦੇਵੇਗਾ, ਉਸ ਸਮੇਂ ਦੇ ਵਿੱਚ ਬਿਨਾਂ ਜਪਣ ਵਾਲੇ ਨਾਮ ਦੇ ਨਾਲ ਉਹ ਧਿਆਨ ਜੋੜੇਗਾ। ਉਹ ਦ੍ਰਿਸ਼ਟੀ ਦੇ ਰਾਹੀਂ ਹੀ ਕਹਿੰਦੇ ਗੁਰਮੁਖਾਂ ਦੇ ਅੰਦਰ ਉਹ ਨਾਦ ਨੂੰ ਪ੍ਰਗਟ ਕਰਕੇ, ਜਿਹਨੂੰ ਸਿਰਫ ਸੁਣਿਆ ਹੀ ਜਾ ਸਕਦਾ, ਜਪਿਆ ਨਹੀਂ ਜਾ ਸਕਦਾ, ਇਸ ਤਰੀਕੇ ਕੱਢੇਗਾ। ਜਿਹੜੇ ਗੁਰਮੁਖ ਵਿਰਾਗੀ ਹੋਣਗੇ ਉਹਨਾਂ ਦੇ ਅੰਦਰ ਉਹ ਨਾਦ ਦਾ ਭੇਦ ਦੇ ਕੇ, ਨਾਦ ਦਾ ਧਿਆਨ ਜੋੜ ਕੇ, ਨਾਦ ਦੇ ਨਾਲ ਉਹਨਾਂ ਦੀ ਸੁਰਤ ਜੋੜ ਕੇ, ਨਾਦ ਸਿਰਫ ਸੁਣਿਆ ਜਾ ਸਕਦਾ ਹੈ, ਚਾਹੇ ਤੁਹਾਡੇ ਸਾਹਮਣੇ ਕੋਈ ਬੈਠਾ ਰਹੇ ਤੁਸੀਂ ਸੁਣੀ ਜਾਓ। ਸੱਚ ਵੇਖਿਆ ਜਾ ਸਕਦਾ, ਵੇਖੀ ਜਾਓ। ਉੱਥੇ ਫਿਰ ਇਸ ਤਰੀਕੇ ਕਲਯੁਗ ਦੀ ਪਕੜ ਦੇ ਵਿੱਚ ਉਹ ਗੁਰਮੁਖਾਂ ਨੂੰ ਛਡਾਏਗਾ। ਤੇ ਹੁੰਦਾ ਵੀ ਹੁਣ ਵੀ ਇਹੀ ਹੈ। ਹੁਣ ਇੰਨਾ ਧਰਮ ਹੈ, ਇੱਥੇ ਤੁਸੀਂ ਕਿਸੇ ਨੂੰ ਕਹੋ ਕੋਈ ਮੰਨਦਾ ਹੀ ਨਹੀਂ, ਤੇ ਇੱਥੇ ਵੀ ਜਿਹੜਾ ਨਾਦ ਸੱਚ ਦੇ ਸਨਮੁਖ ਹੈਗੇ ਆ ਉਹ ਨਿਕਲੀ ਜਾਂਦੇ ਆ। ਨਹੀਂ ਤਾਂ ਬਾਹਰ ਬਾਬਿਆਂ ਕੋਲ ਚਲੇ ਜਾਓ, ਫਸ ਜਾਓਗੇ, ਭੇਟਾ ਦੇ ਫਸ ਜਾਓਗੇ। ਤੇ ਜਿਹੜਾ ਪੂਰਨ ਗੁਰਮੁਖ ਨੇ, ਜਿਨ੍ਹਾਂ ਨੂੰ ਅੱਛੀ ਕਹਾਣੀ ਪਤਾ ਹੈ, ਉਹਨਾਂ ਦੇ ਨਾਲ ਕੋਈ ਜੁੜਦਾ ਨਹੀਂ, ਕਿਉਂਕਿ ਉਹ ਮਿਹਨਤ ਕਰਾਉਂਦੇ ਆ, ਉਹ ਖੇਲ ਦਾ ਭੇਤ ਦੱਸਦੇ ਆ, ਤੇ ਜਿੱਥੇ ਮਿਹਨਤ ਆ ਉੱਥੇ ਕੋਈ ਜੁੜਦਾ ਨਹੀਂ। ਅਗਲਾ ਕਹਿੰਦਾ ਅਸੀਂ ਤੈਨੂੰ ਹੀ 11,000 ਦੇ ਦਿੰਦੇ ਆ, ਤੂੰ ਹੀ ਕੋਈ ਕਰਦੇ ਸਾਡੀ ਅਰਦਾਸ, ਤੂੰ ਹੀ ਸਾਡਾ ਕੋਈ ਕਾਰਜ ਸਵਾਰ ਦੇ, ਅਸੀਂ ਤੇਰੇ ਕੋਲ ਕਰ ਦਿੰਨੇ। ਤੇ ਜਿਹੜਾ ਪੂਰਨ ਹੈ ਉਹਨੂੰ ਕਹਿੰਦੇ ਨੇ ਇਹ ਕਿ ਜਿੱਥੇ ਸਾਧੂ ਨੂੰ ਜਾਂ ਨਾਮ ਨੂੰ ਜਾਂ ਕਿਤੇ ਧਰਮ ਨੂੰ ਦਾਨ ਕਰਨ ਦੀ ਗੱਲ ਆਉਂਦੀ, ਉੱਥੇ ਦਾਨ ਕਰਨਾ ਨਹੀਂ। ਹਾਂ ਵੀ ਜਿਵੇਂ ਆਪਾਂ ਬਾਹਰ ਇੱਥੇ ਕੋਈ ਦੇਖੀਦਾ ਨਾ ਵੀ ਬਲੈਕ ਮਨੀ ਕਰਕੇ ਤੇ ਸੀਏ ਨੂੰ ਕਹਿੰਦੇ ਨੇ ਤੂੰ 50,000 ਲੈ ਲੈ, ਤੂੰ ਹੀ ਸਾਡਾ ਕੋਈ ਐਸਾ ਕੇਸ ਬਣਾ ਦੇ ਵੀ ਸਾਡੇ ਉੱਤੇ ਕੋਈ ਬਲੈਕ ਮਨੀ ਦਾ ਕੋਈ ਪਤਾ ਨਾ ਲੱਗੇ। ਇਸੇ ਤਰੀਕੇ ਹੀ ਸੰਤਾਂ ਨੂੰ ਖਰੀਦਣਾ ਚਾਹੁੰਦੇ ਨੇ ਵੀ ਤੁਹਾਡਾ ਚਾਹ ਪਾਣੀ ਕਰ ਦਿੰਦੇ ਆ ਜੀ, ਤੁਸੀਂ ਕੋਈ ਵਧੀਆ ਜੀ ਅਰਦਾਸ ਕਰੋ ਤੇ ਸਾਡੇ ਕਰਮ ਘਟਾ ਦਿਓ। ਤੇ ਉਹ ਜਿਹੜੇ ਅਨਾੜੀ ਆ ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਆ। ਉਹ ਕਹਿੰਦੇ ਜਿਹੇ ਜੇ ਮੈਂ ਇਹ ਜੇ ਇਹ, ਉਹ ਕਹਿੰਦਾ ਕਰ ਦਿਓ ਜੀ 51,000, ਤੁਹਾਡਾ ਕੋਈ ਤਕੜਾ ਜਿਹਾ ਪਾਠ ਕਰਦੇ ਆ, ਫਿਰ 21 ਦਿਨ ਕਰਾਂਗੇ, ਇੰਨੇ ਚੋਲੇ, ਇੰਨਾ ਕੇਸੀ ਸਨਾਨ, ਇੰਨਾ ਖਰਚਾ, ਘਰ ਦੇ ਬਾਹਰ ਕਿਸੇ ਨੂੰ ਤੁਸੀਂ ਜਾਣ ਨਹੀਂ ਦੇਣਾ, ਅੰਦਰ ਨਹੀਂ ਵੜਨ ਦੇਣਾ, ਹਵਨ ਕਰ ਦਿਆਂਗੇ, ਬਸ ਤੁਹਾਡਾ ਆਹ ਸਮੱਗਰੀ ਲੱਗਣੀ ਹੈ, ਬਸ ਅਸੀਂ ਵੀ ਇਹੀ ਖੁਸ਼ ਹਾਂ। ਤੇ ਜੇ ਕਹਿ ਦਈਏ ਗੁਰਮੁਖੋ ਇੰਨੇ ਕੁਛ ਕਰਨ ਦੀ ਲੋੜ ਹੀ ਨਹੀਂ, ਤੁਸੀਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਉਹ ਨਾਮ ਜਪ ਲਓ, ਸੱਚ ਦੇ ਪਿਆਰ ਦੇ ਵਿੱਚ ਬੈਠ ਕੇ ਜਿੰਨਾ ਵੀ ਸਮਾਂ ਤੁਸੀਂ ਲਾ ਦਿਓਗੇ ਤੁਹਾਡੇ ਕਾਰਜ ਉਹ ਆਪ ਸਵਾਰ ਦੇਗਾ। ਵੀ ਗੁਰਬਾਣੀ ਤਾਂ ਕਹਿੰਦੀ ਪਈ ਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਵੀ ਤੂੰ ਮਾਲਕ ਦੇ ਨਾਲ ਰਹਿ, ਤੇਰਾ ਕਾਰਜ ਉਹ ਆਪ ਸਵਾਰ ਦੂਗਾ, ਤੇਰੇ ਦੁੱਖ ਕੱਟ ਦੂਗਾ। ਤੂੰ ਇਹਦੇ ਭਰੋਸਿਆਂ 'ਚ ਕਿੱਥੇ ਆਇਆ ਫਿਰਦਾ? ਇਹ ਤਾਂ ਠੱਗ ਆ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਥਿਰ ਘਰ ਚ ਆ ਜਾ, ਵਿਚਾਰਾਂ ਤੋਂ ਰਹਿਤ ਹੋ ਜਾ, ਸਿਮਰਨ ਕਰ, ਤੇਰੇ ਕਾਰਜ ਆਪ ਸਵਾਰੂਗਾ। ਉਧਰ ਨਹੀਂ ਅਸੀਂ ਜਾਵਾਂਗੇ, ਉਧਰ ਨਹੀਂ ਅਸੀਂ ਜਾਂਦੇ ਵੀ ਯਾਰ ਅਸੀਂ ਆਪ ਦਾ ਕਾਰਜ ਇਹਨੂੰ 51,000 ਦੇ ਕੇ ਇਸ ਠੱਗ ਨੂੰ ਹੋਰ ਠੱਗ ਬਣਾ ਰਹੇ ਆ, ਕਿਉਂ ਨਾ ਅਸੀਂ ਆਪ ਸਿਮਰਨ ਕਰਕੇ ਆਪ ਦਾ ਕਾਰਜ ਸਵਾਰ ਲਈਏ। ਸਿਆਣੇ ਤਾਂ ਆਪ ਦਾ ਕਾਰਜ ਆਪ ਸਵਾਰਦੇ ਆ। ਜੇ ਆਪ ਨਹੀਂ ਸਵਾਰ ਸਕਦੇ ਤੇ ਕਹਿੰਦੇ ਮਾਲਕ ਦੇ ਨਾਲ ਧਿਆਨ ਜੋੜ ਕੇ ਬਹਿ ਜਾਓ, ਤੁਹਾਡੇ ਕਾਰਜ ਉਹ ਸਵਾਰ ਦੇਗਾ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣਾ ਯਾਰ। ਸੋ ਜਿੱਥੇ ਪੂਰਨ ਦੀ ਗੱਲ ਆ ਉਹਨਾਂ ਨੂੰ ਪਿੱਛੇ ਕਰਦੇ। ਆਮ ਤੌਰ ਤੇ ਇੱਕ ਗੁਰਮੁਖਾਂ ਨੇ ਆਖਿਆ
ਕਹਿੰਦੇ ਜੀ ਅਸੀਂ ਬਾਹਰ ਦਾ ਕਾਰਜ ਤੁਹਾਡਾ ਬਣਾਉਣਾ। ਪਰ ਜਦੋਂ ਉਹਨਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੇ ਗੱਲ ਕੀਤੀ ਪਤਾ ਲੱਗਾ ਨਾ ਵੀ ਉਹ ਤਾਂ ਸਾਸਗਰਾ ਸਿਮਰਨ ਕਰਾਉਂਦੇ ਆ ਜਾਂ ਨਾਦ ਦੀ ਜਾਂ ਬਾਹਰ ਦੀ ਅੰਦਰ ਦੀ ਖੇਲ ਦੱਸਦੇ ਆ ਤੇ ਜਾਂ ਅੰਦਰ ਦੀ, ਉਹ ਕਹਿੰਦੇ ਜੀ ਇਹ ਜਿਹਾ ਨਹੀਂ ਅਸੀਂ ਬਾਹਰ ਦਾ ਇੱਧਰ ਤਾਂ ਨਹੀਂ ਬਣ ਸਕਦਾ, ਕੋਈ ਵਧੀਆ ਜਿਹਾ ਜੱਥਾ ਦੱਸੋ ਜਿਹੜਾ ਕੋਈ ਧਾਰਨਾ ਜਾਂ ਕੋਈ ਕੀਰਤਨ ਕੂਰਤਨ ਕਰਨ ਜਾਣਦੇ ਹੋਵੇ। ਇਹ ਗੱਲਾਂ ਦਾ ਯੋਗ ਮਤ ਨੇ, ਲੋ ਦੱਸੋ। ਜੋ ਗੁਰਬਾਣੀ ਵਿੱਚ ਨਾਦ ਅਨਹਦ ਬਾਣੀ ਗੁਰਮੰਤਰ ਦਾ ਸਾਰਾ ਖੇਲ ਦੱਸਿਆ ਤੇ ਵੀ ਅਸੀਂ ਕਿਹੜਾ ਕੋਈ ਬਾਹਰੋਂ ਕਿਸੇ ਝੂਠੇ ਦੀ ਕਿਤਾਬ ਪੜ੍ਹ ਕੇ ਦੱਸਦੇ ਪਏ। ਇਹ ਤਾਂ ਸਾਡੇ 1430 ਅੰਗਾਂ ਦਾ ਖੇਲ ਹੈ, ਹਰ ਗੱਲ ਦੇ ਨਾਲ ਪ੍ਰਮਾਣ ਦੇ ਰਹੇ ਆ ਤੇ ਮਹਾਰਾਜ ਦੇ ਰਹੇ ਆ ਵੀ ਕੀ ਸੁਖਮਣਾ, ਕੀ ਈੜਾ, ਕੀ ਪਿੰਗਲਾ, ਕੀ ਅੰਮ੍ਰਿਤ ਰਸ ਤੇ ਆਪ ਨਾ ਦੇ ਚੁਰੂ ਪਰ ਪਾਣੀ ਤਹਿ ਨਿੰਦੇ ਜੇ ਗੰਗਾ ਆਣੀ। ਆਪ ਦੇ ਕੋਲ ਖਜ਼ਾਨਾ ਨਹੀਂ ਹੈਗਾ ਤੇ ਜਿਹੜਾ ਕੋਈ ਦੇਣਾ, ਜੇ ਕੋਈ ਦੱਸਣਾ ਵੀ ਚਾਹੁੰਦਾ ਤੇ ਉਹਨੂੰ ਦੱਸਣ ਨਹੀਂ ਦਿੰਦੇ। ਉਹਨਾਂ ਦੱਸਿਆ ਨਾ ਬਿਨਾਂ ਤਾਂ ਆਪ ਜਪਣਾ ਨਾ ਜਪਾਉਣ ਦੇਣਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਆਪਾਂ ਕਮਾਈ ਦੇ ਨਾਲ ਜੁੜੀਏ। ਇਹ ਜੋ ਦਸ਼ਮੇਸ਼ ਪਿਤਾ ਨੇ ਆਪਾਂ ਨੂੰ ਖੇਲ ਦੱਸਿਆ ਨਾ, ਇਹ ਕਮਾਈ ਦਾ ਦੱਸਿਆ। ਉਹਨਾਂ ਨੇ ਕਿਹਾ ਇੰਨੇ ਭਾਰੇ ਭਰਕਮ ਯੁੱਗ ਦੇ ਵਿੱਚ ਇਹ ਤਾਂ ਦਿਨੋਂ ਦਿਨ ਕੰਮ ਵਿਗੜਦਾ ਹੀ ਜਾਣਾ ਹੈ। ਜੇ ਤੁਸੀਂ ਅੰਦਰ ਦੀ ਖੇਲ ਵੀ ਜੇ ਤੁਸੀਂ ਕਹੋ ਨਾ ਕਰਮ ਧਰਮ ਦੇ ਨਾਲ ਮੈਂ ਜਿੱਤ ਜੂੰਗਾ, ਕਹਿੰਦੇ ਕਾਲ ਨੇ ਕਰਮ ਧਰਮ ਹੀ ਐਸੇ ਭਿਅੰਕਰ ਪ੍ਰਗਟ ਕਰ ਦੇਣੇ ਆ ਵੀ ਤੁਸੀਂ ਕਰਮ ਧਰਮਾਂ ਦੇ ਵਿੱਚੋਂ ਤਾਂ ਨਿਕਲ ਹੀ ਨਹੀਂ ਸਕਣਾ। ਉਹਨੇ ਕਰਮ ਹੀ ਕਾਮ ਦੇ ਕ੍ਰੋਧ ਦੇ ਪ੍ਰਗਟ ਕਰ ਦੇਣੇ ਨੇ। ਕਿਹੜੇ ਕਰਮ ਕਰੋਗੇ? ਹੁਣ ਦਿਨੋਂ ਦਿਨ ਐਸ ਸਿਸਟਮ ਤਾਂ ਇਹ ਵਿਗੜਦਾ ਜਾਣਾ ਹੈ। ਤੁਸੀਂ ਸਿਸਟਮ ਨੂੰ ਸੁਧਾਰਨ ਦੀ ਬਜਾਏ ਆਪਦੇ ਆਪ ਨੂੰ ਸੁਧਾਰ ਲਓ। ਤੁਸੀਂ ਸੁਧਰ ਕੇ ਤੇ ਸਿਸਟਮ ਸੁਧਰ ਜਾਏਗਾ। ਤੁਸੀਂ ਖਾਲਸੇ ਬਣ ਜਾਓ, ਬਾਹਰੋਂ ਦੂਸਰਿਆਂ ਨੂੰ ਬਣਾਉਣ ਦੀ ਨਾ ਸੋਚੋ। ਜਦੋਂ ਤੁਸੀਂ ਖਾਲਸੇ ਬਣ ਗਏ, ਆਪਣੇ ਆਪ ਬਾਰੇ ਜਿਹੜਾ ਹਰ ਇੱਕ ਹੁਣ ਆਪਦੇ ਆਪ ਨੂੰ ਸੁਧਾਰੇ, ਇੱਕ ਇੱਕ ਆਪਦੇ ਆਪ ਨੂੰ ਸੁਧਾਰੂਗਾ ਤੇ ਖਾਲਸਾ ਰਾਜ ਬਣੂਗਾ। ਜੇ ਬਾਹਰੋਂ ਆਪਦੇ ਆਪ ਨੂੰ ਸੁਧਾਰਨਾ ਨਹੀਂ, ਬਾਹਰੋਂ ਜੋ ਮਰਜ਼ੀ ਕਰੀ ਜਾਓ, ਫਿਰ ਨਹੀਂ ਖਾਲਸਾ ਰਾਜ ਬਣਦਾ। ਆਪ ਦਾ ਸੁਧਾਰ ਪਹਿਲਾਂ ਹੈ, ਮਨ ਜੀਤੇ ਜਗ ਜੀਤ। ਸੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੀਗੀ। ਧਰਮ ਪਾਪੀ ਸੰਤਾਂ ਦਾ, ਜੋ ਕਿ ਸਭ ਤੋਂ ਮਾੜੇ ਹੁੰਦੇ ਆ, ਅਨਾੜੀ ਅਸੰਤ, ਉਹਨਾਂ ਨੂੰ ਸੰਤ ਨਹੀਂ ਅਨਾੜੀ ਅਸੰਤ ਆ, ਉਹਨਾਂ ਦਾ ਭਿਅੰਕਰ ਰੂਪ ਸੀਗਾ। ਤੇ ਇਹਦੇ ਵਿੱਚ ਜਿਹੜਾ ਨਾਮ ਜਪੂਗਾ, ਨਾਦ ਦੇ ਨਾਲ ਜੁੜੂਗਾ, ਅੰਦਰ ਦੀ ਖੇਲ ਨੂੰ ਜਿੱਤੇਗਾ, ਆਪਦੀ ਕਮਾਈ ਕਰੇਗਾ, ਉਹ ਨਿਕਲੂਗਾ। ਬਾਕੀ ਜਿਹੜੇ ਸਾਰੇ ਠੱਗ ਆ, ਚੋਰ, ਜਿਹੜੇ ਪੰਜ ਆ, ਉਹ ਇਹਨਾਂ ਦੇ ਅਨਾੜੀ ਸੰਤ ਵੀ ਉਵੇਂ ਦੇ ਆ ਤੇ ਜੁੜਨ ਵਾਲਿਆਂ ਨੂੰ ਵੀ ਉਵੇਂ ਦਾ ਕਰ ਲੈਣਗੇ। ਤੇ ਇਸ ਕਰਕੇ ਪੂਰਨ ਆਪਾਂ ਗੱਲ ਸੁਣਨੀ ਹੈ, ਪੂਰਨ ਗੁਰਮੁਖਾਂ ਦੇ ਸੰਗ ਆਪਾਂ ਕਰੀਏ, ਉਹਨਾਂ ਨਾਲ ਆਪਾਂ ਐਪਰੀਸ਼ੀਏਟ ਕਰੀਏ, ਉਹਨਾਂ ਨੂੰ ਆਪਾਂ ਅੱਗੇ ਵਧਾਈਏ ਤਾਂ ਕਿ ਕਮਾਈ ਦੀ ਗੱਲ ਆਵੇ, ਉਹਨਾਂ ਦਾ ਸੰਗ ਕਰਕੇ ਦੂਜੇ ਵੀ ਤਰ ਜਾਣ। ਕਮਾਈ ਦੇ ਨਾਲ ਆਪਾਂ ਜੁੜਨਾ ਹੈ। ਝੂਠੀਆਂ ਕਹਾਣੀਆਂ ਕਥਾ ਦੇ ਨਾਲ, ਮਨੋਕਾਮਨਾਵਾਂ, ਮੜੀਆਂ ਸਾਣੀਆਂ, ਜੰਡੀਆਂ, ਪੱਥਰ ਇਹਨਾਂ ਦੇ ਨਾਲ ਛੱਡੋ, ਇਹਨਾਂ ਦੇ ਖਹਿੜੇ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜ ਕੇ ਮਾਲਕ ਦਾ ਲਾਹਾ ਲਓ ਤੇ ਦੇਖੋ ਮਹਾਰਾਜ ਵਿੱਚ ਕੀ ਬਿਆਨ ਕਰਦੇ ਹੋ। ਇੰਨੇ ਵਚਨ ਕਰਦੇ ਆ, ਕੋਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣਯੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।